ਗੁਰੂ ਰੂਪ ਪਿਆਰੇ ਸਾਧ ਸੰਗਤ ਜੇ ਸਜ ਜਾਓ ਪ੍ਰੇਮ ਨਾਲ। ਅੰਮ੍ਰਿਤਮਏ ਗੁਰਬਾਣੇ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟੇ ਇੰਦਰ ਇੰਦਰਾਣ ਸਾਹੀ ਸਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਛਤਰ ਧਾਰੀ ਛਤਰੀ ਪਤ ਸ਼ੈਲ ਰੂਪ ਸ਼ੇਤਨਾਥ। ਛਾਉਣੀ ਕਰ ਛਾਇਆ ਬਰ ਛਤਰੀ ਪਤ ਗਾਈਐ। ਬੇਸਨਾਥ ਬਿਸਵੰਪਰ ਬੇਦਨਾਥ ਬਾਲਾ ਕਰ। ਬਾਜੀਗਰ ਬਾਨ ਧਾਰੀ ਬੰਧਨ ਬਤਾਈਐ। ਨਿਉਲੀ ਕਰਮ ਦੁਧਾ ਧਾਰੀ ਵਿਦਿਆ ਧਰ ਬ੍ਰਹਮਚਾਰੀ। ਧਿਆਨ ਕੋ ਲਗਾਵੈ ਨੈਕ ਧਿਆਨਹੁ ਨਾ ਪਾਈਐ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ। ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਤੁਮ ਹੋ ਸਭ ਰਾਜਨ ਕੇ ਰਾਜਾ। ਆਪੇ ਆਪ ਗਰੀਬ ਨਿਵਾਜਾ। ਦਾਸ ਜਾਨ ਕਰ ਕਿਰਪਾ ਕਰਹੁ ਮੋਹਿ। ਹਾਰ ਪਰਾ ਮੈਂ ਆਨ ਦਵਾਰ ਤੋਹਿ। ਕਹਾ ਬੁੱਧ ਪ੍ਰਭ ਤੋਸ਼ ਹਮਾਰੀ। ਬਰਨ ਸਕਾ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ।
आप लेहो तुम कथा सुधारी। हम न सकत कर सिफत तुम्हारी। आप लेहो तुम कथा सुधारी। सतनाम श्री वाहिगुरु साहिब जी। गौड़ी माला महला पंजवा। पाया लाल रतन मन पाया। तन सीतल मन सीतल थिया। सतगुर शब्द समाया। पाया लाल रतन मन पाया। तन सीतल मन सीतल थिया। सतगुर शब्द समाया। रहाओ लाथी भूख त्रिशन सब लाथी। चिंता सगल बिसारी। कर मस्तक गुर पूरै धरियो। मन जीतो जग सारी। तृप्त अघाय रहे रिद अंतर। डोलन ते अब चूके। अखुट खजाना सतगुर दिया। टोट नहीं रे मूके। अचरज एक सुनहो रे भाई। गुर ऐसे बूझ बुझाई। लाहे परदा ठाकुर जो भेटियो। तो बिसरी तात पराई। कहियो न जाई एहु अचंभा। सो जाने जिन चाखिया। कहु नानक सच भय बिगासा। गुर निधान हृदय लै राखिया। कहियो न जाई एहु अचंभा। सो जाने जिन चाखिया। कहु नानक सच भय बिगासा। गुर निधान हृदय लै राखिया। वाहिगुरु जी का खालसा वाहिगुरु जी की फतेह। परम सन्मानयोग गुरु गरीब निवाज वालिए कुल आलम नूरे कायनात परम पिता परमेश्वर वाहिगुरु जी दे सरगुण ਸਰੂਪ ਗੁਰ ਪਰਮੇਸ਼ਰ ਧੀਰਜ ਧਾਰੀ ਨਿਰੰਕਾਰੀ ਜੋਤ ਨੀਲੇ ਦੇ ਸ਼ਾਹ ਅਸਵਾਰ ਕਲਗੀਧਰ ਦਸ਼ਮੇਸ਼ ਪਿਤਾ ਚਿੱਟਿਆਂ ਬਾਜਾਂ ਵਾਲੇ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸ਼ਮਸ਼ੇਰ ਬਹਾਦਰ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸਰਬਤ ਜੀਵਾਂ ਦੇ ਉੱਪਰ ਬੇਅੰਤ ਕਿਰਪਾਲਤਾ ਕਰਕੇ ਦਇਆਲਤਾ ਕਰਕੇ ਬਖਸ਼ਿਸ਼ ਮਿਹਰ ਕਰਕੇ ਅਨੁਕੰਪਾ ਕਰਕੇ ਸਭਨਾਂ ਨੂੰ ਅਨੁਗ੍ਰਹ ਕਰਦਿਆਂ ਹੋਇਆਂ ਆਪਣੇ ਪਾਵਨ ਸੱਚਖੰਡ ਦਰਬਾਰ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬਖਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਵੱਡਿਆਂ ਭਾਗਾਂ ਵਾਲਿਆਂ ਨੇ ਸਤਿਗੁਰੂ ਜੀ ਦੇ ਪਾਵਨ ਦਰ ਤੇ ਦੂਰੋਂ ਨੇੜਿਓਂ ਚੱਲ ਕੇ ਆ ਕਰਕੇ ਹਾਜ਼ਰੀਆਂ ਭਰ ਕੇ ਦਸਾਂ ਪਾਤਸ਼ਾਹੀਆਂ ਜੀ ਦੀ ਪਾਵਨ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਰੂਪੀ ਗੋਦ ਪ੍ਰਾਪਤ ਕਰਕੇ
ਅੰਮ੍ਰਿਤ ਸਵਰੂਪ ਗੁਰਬਾਣੀ ਨੂੰ ਪੜ੍ਹ ਸਰਵਣ ਅਤੇ ਗਾਇਨ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰਨੇ ਦਾ ਯਤਨ ਕੀਤਾ ਹੈ। ਸਤਿਗੁਰੂ ਜੀ ਨੇ ਦਰੋਂ ਘਰੋਂ ਪਾਵਨ ਗੁਰਬਾਣੀ ਰਾਹੀਂ ਸ੍ਰੀ ਮੁਖਵਾਕ ਅਤੇ ਕੀਰਤਨ ਰਾਹੀਂ ਸਭਨਾਂ ਦੇ ਉੱਪਰ ਅੰਮ੍ਰਿਤ ਉਪਦੇਸ਼ ਦੀ ਅੰਮ੍ਰਿਤ ਵਰਖਾ ਕਰਕੇ ਸਭਨਾਂ ਨੂੰ ਨਿਹਾਲ ਕਿਰਤਾਰਥ ਕਰਨਾ ਕੀਤਾ ਹੈ। ਆਤਮ ਆਨੰਦ ਦੇ ਬਖਸ਼ ਦੇ ਦਾਤੇ ਸਤਿਗੁਰੂ ਜੀ ਨੇ ਆਤਮ ਆਨੰਦ ਪ੍ਰੇਮ ਰਸ ਬਖਸ਼ ਕਰਕੇ ਕਿਰਤਾਰਥ ਕਰਿਆ ਹੈ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਸੱਚਖੰਡ ਦਰਬਾਰ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਹੁਣ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੁਆਰਾ ਹਰਿ ਜਸ ਸਰਵਣ ਕਰਨੇ ਦਾ। ਸਭ ਤੇ ਊਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੰਮ੍ਰਿਤ ਗੁਰਬਾਣੀ ਦੁਆਰਾ ਜਿਵੇਂ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ, ਅੰਮ੍ਰਿਤ ਗੁਰਬਾਣੀ ਦੇ ਉਪਦੇਸ਼ ਦੇ ਨਾਲ ਜੋ ਦੁਸਹਿਰੇ ਦੇ ਦਿਹਾੜੇ ਨੂੰ ਸਮਰਪਿਤ ਸ਼ਾਸਤਰ ਪੂਜਨ ਨੂੰ ਲੈ ਕਰਕੇ ਇਸੇ ਪ੍ਰਕਾਰ ਯੁੱਧਮਈ ਸਤਿਗੁਰੂ ਜੀ ਦੀ ਵੀਰ ਰਸੀ ਬਾਣੀ ਦੇ ਚਾਪ ਚੱਲ ਰਹੇ ਨੇ। ਤਿੰਨਾਂ ਦੇ ਪ੍ਰਥਾਏ ਤੇ ਸ਼ਾਸਤਰਾਂ ਦੀ ਉਸਤਤ ਦੇ ਵਜੋਂ ਜੋ ਪ੍ਰਕਰਨ ਚੱਲ ਰਿਹਾ ਹੈ, ਤਿਸ ਦੇ ਦੁਆਰਾ ਵੀ ਸਤਿਗੁਰੂ ਜੀ ਦੇ ਚਰਨਾਂ ਵਿਖੇ ਹਾਜ਼ਰੀਆਂ ਭਰਨੀਆਂ ਨੇ। ਗਰੀਬ ਨਿਵਾਜ ਸਤਿਗੁਰੂ ਜੀ ਦੇ ਬਚਨਾਂ ਨੂੰ ਚੇਤੇ ਕਰ ਲੈਣਾ ਕਰੀਏ। ਆਸ ਕਿਰਪਾਨ ਖੰਡੋ ਖੜਗ, ਤੁਪਕ ਤਬਰ ਅਰ ਤੀਰ, ਸੈਫ ਸਰੋਹੀ ਸਹਿਥੀ ਯਹ ਹਮਾਰਾ ਪੀਰ। ਤੀਰ ਤੁਹੀ ਸਹਿਥੀ ਤੁਹੀ, ਤੁਹੀ ਤਬਰ ਤਰਵਾਰ, ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ। ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਭਿਯੰ ਨਮਸਕਾਰ ਤੇਯੰ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਆਪਣੀ ਕੌਮ ਨੂੰ, ਕੁੱਲ ਖਾਲਸਾ ਪੰਥ ਨੂੰ, ਆਪਣੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਤੇ ਗਊ ਗਰੀਬ ਮਜ਼ਲੂਮਾਂ ਦੀ ਰਖਵਾਲੀ ਵਾਸਤੇ ਜਥੇਬੰਦਕ ਰੂਪ ਦੇ ਅੰਦਰ ਇਕੱਤਰ ਕਰਕੇ ਸ਼ਸਤਰ ਧਾਰੀ ਕਰ ਦੇਣਾ ਕੀਤਾ ਹੈ। ਤੇ ਸਤਿਗੁਰੂ ਜੀ ਦੇ ਪਾਵਨ ਬਚਨ ਦੇ ਨਾਂ ਕਿ ਬਿਨਾ ਸ਼ਾਸਤਰ ਕੇ ਸੰਗ ਨਰੰਗ ਭੇਡ ਜਾਨੋ, ਗਹੇ ਕਾਨ ਤਾਕੋ ਕਿਤੈ ਲੈ ਸਿਧਾਨੋ। ਇਹ ਮੋਰ ਆਗਿਆ ਸੁਨੋ ਹੈ ਪਿਆਰੇ, ਬਿਨਾ ਸ਼ਾਸਤਰ ਕੇ ਸੰਗ ਦੇਵੋ ਨਾ ਦਿਦਾਰੇ। ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਪਾਵਨ ਸਹਿਸਕ੍ਰਿਤੀ ਦੀ ਗੁਰਬਾਣੀ ਦੇ ਅੰਦਰ ਫਰਮਾਨ ਕਰਨਾ ਕਰਦੇ ਨੇ। ਤਿਲਕ ਹੀਣੰ ਜਥਾ ਵਿਪਰਾ, ਅਮਰ ਹੀਣੰ ਜਥਾ ਰਾਜਨ ਹੈ। ਆਵਦ ਹੀਣੰ ਜਥਾ ਸੂਰਾ, ਨਾਨਕ ਧਰਮ ਹੀਣੰ ਜਥਾ ਵੈਸ਼ਨਵ ਹੈ। ਤਿੰਨ ਪ੍ਰਮਾਣ ਦੇ ਕਰਕੇ ਵੈਸ਼ਨਵ ਦੀ ਪਰਿਭਾਸ਼ਾ ਦੱਸਦੇ ਨੇ। ਵੈਸ਼ਨਵ ਪ੍ਰਮਾਤਮਾ ਜੀ ਦਾ ਸਾਧੂ ਬੰਦਗੀ ਵਾਲਾ ਜਿਹੜਾ ਨਾ, ਉਹ ਬੰਦਗੀ ਤੋਂ ਬਿਨਾਂ ਨਿਸਫਲ ਹੈ। ਤੇ ਪਹਿਲਾਂ ਤਿੰਨ ਪ੍ਰਮਾਣ ਦੇਣਾ ਕੀਤੇ ਨੇ। ਤਿਲਕ ਹੀਣੰ ਜਥਾ ਵਿਪਰਾ, ਜਿਵੇਂ ਧਰਮ ਦੇ ਕਾਰਜ ਨੂੰ ਕਰਨ ਵਾਲਾ ਸ੍ਰੇਸ਼ਟ ਬ੍ਰਾਹਮਣ ਹੋਵੇ, ਇਸੇ ਪ੍ਰਕਾਰ ਧੋਤੀ ਨੇਤੀ ਨਿਓਲੀ ਕਰਮਾਂ ਨੂੰ ਕਰਨ ਵਾਲਾ, ਜਗ ਪੂਜਾ ਕਰਨ ਵਾਲਾ, ਹੋਮ ਨੇਮ ਕਰਨ ਵਾਲਾ ਹੋਵੇ, ਪਰ ਧਰਮ ਦਾ ਚਿੰਨ, ਧਰਮ ਦਾ ਨਿਸ਼ਾਨ ਮੱਥੇ ਤੇ ਹੋਵੇ ਹੀ ਨਾ। ਤੇ ਬ੍ਰਾਹਮਣ ਧਰਮ ਦੇ ਅੰਦਰ, ਹਿੰਦੂ ਧਰਮ ਦੇ ਅੰਦਰ ਤੇ ਇਸ ਬ੍ਰਾਹਮਣ ਨੂੰ ਬੜਾ ਨਿਖਿਧ ਮੰਨਿਆ ਜਾਂਦਾ ਹੈ। ਧਰਮ ਦਾ ਕਾਰਜ ਕਰਤਾ ਹੋਵੇ ਪਰ ਧਰਮ ਦਾ ਚਿੰਨ ਹੀ ਮੱਥੇ ਤੇ ਨਾ ਹੋਵੇ। ਜਿਵੇਂ ਤਿਲਕ ਦੇ ਨਿਸ਼ਾਨ ਤੋਂ ਹੀਣਾ ਜਿਹੜਾ ਬ੍ਰਾਹਮਣ ਹੈ ਉਹ ਨਿਸਫਲ ਹੈ। ਤਿਲਕ ਹੀਣੰ ਜਥਾ ਵਿਪਰਾ, ਅਮਰ ਹੀਣੰ ਜਥਾ ਰਾਜਨ ਹੈ। ਤੇ ਇਸੇ ਪ੍ਰਕਾਰ ਰਾਜਾ ਹੋਵੇ, ਮੈਦਾਨੇ ਜੰਗ ਦੇ ਅੰਦਰ ਭਾਂਜ ਖਾ ਚੁੱਕਾ ਹੋਵੇ, ਤਖਤ ਗਵਾ ਚੁੱਕਾ ਹੋਵੇ, ਹੁਕਮ ਨਾ ਚੱਲਦਾ ਹੋਵੇ, ਸੈਨਾ ਕੋਲ ਨਾ ਹੋਵੇ, ਲਸ਼ਕਰ ਕੋਲ ਨਾ ਹੋਵੇ, ਮਹਿਲਾਂ ਵਿੱਚ ਨਾ ਵਸਦਾ ਹੋਵੇ, ਖਜ਼ਾਨਿਆਂ ਦਾ ਮਾਲਕ ਨਾ ਹੋਵੇ, ਪੱਲੇ ਕੱਖ ਵੀ ਨਹੀਂ, ਹੁਣ ਹੁਕਮ ਨਹੀਂ ਚੱਲਦਾ। ਤੇ ਜਦੋਂ ਹੁਕਮ ਹੀ ਨਹੀਂ ਚੱਲਦਾ ਤੇ ਫਿਰ ਰਾਜਾ ਖਵਾਉਣਾ ਨਿਸਫਲ ਹੈ। ਹੁਕਮ ਤੋਂ ਬਿਨਾ, ਹੁਕਮ ਹਾਸਲ ਹੋਏ ਤੋਂ ਬਿਨਾ ਰਾਜਾ ਵਿਅਰਥ ਹੈ। ਆਵਦ ਹੀਣੰ ਜਥਾ ਸੂਰਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਸਰੀ ਉਦਾਹਰਣ ਦੇਣਾ ਕੀਤੀ ਹੈ। ਆਵਦ ਤੋਂ ਭਾਵ ਹੈ ਸ਼ਸਤਰ। ਸੂਰਮਾ ਚਾਹੇ ਕਿਤਨਾ ਵੀ ਤੀਰ ਅੰਦਾਜ਼ ਹੋਵੇ, ਕਿਤਨਾ ਲੜਾਕਾ ਹੋਵੇ, ਕਿਤਨਾ ਸ਼ਾਹ ਅਸਵਾਰ ਹੋਵੇ, ਪਰ ਤੀਰ ਕਮਾਨ ਹੀ ਕੋਲ ਨਹੀਂ, ਤੀਰ ਹੀ ਕੋਲ ਨਹੀਂ, ਕਾਨੀਆਂ ਹੀ ਕੋਲ ਨਹੀਂ, ਤੇਗ ਉਸਦੀ ਉਸਦੀ ਢਾਕ ਤੇ ਲਟਕਦੀ ਹੋਈ ਨਹੀਂ, ਘੋੜਾ ਉਸਦੇ ਕੋਲ ਹੀ ਨਹੀਂ। ਤੇ ਜਦੋਂ ਸ਼ਾਸਤਰਾਂ ਤੋਂ ਹੀਣਾ ਹੈ ਤੇ ਚਾਹੇ ਸੂਰਬੀਰ ਕਿੰਨਾ ਵੀ ਹੋਵੇ, ਸਾਹਿਬ ਬਚਨ ਕਰਨਾ ਕਰਦੇ ਨੇ, ਉਹ ਨਿਸਫਲ ਹੈ, ਨਿਕੰਮਾ ਹੈ। ਸੂਰਮੇ ਦੀ ਸੂਰਮ ਗਤੀ, ਸੂਰਬੀਰਤਾ ਸ਼ਾਸਤਰਾਂ ਦੇ ਨਾਲ ਹੈ। ਤੇ ਜੇ ਸ਼ਾਸਤਰਾਂ ਦਾ ਧਾਰਨ ਹੀ ਨਹੀਂ ਤੇ ਉਸਦਾ ਸੂਰਬੀਰ ਹੋਣਾ ਵਿਅਰਥ ਹੈ।
ਇਸ ਪ੍ਰਕਾਰ ਤਿੰਨ ਉਦਾਹਰਣਾਂ ਦੇ ਵਿੱਚੋਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਤੀਸਰੀ ਉਦਾਹਰਣ ਦੇਣਾ ਕੀਤੀ ਏ। ਸੂਰਮਾ ਉਹ ਸਫਲ ਹੈ ਜਿਹੜਾ ਸ਼ਸਤਰਧਾਰੀ ਹੋਵੇ, ਸਨੱਧਬੱਧ ਹੋਵੇ ਤੇ ਤਿਆਰ ਬਰ ਤਿਆਰ ਹੋਵੇ। ਇਸੇ ਪ੍ਰਕਾਰ ਜਿਹੜਾ ਵੈਸ਼ਨਵ ਆ ਉਹ ਧਰਮ ਕਰਕੇ ਸ਼ੋਭਦਾ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਸ੍ਰੀ ਸਾਹਿਬ ਦੇ ਧਾਰਨੀ ਸਨ। ਸ੍ਰੀ ਸਾਹਿਬ ਰੱਖਿਆ ਕਰਦੇ ਸਨ ਤੇ ਸ੍ਰੀ ਸਾਹਿਬ ਦੀ ਪਰਿਭਾਸ਼ਾ ਨੂੰ, ਸ਼ਾਸਤਰਾਂ ਦੀ ਪਰਿਭਾਸ਼ਾ ਨੂੰ ਗੁਰਸਿੱਖਾਂ ਦੇ ਅੰਦਰ ਪ੍ਰਗਟ ਕਰਨਾ ਕੀਤਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦੇ ਬਚਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਹੈ। ਗਗਨ ਦਬਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡਾ ਖੇਤ। ਸੂਰਬੀਰ ਉਹ ਹੈ ਜਦੋਂ ਦਮਾਮਾ ਵੱਜਦਾ ਹੈ, ਜਦੋਂ ਨਿਸ਼ਾਨ ਵੱਜਦੇ ਨੇ, ਜਦੋਂ ਧੌਂਸੇ ਵੱਜਦੇ ਨੇ, ਸਨੱਧਬੱਧ ਸੂਰਮਾ ਮੈਦਾਨੇ ਜੰਗ ਦੇ ਅੰਦਰ ਆ ਕਰਕੇ ਜੂਝਣਾ ਕਰੇ। ਧਰਮ ਦੀ ਰਖਵਾਲੀ ਹਿਤ, ਗਊ ਗਰੀਬ ਦੀ ਰੱਖਿਆ ਵਾਸਤੇ, ਗੁਰੂ ਘਰ ਦੀ ਮਰਿਆਦਾ ਆਨ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਸਰੀਰ ਦਾ ਟੁਕੜਾ ਟੁਕੜਾ ਹੋ ਕਰਕੇ ਕੱਟ ਮਰੇ, ਪੁਰਜਾ ਪੁਰਜਾ ਹੋ ਕਰਕੇ ਕੱਟ ਮਰੇ, ਪਰ ਮੈਦਾਨੇ ਜੰਗ ਦੇ ਅੰਦਰ ਪਿੱਠ ਨਾ ਦਿਖਾਵਣਾ ਕਰੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਸੂਰਬੀਰਤਾ ਦੇ ਪ੍ਰਵਚਨ ਫਰਮਾ ਕਰਕੇ ਆਪਣੀ ਕੌਮ ਨੂੰ, ਜੋ ਕੌਮਨ ਸਿਰ ਕੌਮਾ ਹੈ ਖਾਲਸਾ ਪੰਥ ਨੂੰ, ਸੂਰਬੀਰਤਾ ਵਾਲਾ ਧਰਮ, ਯੋਧਿਆਂ ਵਾਲਾ ਧਰਮ, ਅਣਖੀਲਿਆਂ ਵਾਲਾ ਧਰਮ, ਅਣਖੀਆਂ ਵਾਲਾ ਧਰਮ ਬਖਸ਼ਿਸ਼ ਕਰਨਾ ਕੀਤਾ ਹੈ। ਤੇ ਸੰਸਾਰ ਦੇ ਅੰਦਰ ਸਵੈਮਾਨ ਦੇ ਅਨੁਸਾਰ ਧਰਮ ਦੀ ਰਖਵਾਲੀ ਕਰਦਿਆਂ ਹੋਇਆਂ, ਧਰਮ ਨੂੰ ਨਿਭਾਉਂਦਿਆਂ ਹੋਇਆਂ ਸ਼ਾਨਮਈ ਜੀਵਨ ਬਖਸ਼ਿਸ਼ ਕਰਨਾ ਕੀਤਾ ਹੈ। ਤੇ ਪਿਛਲੇ ਦੀਵਾਨਾਂ ਦੇ ਅੰਦਰ, ਪਹਿਲੇ ਦੀਵਾਨਾਂ ਦੇ ਅੰਦਰ ਸਰਵਣ ਕਰ ਆਏ ਆ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਘਰ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਿਸ਼ਾਨ ਸਾਹਿਬਾਂ ਦੇ ਉੱਪਰ ਵੀ ਸ਼ਾਸਤਰਾਂ ਦੇ ਨਿਸ਼ਾਨ, ਤੇ ਅਕਾਲ ਪੁਰਖ ਵਾਹਿਗੁਰੂ ਆਪ ਜੀ ਵੀ ਆਪ ਵੀ ਜਪੇ ਹੋ ਸਾਰਿੰਗ ਪਾਣੀ, ਤੀਰ ਕਮਾਨ ਦੇ ਧਾਰਣੀ ਨੇ, ਸ਼ਸਤਰ ਦੇ ਧਾਰਣੀ ਨੇ, ਸਰਗੁਣ ਸਭ ਰੂਪ ਧਾਰਨ ਕਰਕੇ ਆਏ ਨੇ। ਤੇ ਦਸਾਂ ਹੀ ਜਾਮਿਆਂ ਦੇ ਅੰਦਰ ਸਮੇਂ ਸਮੇਂ ਦੇ ਮੁਤਾਬਕ ਅੰਦਰ ਸ਼ਾਸਤਰ ਧਾਰਨ ਕਰਦੇ ਰਹੇ। ਤੇ 10ਵੇਂ ਜਾਮੇ ਦੇ ਅੰਦਰ ਖਾਲਸਾ ਪੰਥ ਦੀ ਸਿਰਜਣਾ ਕਰਕੇ ਆਪਣੀ ਕੌਮ ਨੂੰ ਜਥੇਬੰਦਕ ਰੂਪ ਦੇ ਅੰਦਰ ਇਕੱਤਰ ਕਰਕੇ ਸ਼ਸਤਰ ਧਾਰੀ ਸਨੱਧਬੱਧ ਖਾਲਸਾ ਬਣਾ ਦੇਣਾ ਕੀਤਾ ਹੈ। ਇਸੇ ਪ੍ਰਕਾਰ ਕੱਲ ਦੇ ਦੀਵਾਨ ਅੰਦਰ ਵਿਚਾਰ ਸਰਵਣ ਕੀਤੀ ਸੀ। ਪਾਉਂਟਾ ਸਾਹਿਬ ਜੀ ਦੇ ਅਸਥਾਨ ਤੇ ਜਮਨਾ ਦੇ ਕਿਨਾਰੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 52 ਕਵੀ ਆਪਣੇ ਪਾਸ ਰੱਖੇ ਤੇ ਗਰੀਬ ਨਿਵਾਜ ਸਾਹਿਬ ਜੀ ਆਪ ਕਵੀ ਰਾਜ ਨੇ, ਕਵੀਆਂ ਦੇ ਰਾਜੇ ਨੇ। ਤੇ ਜਿੱਥੇ ਉਹਨਾਂ 52 ਕਵੀਆਂ ਦੇ ਪਾਸੋਂ ਸਾਹਿਤ ਲਿਖਵਾਵਣਾ ਕੀਤਾ ਹੈ, ਉਹਨਾਂ ਨੇ ਕਵਿਤਾ ਨੂੰ ਰਚਨਾ ਕੀਤਾ ਹੈ, ਪੁਰਾਤਨ ਸਾਹਿਤ ਅਤੇ ਗ੍ਰੰਥਾਂ ਦੇ ਤਰਜਮੇ ਕੀਤੇ ਨੇ, ਉਲੱਥੇ ਕੀਤੇ ਨੇ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਸਾਹਿਤ ਰਚਿਆ ਹੈ, ਪਾਵਨ ਅੰਮ੍ਰਿਤਮਈ ਗੁਰਬਾਣੀ ਰਚੀ ਹੈ। ਜਾਪ ਸਾਹਿਬ ਜੀ ਦੀ ਬਾਣੀ ਵੀ ਪਾਉਂਟਾ ਸਾਹਿਬ ਜੀ ਦੀ ਧਰਤੀ ਦੇ ਉੱਪਰ ਰਚੀ ਹੈ। ਚੰਡੀ ਦੀ ਵਾਰ, ਚੰਡੀ ਚਰਿੱਤਰ, ਸਕੰਦ ਪੁਰਾਣ ਦੇ ਇਸੇ ਪ੍ਰਕਾਰ ਉਲੱਥੇ। ਸੋ ਹੋਰ ਵੀ ਜਿਹੜੇ ਪੁਰਾਣ ਨੇ, ਵੇਦ ਨੇ, ਸ਼ਾਸਤਰ ਨੇ, ਉਹਨਾਂ ਦੇ ਤਰਜਮੇ ਸੂਖਸ਼ਮ ਸਰੂਪ ਦੇ ਅੰਦਰ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਕਰਨਾ ਕੀਤੇ ਨੇ। ਤੇ ਇਹਨਾਂ ਸਭਨਾਂ ਦਾ ਜੋ ਮੇਨ ਸਿਧਾਂਤ ਹੈ, ਦਸਮ ਕਥਾ ਭਗਉਤ ਕੀ ਭਾਖਾ ਕਰੀ ਬਨਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁੱਧ ਕਹਿ ਚਾਏ। ਸਿੱਖਾਂ ਦੇ ਅੰਦਰ ਧਰਮ ਜੁੱਧ ਦੀ ਪ੍ਰਪਾਟੀ ਨੂੰ ਪ੍ਰਚਲਿਤ ਕਰਨ ਵਾਸਤੇ, ਪ੍ਰਗਟ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੀਰ ਰਸੀ ਬਾਣੀ ਨੂੰ ਉਚਾਰਨਾ ਕੀਤਾ ਹੈ। ਤੇ ਸਾਧ ਸੰਗਤ ਜੀ ਚੰਡੀ ਚਰਿੱਤਰ ਉਚਾਰਨਾ ਕੀਤੇ ਨੇ। ਤੇ ਜੋ ਚੰਡੀ ਚਰਿੱਤਰ ਕਲਗੀਧਰ ਸਾਹਿਬ ਜੀ ਨੇ ਉਚਾਰਨਾ ਕੀਤੇ ਨੇ, ਉਹਨਾਂ ਦਾ ਜੋ ਮੂਲ ਸਿਧਾਂਤ ਹੈ ਸੂਖਸ਼ਮ ਰੂਪ ਦੇ ਅੰਦਰ 55 ਪੌੜੀਆਂ ਰਚ ਕੇ ਭਗਉਤੀ ਜੀ ਕੀ ਵਾਰ ਦੇ ਵਿੱਚ ਲਿਖ ਦੇਣਾ ਕੀਤਾ ਹੈ, ਜਿਸ ਨੂੰ ਅੱਜ ਸਾਰਾ ਸਿੱਖ ਪੰਥ ਚੰਡੀ ਦੀ ਵਾਰ ਦੇ ਨਾਮ ਨਾਲ ਜਾਣਨਾ ਕਰਦਾ ਹੈ। ਚੰਡੀ ਦੀ ਵਾਰ ਰਚੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਮਨੋਰਥ ਰੱਖਿਆ ਹੈ, ਐਸੀ ਸੂਰਬੀਰਤਾ ਵਾਲੀ ਬਾਣੀ ਜਿਸ ਨੂੰ ਪੜ੍ਹ ਕਰਕੇ ਖੂਨ ਖੌਲ ਉੱਠੇ, ਕਾਇਰ ਵੀ ਸੂਰਬੀਰ ਬਣ ਜਾਣ, ਹਿਰਦੇ ਦੇ ਵਿੱਚੋਂ ਡਰ ਜੋ ਹੈ ਅਭਾਵ ਹੋ ਜਾਵੇ, ਮਿਟ ਜਾਵੇ, ਨਿਰਭੈਤਾ ਆ ਜਾਵੇ। ਚੜ੍ਹਦੀ ਕਲਾ ਦਾ ਪ੍ਰਤੀਕ ਖਾਲਸਾ ਤਨ ਕਰਕੇ ਮਨ ਕਰਕੇ ਸਦਾ ਚੜ੍ਹਦੀ ਕਲਾ ਦੇ ਅੰਦਰ ਰਹੇ। 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਣ ਨੂੰ ਪੂਰਾ ਕਰਨਾ ਹੈ। ਇਸ ਕਰਕੇ ਬੀਰ ਰਸੀ ਬਾਣੀ ਆਪਣੇ ਖਾਲਸਾ ਪੰਥ ਦੀ ਝੋਲੀ ਦੇ ਵਿੱਚ ਪਾਵਣਾ ਕੀਤੀ ਹੈ। ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਤ੍ਰੇਤੇ ਯੁੱਗ ਦੇ ਵਿੱਚ
ਦੇਵੀ ਦਾ ਤੇ ਦੈਂਤਾਂ ਦਾ ਯੁੱਧ ਹੋਇਆ ਵੱਡਾ ਭਾਰੀ, ਉਸ ਦਾ ਵਿਸਥਾਰ ਚੰਡੀ ਚਰਿਤਰਾਂ ਦੇ ਅੰਦਰ ਤੇ ਇਸੇ ਪ੍ਰਕਾਰ ਉਸ ਦਾ ਸਾਰ ਚੰਡੀ ਦੀ ਵਾਰ ਦੇ ਅੰਦਰ ਲਿਖਣਾ ਕੀਤਾ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਸਿਧਾਂਤ ਹੈ ਸਤਿਗੁਰੂ ਕਲਗੀਧਰ ਸਾਹਿਬਾਨ ਜੀ ਦੇ ਸਮੇਤ ਦਸਾਂ ਹੀ ਸਤਿਗੁਰਾਂ ਦਾ। ਜਦੋਂ ਵੀ ਕੋਈ ਉਪਦੇਸ਼ ਬਖਸ਼ਿਸ਼ ਕਰਦੇ ਨੇ, ਜਦੋਂ ਵੀ ਕੋਈ ਨਵਾਂ ਪ੍ਰਕਰਨ ਆਰੰਭ ਕਰਦੇ ਨੇ, ਕਿਸੇ ਨਵੀਂ ਬਾਣੀ ਦੀ ਰਚਨਾ ਕਰਦੇ ਨੇ, ਪਹਿਲਾਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਰਦੇ ਨੇ, ਪਹਿਲਾਂ ਪਰਮਾਤਮਾ ਜੀ ਦਾ ਜਸ ਕਰਦੇ ਨੇ। ਇਸ ਸਿਧਾਂਤ ਨੂੰ ਇਤਨੀ ਪਰਪੱਕਤਾ ਦੇ ਨਾਲ ਧਾਰਨ ਕੀਤਾ ਹੈ। ਜੇਕਰ ਜ਼ਫਰਨਾਮਾ ਜਿੱਤ ਦੀ ਚਿੱਠੀ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਸਤਿਗੁਰੂ ਕਲਗੀਧਰ ਸਾਹਿਬ ਜੀ ਲਿਖ ਕੇ ਭੇਜਦੇ ਨੇ ਨਾ, ਤੇ ਪਹਿਲਾਂ ਤਾਂ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਲਿਖਦੇ ਨੇ, ਫਿਰ ਅਗਲਾ ਪ੍ਰਕਰਨ ਪ੍ਰਾਰੰਭ ਕਰਦੇ ਨੇ। ਇਸੇ ਪ੍ਰਕਾਰ ਚੰਡੀ ਦੀ ਵਾਰ ਜੋ ਪੁਰਾਤਨ ਸਮੇਂ ਦੇ ਅੰਦਰ ਗੁਰਸਿੱਖਾਂ ਦੇ ਨਿਤਨੇਮ ਦਾ ਹਿੱਸਾ ਸੀ, ਬਹੁਤ ਸਾਰੇ ਸੂਰਬੀਰ ਬਹਾਦਰ ਯੋਧੇ ਆਪਣੇ ਕਮਰ ਕੱਸੇ ਕਹਿ ਲਈਏ ਆਪਣੇ ਖਜ਼ਾਨੇ ਦੇ ਅੰਦਰ ਸ੍ਰੀ 10 ਗ੍ਰੰਥੀ ਪੋਥੀ ਰੱਖਿਆ ਕਰਦੇ, ਤੇ ਨਿਤਾ ਪ੍ਰਤੀ ਜਿਵੇਂ 5 ਗ੍ਰੰਥੀ ਦਾ ਪਾਠ ਕਰਿਆ ਕਰਦੇ, ਸੁੰਦਰ ਗੁਟਕਾ ਸਾਹਿਬ ਜੀ ਦਾ ਪਾਠ ਕਰਿਆ ਕਰਦੇ, ਐਵੇਂ ਹੀ ਸਤਿਗੁਰੂ ਕਲਗੀਧਰ ਸਾਹਿਬ ਜੀ ਦੀ ਬਾਣੀ ਦਾ ਚੰਡੀ ਦੀ ਵਾਰ ਦੇ ਸਮੇਤ ਨਿਤਾ ਪ੍ਰਤੀ ਪਾਠ ਕਰਿਆ ਕਰਦੇ ਸਨ। ਇਤਿਹਾਸ ਵਿੱਚ ਐਸੇ ਬਹੁਤ ਸਾਰੇ ਸੂਰਬੀਰ ਯੋਧੇ ਬਹਾਦਰਾਂ ਦਾ ਜ਼ਿਕਰ ਹੈ ਜਿਹੜੇ 10 ਗ੍ਰੰਥੀ ਆਪਣੇ ਕਮਰ ਕਸੇ ਭਾਵ ਸਦਾ ਖਜ਼ਾਨੇ ਦੇ ਅੰਦਰ ਧਾਰਨ ਕਰਕੇ ਰੱਖਿਆ ਕਰਦੇ ਸਨ। ਐਸਾ ਗੁਰਸਿੱਖਾਂ ਦਾ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਪਿਆਰ ਆਦਿ ਸਮੇਂ ਤੋਂ ਰਿਹਾ ਹੈ, ਤੇ ਅੱਜ ਵੀ ਮੌਜੂਦਾ ਸਮੇਂ ਦੇ ਅੰਦਰ ਸਤਿਗੁਰੂ ਜੀ ਦੇ ਪਿਆਰ ਵਾਲੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਬਾਣੀਆਂ ਜਿੱਥੇ ਜਾਪ ਸਾਹਿਬ ਨੂੰ ਪੜ੍ਹਦੇ ਨੇ, ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ ਦਾ ਪਾਠ ਕਰਦੇ ਨੇ, ਉਥੇ ਗਿਆਨ ਪ੍ਰਬੋਧ, ਇਸੇ ਪ੍ਰਕਾਰ ਖਾਲਸਾ ਮਹਿਮਾ, ਸ੍ਰੀ 10 ਗ੍ਰੰਥ ਸਾਹਿਬ ਜੀ ਦੀ ਬਾਣੀ, ਸ੍ਰੀ ਸਰਬਲੋਹ ਗ੍ਰੰਥ ਦੀ ਬਾਣੀ ਦਾ ਪਾਠ ਨਿਤਾ ਪ੍ਰਤੀ ਕਰਿਆ ਕਰਦੇ ਨੇ। ਇਹਨਾਂ ਬਾਣੀਆਂ ਦੇ ਅੰਦਰ ਅਕਾਲ ਉਸਤਤ ਦੇ ਸਮੇਤ ਚੰਡੀ ਚਰਿੱਤਰ ਤੇ ਚੰਡੀ ਦੀ ਵਾਰ ਸ਼ਾਮਲ ਹੈ। ਪੁਰਾਤਨ ਸਮੇਂ ਦੇ ਅੰਦਰ ਵੀ ਗੁਰਸਿੱਖ ਪਾਠ ਕਰਿਆ ਕਰਦੇ ਰੋਜ਼ਾਨਾ ਦੇ ਨਿਤਨੇਮ ਦੇ ਅਨੁਸਾਰ, ਤੇ ਅੱਜ ਵੀ ਬੇਅੰਤ ਗੁਰਸਿੱਖ ਪਾਠ ਕਰਦੇ ਨੇ। ਸੋ ਪੰਛੀ ਝਾਤ ਸਤਿਗੁਰੂ ਜੀ ਦੀ ਇਸ ਪਾਵਨ ਰਚਨਾ ਦੇ ਉੱਪਰ ਅੱਜ ਮਾਰਨਾ ਕਰਾਂਗੇ। ਗਰੀਬ ਨਿਵਾਜ ਸਾਹਿਬ ਜੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਪਹਿਲਾਂ ਵਾਹਿਗੁਰੂ ਜੀ ਦਾ ਜਸ ਕਰਦੇ ਨੇ। ਸੋ ਭਗਉਤੀ ਜੀ ਕੀ ਵਾਰ ਆਪ ਜੀ ਨੇ ਲਿਖਣਾ ਕੀਤੀ ਹੈ। ਇੱਥੇ ਬੇਨਤੀ ਕਰਾਂ, ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਵਾਰ ਸ੍ਰੀ ਭਗਉਤੀ ਜੀ ਕੀ, ਜਦੋਂ ਵਾਰ ਸ੍ਰੀ ਭਗਉਤੀ ਜੀ ਕੀ ਲਿਖਣਾ ਕੀਤਾ ਹੈ, ਇਸ ਦਾ ਭਾਵ ਆਦਿ ਸ਼ਕਤੀ ਹੈ, ਜਿਸ ਦਾ ਉਲੇਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀਆਂ ਅਗਲੀਆਂ ਪੌੜੀਆਂ ਦੇ ਵਿੱਚ ਮਿਲ ਜਾਵੇਗਾ। ਸਭ ਤੋਂ ਪਹਿਲਾਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਓਟ ਲੈਣਾ ਕੀਤੀ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਵਾਹਿਗੁਰੂ ਜੀ ਦੀ ਸਦਾ ਜਿੱਤ ਹੈ। ਸੋ ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਹਿਲਾਂ ਧਿਆ ਕਰਕੇ ਆਰਾਧ ਕਰਕੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਰੰਭਤਾ ਕੀਤੀ ਹੈ। ਪ੍ਰਥਮ ਭਗਉਤੀ ਸਿਮਰ ਕੈ। ਸਾਧ ਸੰਗਤ ਜੀ, ਭਗਉਤੀ ਦੇ ਬੇਅੰਤ ਅਰਥਾਂ ਦੇ ਵਿੱਚੋਂ 3 ਅਰਥਾਂ ਨੂੰ ਅਸੀਂ ਲੈਣਾ ਕਰਾਂਗੇ। ਭਗਉਤੀ ਦਾ ਇੱਕ ਅਰਥ ਹੈ ਆਦਿ ਸ਼ਕਤੀ, ਭਗਉਤੀ ਦਾ ਦੂਸਰਾ ਅਰਥ ਹੈ ਸ੍ਰੀ ਸਾਹਿਬ ਕਿਰਪਾਨ, ਤੇ ਭਗਉਤੀ ਦਾ ਤੀਸਰਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ। ਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਸਿਧਾਂਤ ਹੈ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਨੂੰ ਯਾਦ ਕਰਦੇ ਨੇ। ਹੁਣ ਆਪਣੇ ਤੋਂ ਪਹਿਲਾਂ ਆਦਿ 9 ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਰਾਧਨਾ ਕਰਨ ਲੱਗੇ ਨੇ। ਗੁਰ ਪਰਮੇਸ਼ਰ ਜੀ ਦੀ ਆਰਾਧਨਾ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਪਰਮ ਪਿਤਾ ਪਰਮੇਸ਼ਰ ਜੀ ਦੀ ਆਰਾਧਨਾ ਹੈ, ਪਾਰ ਬ੍ਰਹਮ ਪਰਮੇਸ਼ਰ ਜੀ ਦੀ ਆਰਾਧਨਾ ਹੈ। ਪ੍ਰਥਮ ਭਗਉਤੀ ਸਿਮਰ ਕੈ। ਜਿਵੇਂ ਭਗਉਤੀ ਭਗਵੰਤ ਭਗਤ ਕਾ ਰੰਗ, ਉੱਥੇ ਭਗਉਤੀ ਦਾ ਅਰਥ ਭਗਤ ਵੀ ਹੈ, ਭਗਉਤੀ ਦਾ ਅਰਥ ਸ੍ਰੀ ਸਾਹਿਬ ਵੀ ਹੈ, ਭਗਉਤੀ ਦਾ ਅਰਥ ਆਦਿ ਸ਼ਕਤੀ ਵੀ ਹੈ, ਭਗਉਤੀ ਦਾ ਅਰਥ ਦੁਰਗਾ ਦੇਵੀ ਵੀ ਹੈ। ਪਰ ਜਥਾ ਪ੍ਰਕਰਣੰ ਤਥਾ ਅਰਥੰ, ਪਹਿਲਾਂ ਪਾਰ ਬ੍ਰਹਮ ਪਰਮੇਸ਼ਰ ਜੀ ਦੀ ਆਰਾਧਨਾ। ਸਭ ਤੋਂ ਪਹਿਲਾਂ ਨਿਰੰਕਾਰ ਜੀ ਨੂੰ, ਭਗਉਤੀ ਪਰਮਾਤਮਾ ਜੀ ਨੂੰ ਅਸੀਂ ਆਰਾਧਦੇ ਹਾਂ, ਯਾਦ ਕਰਦੇ ਹਾਂ, ਧਿਆਉਂਦੇ ਹਾਂ। ਪ੍ਰਥਮ ਭਗਉਤੀ ਸਿਮਰ ਕੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰ ਕਰਕੇ ਯਾਦ ਕਰਕੇ ਗੁਰੂ ਨਾਨਕ ਲਈ ਧਿਆਏ। ਫਿਰ ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਧਿਆ ਲੈਣਾ ਕਰਦੇ ਹਾਂ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ। ਫਿਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਆਰਾਧ ਕਰਕੇ ਬੇਨਤੀ ਕਰਦੇ ਹਾਂ, ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਸਾਡੀ ਸਹਾਇਤਾ ਕਰਨਾ ਕਰੋ।
ਅਰਜਨ ਹਰ ਗੋਬਿੰਦਨੋ ਸਿਮਰਾਓ ਸ੍ਰੀ ਹਰਿ ਰਾਏ। ਫਿਰ ਅਸੀਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰਦੇ ਹਾਂ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿਮਰਨ ਕਰਦੇ ਹਾਂ, ਤੇ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਮ ਨੂੰ ਸਿਮਰਦੇ ਹਾਂ, ਆਰਾਧਦੇ ਹਾਂ, ਧਿਆਉਂਦਾ ਕਰਦੇ ਹਾਂ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਫਿਰ ਅਸੀਂ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਧਿਆਉਣਾ ਕਰਦੇ ਹਾਂ, ਜਿਨ੍ਹਾਂ ਦੇ ਪਾਵਨ ਦੀਦਾਰ ਦੀ ਝਲਕ ਮਾਤਰ ਦੇ ਨਾਲ ਸਾਰੇ ਦੁੱਖ ਟੁੱਟ ਜਾਂਦੇ ਨੇ, ਵਿਘਨਾਂ ਦਾ ਨਾਸ਼ ਹੋ ਜਾਂਦਾ ਹੈ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਪੁਨ੍ਹਾ ਅਸੀਂ ਸਿਮਰਨਾ ਕਰਦੇ ਹਾਂ, ਜਿਨ੍ਹਾਂ ਦਾ ਨਾਮ ਲੈਣ ਦੇ ਨਾਲ 9 ਨਿਧੀਆਂ ਘਰ ਦੇ ਵਿੱਚ ਦੌੜਦੀਆਂ ਹੋਈਆਂ ਭੱਜਦੀਆਂ ਹੋਈਆਂ ਆ ਕੇ ਪ੍ਰਵੇਸ਼ ਕਰ ਜਾਂਦੀਆਂ ਨੇ। ਸਾਰੀਆਂ ਬਰਕਤਾਂ ਘਰ ਦੇ ਵਿੱਚ ਦੌੜ ਕਰਕੇ ਆ ਜਾਂਦੀਆਂ ਨੇ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਿਆਰ ਦੇ ਨਾਲ ਨਾਮ ਲੈਣ ਦੇ ਨਾਲ ਵੀ ਘਰ ਨੌ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ। ਜਿਹੜੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਦੇ ਸਭ ਜਗ੍ਹਾ ਤੇ ਸਹਾਇਕ ਬਣ ਕਰਕੇ ਸਹਾਇਤਾ ਕਰਦੇ ਨੇ। ਜੇ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਡੁੱਬਦਾ ਹੈ ਤੇ ਸਮੁੰਦਰ ਦੇ ਵਿੱਚੋਂ ਵੀ ਮੋਢਾ ਦੇ ਕਰਕੇ ਜਹਾਜ਼ ਨੂੰ ਜਾ ਬੰਨੇ ਲਾਉਂਦੇ ਨੇ, ਐਸੇ ਸਤਿਗੁਰੂ ਜੀ ਲੋਕ ਪਰਲੋਕ ਦੇ ਵਿੱਚ ਸਭ ਸਿੱਖਾਂ ਦੇ ਸਹਾਇਕ ਨੇ। ਐਸੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਸੀਂ ਯਾਦ ਕਰਦੇ ਹਾਂ। ਇਸ ਪ੍ਰਕਾਰ ਪਹਿਲਾਂ ਗੁਰ ਪਰਮੇਸ਼ਰ ਜੀ, ਪਹਿਲਾਂ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ, ਫਿਰ ਗੁਰ ਪਰਮੇਸ਼ਰ ਜੀ ਦੇ ਨਾਮ ਨੂੰ ਸਿਮਰਨ ਕਰਕੇ ਅੱਗੇ ਫਿਰ ਆਦਿ ਸ਼ਕਤੀ ਦੀ ਜਿਹੜੀ ਵਾਰ ਹੈ ਪ੍ਰਾਰੰਭ ਕਰਦੇ ਨੇ ਸਤਿਗੁਰੂ ਜੀ। ਤੇ ਸਾਧ ਸੰਗਤ ਜੀ, ਇਹੋ ਹੀ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਅੱਜ ਸਾਡੇ ਖਾਲਸਾ ਪੰਥ ਦੀ ਅਰਦਾਸ, ਜੋ ਪੰਥਕ ਅਰਦਾਸ ਹੈ, ਉਸ ਦੀ ਸ਼ੁਰੂਆਤ ਦੀ ਪਹਿਲੀ ਪੌੜੀ ਹੈ। ਰਹੋ ਵਿਚਾਰ। ਅੱਗੇ ਗਰੀਬ ਨਿਵਾਜ ਸਾਹਿਬ ਜੀ ਕਥਨ ਕਰਨਾ ਕਰਦੇ ਨੇ, ਪੌੜੀ ਖੰਡਾ ਪ੍ਰਿਥਮੈ ਸਾਜਕੈ ਜਿਨ ਸਭ ਸਹਿ ਸਾਰ ਉਪਾਇਆ। ਤੇ ਖੰਡਾ ਦਾ ਅਰਥ ਹੋਇਆ ਕਰਦਾ ਦੋ ਧਾਰੀ ਖੜਗ, ਖੰਡ ਖੰਡ ਕਰ ਦੇਣ ਵਾਲਾ, ਦੁਸ਼ਮਣਾਂ ਨੂੰ ਟੁਕੜੇ ਟੁਕੜੇ ਕਰ ਦੇਣ ਵਾਲਾ, ਵੰਡ ਦੇਣ ਵਾਲਾ, ਉਸ ਖੜਗ ਨੂੰ ਕਹਿਣਾ ਕਰੀਏ ਖੰਡਾ। ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਖੰਡਾ ਕਿਹੜਾ ਹੈ? ਮਾਇਆ ਜੀ। ਮਾਇਆ ਦੇ ਦੋ ਮੁਖ ਕਿਹੜੇ ਨੇ? ਪੈਦਾ ਕਰਨਾ ਤੇ ਮਾਰ ਦੇਣਾ। ਜੰਮਣ ਅਤੇ ਮਰਨ ਇਹ ਮਾਇਆ ਦੇ ਦੋ ਮੁਖ ਨੇ, ਦੋ ਧਾਰਾਂ ਨੇ। ਇਹ ਮਾਇਆ ਰੂਪੀ ਖੜਗ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਪਹਿਲਾਂ ਪ੍ਰਗਟ ਕਰਨਾ ਕੀਤਾ ਹੈ। ਆਪੀ ਨੇ ਆਪ ਸਾਜਿਓ, ਪਹਿਲਾਂ ਆਪਣੇ ਆਪ ਨੂੰ ਸਾਜਣਾ ਕੀਤਾ ਹੈ, ਫਿਰ ਆਪਣੇ ਆਪ ਤੋਂ ਮਾਇਆ ਨੂੰ ਪ੍ਰਗਟ ਕਰਨਾ ਕੀਤਾ ਹੈ। ਦੋਹੀ ਕੁਦਰਤ ਸਾਜੀਐ ਕਰ ਆਸਨੇ ਡਿਠੋ ਚਾਓ। ਦੂਜੀ ਮਾਇਆ ਦੁਆਰਾ ਕੁਦਰਤ ਨੂੰ ਸਾਜ ਕਰਕੇ ਪ੍ਰਮਾਤਮਾ ਜੀ ਸਭਨਾਂ ਦੇ ਹਿਰਦੇ ਦੇ ਅੰਦਰ ਆਸਣ ਦੇ ਸਹਿਤ ਹੋ ਕਰਕੇ ਬੈਠੇ ਉਤਸ਼ਾਹ ਪੂਰਵਕ ਆਪਣੀ ਸ੍ਰਿਸ਼ਟੀ ਨੂੰ ਦੇਖ ਰਹੇ ਨੇ। ਸੋ ਪ੍ਰਮਾਤਮਾ ਜੀ ਨੇ ਸਭ ਤੋਂ ਪਹਿਲਾਂ ਖੰਡਾ ਪ੍ਰਿਥਮੈ ਸਾਜਕੈ, ਦੋ ਮੂੰਹਾਂ ਵਾਲੀ, ਸੰਸਾਰ ਨੂੰ ਜਨਮ ਤੇ ਮਰਨ ਦੇਣ ਵਾਲੀ ਮਾਇਆ ਨੂੰ ਸਾਜਣਾ ਕੀਤਾ ਹੈ। ਜਿਨ ਸਭ ਸਹਿ ਸਾਰ ਉਪਾਇਆ, ਤੇ ਮਾਇਆ ਨੂੰ ਸਬਲ ਕਰਕੇ ਸਹਿਤ ਸ਼ਕਤੀ ਦੇ ਕਰਕੇ ਪ੍ਰਮਾਤਮਾ ਜੀ ਨੇ ਸਾਰੇ ਸੰਸਾਰ ਨੂੰ ਉਪਾਇਆ ਪੈਦਾ ਕਰ ਦਿੱਤਾ ਹੈ। ਸੋ ਖੰਡਾ ਪ੍ਰਿਥਮੈ ਸਾਜਕੈ ਜਿਨ ਸਭ ਸਹਿ ਸਾਰ ਉਪਾਇਆ। ਫਿਰ ਮਾਇਆ ਦੁਆਰਾ 3 ਦੇਵਤੇ ਰਚੇ ਨੇ। ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਕੁਦਰਤ ਰਚ ਦਿੱਤੀ ਹੈ। ਕੁਦਰਤ ਵਿੱਚ ਕੀ ਕੀ ਹੈ ਜੀ? ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ। ਸਿੰਧ ਪਹਾੜ ਸਾਜ ਦਿੱਤੇ ਨੇ, ਸਾਗਰ ਸਾਜ ਦਿੱਤੇ ਨੇ, ਦਰਿਆ ਸਾਜ ਦਿੱਤੇ ਨੇ, ਆਕਾਸ਼ ਦੇ ਅੰਦਰ ਕਰੋੜਾਂ ਬ੍ਰਹਿਮੰਡ ਪੈਦਾ ਕਰਕੇ ਬਿਨਾਂ ਥੰਮਿਆਂ ਤੋਂ ਖੜੇ ਕਰ ਦਿੱਤੇ ਨੇ। ਚੰਦ ਸੂਰਜ ਨੂੰ ਸਾਰੇ ਆਕਾਸ਼ ਦੇ ਅੰਦਰ ਦੇਖਦੇ ਆ, ਤੇ ਜਿਹੜੇ ਸਾਧ ਸੰਗਤ ਜੀ ਸਾਨੂੰ ਤਾਰੇ ਨਜ਼ਰ ਆਉਂਦੇ ਨੇ ਨਾ, ਅਸਲ ਦੇ ਵਿੱਚ ਇਹ ਸੂਰਜ ਦੇ ਨਾਲੋਂ ਬਹੁਤ ਗੁਣਾ ਜ਼ਿਆਦਾ ਵੱਡੇ ਨੇ। ਇਹਨਾਂ ਦੀ ਚਮਕ ਵੀ ਇਸ ਸੂਰਜ ਦੇ ਨਾਲੋਂ ਬਹੁਤ ਜ਼ਿਆਦਾ ਏ। ਪਰ ਉਹ ਜਿਹੜੇ ਸੂਰਜ ਨੇ ਧਰਤੀ ਤੋਂ ਇੰਨੇ ਜ਼ਿਆਦਾ ਉੱਚੇ ਨੇ, ਉਹਨਾਂ ਦਾ ਆਕਾਰ ਧਰਤੀ ਤੋਂ ਵੱਡਾ ਨਹੀਂ ਦਿਸਦਾ, ਤੇ ਉਹਨਾਂ ਦਾ ਪ੍ਰਕਾਸ਼ ਧਰਤੀ ਤੱਕ ਨਹੀਂ ਪਹੁੰਚਦਾ। ਉਹਨਾਂ ਨੂੰ ਤਾਰੇ ਆਖਿਆ ਜਾਂਦਾ ਹੈ। ਇਸ ਪ੍ਰਕਾਰ ਜਿਤਨੇ ਇਹ ਤਾਰੇ, ਜਿਤਨੇ ਸੂਰਜ, ਜਿਤਨੇ ਚੰਦਰਮਾ ਇਤਿਆਦਿਕ ਕਰੋੜਾਂ ਦੀ ਗਿਣਤੀ ਦੇ ਅੰਦਰ ਸਾਜੇ ਨੇ, ਕੋਈ ਥੰਮੀਆਂ ਥੋੜੀਆਂ, ਕੋਈ ਪਿੱਲਰ ਥੋੜਾ ਨਾ ਦੇ ਕੇ ਖੜੇ ਕੀਤੇ ਨੇ। ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਜੁਗਤ ਦੇ ਨਾਲ ਸਭਨਾਂ ਨੂੰ ਖੜਾ ਕਰ ਦੇਣਾ ਕੀਤਾ ਹੈ। ਬਿਨ ਥੰਮਾ ਗਗਨ ਰਹਾਇਆ। ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ। ਅਕਾਲ ਪੁਰਖ ਵਾਹਿਗੁਰੂ ਜੀ ਨੇ ਦਾਨੋ, ਦਾਨਵ ਦੈਂਤ ਤੇ ਦੇਵਤੇ ਸਿਰਜਣਾ ਕੀਤੇ ਨੇ, ਪੈਦਾ ਕਰਨਾ ਕੀਤੇ ਨੇ। ਫਿਰ ਉਹਨਾਂ ਦੇ ਅੰਦਰ ਵਾਦ ਵਿਵਾਦ ਆਪ ਹੀ ਪੈਦਾ ਕਰ ਦਿੱਤਾ ਹੈ। ਕਈ ਕਾਰਨ ਕੀ ਬਣਿਆ? ਜਿਸ ਵੇਲੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਪਹਿਲਾਂ ਦੈਂਤਾਂ ਨੂੰ ਪੈਦਾ ਕਰਨਾ ਕੀਤਾ ਨਾ, ਬੜੀਆਂ ਸ਼ਕਤੀਆਂ ਦੇ ਸਹਿਤ ਇਹਨਾਂ ਨੂੰ ਪ੍ਰਗਟ ਕਰਨਾ ਕੀਤਾ ਹੈ, ਪੈਦਾ ਕੀਤਾ ਹੈ, ਤੇ ਭੁਜ ਬਲ ਬਾਵਰ ਹੋਏ ਗਏ।
ਆਪਣੇ ਬਾਹਾਂ ਦੇ ਜ਼ੋਰ ਨਾਲ, ਆਪਣੀ ਤਾਕਤ ਦੇ ਹੰਕਾਰ ਵਿੱਚ ਬਾਬਰੇ ਹੋ ਗਏ, ਝੱਲੇ ਹੋ ਗਏ, ਕਮਲੇ ਹੋ ਗਏ, ਆਪਣੀ ਪੂਜਾ ਕਰਾਉਣ ਲੱਗੇ ਨੇ। ਜਿਹੜਾ ਕੋਈ ਬੰਦਗੀ ਕਰਦਾ ਉਸ ਦੇ ਉੱਪਰ ਜ਼ੁਲਮ ਕਰਦੇ ਨੇ, ਤਸ਼ੱਦਦ ਕਰਦੇ ਨੇ, ਉਸ ਨੂੰ ਰਹਿਣ ਨਹੀਂ ਦਿੰਦੇ। ਫਿਰ ਇਸੇ ਪ੍ਰਕਾਰ ਤਿੰਨ ਕੀ ਠੌਰ ਦੇਵਤਾ ਸਾਜੇ। ਅਕਾਲ ਪੁਰਖ ਜੀ ਨੇ ਦੇਖਣਾ ਕੀਤਾ ਹੰਕਾਰੀ ਹੋ ਗਏ ਨੇ, ਇਹਨਾਂ ਹੰਕਾਰੀਆਂ ਦਾ ਨਾਸ਼ ਕਰਨਾ ਕਰੀਏ। ਫਿਰ ਉਹਨਾਂ ਹੰਕਾਰੀਆਂ ਨੂੰ ਨਾਸ਼ ਕਰਨ ਵਾਸਤੇ ਉਹਨਾਂ ਦੇ ਥਾਂ ਤੇ ਦੇਵਤੇ ਥਾਪ ਦਿੱਤੇ ਨੇ। ਹੁਣ ਧਰਮ ਦੀ ਰਖਵਾਲੀ ਹਿੱਤ ਦੇਵਤੇ ਆਏ ਨੇ। ਧਰਮ ਦਾ ਤੇ ਅਧਰਮ ਦਾ ਦੋਹਾਂ ਦਾ ਆਪਸ ਵਿੱਚ ਵਿਰੋਧ ਹੋ ਗਿਆ। ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ। ਧਰਮੀ ਅਤੇ ਅਧਰਮੀ ਹੋਣ ਕਰਕੇ ਆਪਾ ਵਿਰੋਧੀ ਭਾਵ ਪੈਦਾ ਹੋ ਗਿਆ। ਹੁਣ ਜੰਗ ਹੁੰਦੀ ਏ ਤੇ ਜਿਨ੍ਹਾਂ ਨੇ ਜੰਗ ਕਰਕੇ ਫਿਰ ਇਹਨਾਂ ਧਰਮੀਆਂ ਦਾ ਨਾਸ਼ ਕੀਤਾ। ਗਰੀਬ ਨਵਾਜ ਸਾਹਿਬ ਜੀ ਹਵਾਲਾ ਦੇ ਕਰਕੇ ਕਹਿੰਦੇ ਨੇ ਅਸਲ ਵਿੱਚ ਉਹਨਾਂ ਦੇਵਤਿਆਂ ਦਾ ਕੋਈ ਬਲ ਨਹੀਂ ਸੀ ਕਿ ਉਹ ਦੈਂਤਾਂ ਨੂੰ ਹਰਾ ਸਕਦੇ ਅਥਵਾ ਜਿੱਤ ਸਕਦੇ। ਅਕਾਲ ਪੁਰਖ ਵਾਹਿਗੁਰੂ ਜੀ ਇਹ ਕਲਾ ਸਾਰੀ ਤੁਹਾਡੀ ਵਰਤੀ ਏ, ਇਹ ਸ਼ਕਤੀ ਸਾਰੀ ਤੁਹਾਡੀ ਵਰਤੀ ਏ। ਇਹ ਬਚਨਾਂ ਦੀ ਸਾਂਝ ਆਪ ਜੀ ਦੇ ਨਾਲ ਤਾਂ ਪਾ ਰਹੇ ਹਾਂ, ਆਪ ਜੀ ਦੇ ਸਮਕਸ਼ ਇਹ ਬਚਨ ਤਾਂ ਪ੍ਰਗਟ ਕੀਤੇ ਜਾ ਰਹੇ ਨੇ। ਬਹੁਤੇ ਲੋਕਾਂ ਨੂੰ ਭੁਲੇਖਾ ਹੁੰਦਾ ਜੀ ਇਹ ਦੁਰਗਾ ਦੀ ਵਡਿਆਈ ਵਾਲੀ ਵਾਰ ਹੈ, ਇਸ ਦੇ ਵਿੱਚ ਦੇਵੀ ਦਾ ਜਸ ਕੀਤਾ ਗਿਆ ਹੈ, ਇਸ ਕਰਕੇ ਦੇਵੀ ਪੂਜਣੀ ਯੋਗ ਹੈ। ਹਜ਼ੂਰ ਜੀ ਨੇ ਪਹਿਲਾਂ ਭਰਮ ਕੱਢੇ ਨੇ, ਫਿਰ ਜਾ ਕਰਕੇ ਸਤਿਗੁਰੂ ਜੀ ਨੇ ਅੱਗੇ ਆਦਿ ਸ਼ਕਤੀ ਦਾ ਵਰਣਨ ਕੀਤਾ ਹੈ। ਪਹਿਲਾਂ ਇਹ ਸ਼ਕਤੀ ਆਈ ਕਿੱਥੋਂ ਹੈ? ਹਜ਼ੂਰ ਫਰਮਾਵਣਾ ਕਰਦੇ ਨੇ ਤੈ ਹੀ ਦੁਰਗਾ ਸਾਜ ਕੈ ਦੈਤਾ ਦਾ ਨਾਸ ਕਰਾਇਆ। ਇਹ ਦੁਰਗਾ ਦੀ ਵਡਿਆਈ ਨਹੀਂ ਹੈ ਭਲਿਓ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਏ। ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਦੁਰਗਾ ਨੂੰ ਪੈਦਾ ਕਰਕੇ ਉਸ ਦੇ ਅੰਦਰ ਆਪਣੀ ਜੋਤ ਦਾ ਇੱਕ ਕਿਣਕਾ, ਇੱਕ ਬੂੰਦ ਰੱਖ ਕਰਕੇ ਉਹਨੂੰ ਐਸਾ ਸਸ਼ਕਤ ਕਰ ਦਿੱਤਾ ਹੈ ਜਿਸ ਨੇ ਅਸੰਖਾਂ ਦੈਂਤਾਂ ਦਾ ਨਾਸ਼ ਕਰ ਦਿੱਤਾ ਹੈ। ਵਾਹਿਗੁਰੂ ਜੀ ਤੁਸਾਂ ਹੀ ਦੁਰਗਾ ਨੂੰ ਪੈਦਾ ਕਰਕੇ ਤੇ ਦੁਰਗਾ ਦੇ ਹੱਥੋਂ ਦੈਂਤਾਂ ਦਾ ਨਾਸ਼ ਕਰਾਇਆ ਹੈ। ਇਹ ਨਹੀਂ ਆਖਿਆ ਕਿ ਦੁਰਗਾ ਬੜੀ ਸ਼ਕਤੀਸ਼ਾਲੀ ਹੈ, ਇਸ ਦਾ ਪੂਜਨ ਕਰਨਾ ਚਾਹੀਦਾ, ਦੈਂਤ ਮਾਰੇ ਨੇ, ਨਹੀਂ। ਵਾਹਿਗੁਰੂ ਜੀ ਨੇ ਪੈਦਾ ਕੀਤੀ ਹੈ, ਵਾਹਿਗੁਰੂ ਜੀ ਨੇ ਸ਼ਕਤੀ ਦਿੱਤੀ ਹੈ ਤੇ ਵਾਹਿਗੁਰੂ ਜੀ ਨੇ ਆਪਣੀ ਸ਼ਕਤੀ ਦੁਆਰਾ ਦੈਂਤਾਂ ਦਾ ਨਾਸ਼ ਕਰਵਾਇਆ। ਇਸ ਕਰਕੇ ਆਧਾਰ ਵਾਹਿਗੁਰੂ ਜੀ ਨੇ, ਪੂਜਨੀਕ ਵਾਹਿਗੁਰੂ ਜੀ ਨੇ, ਇਸ ਕਰਕੇ ਪੂਜਾ ਅਕਾਲ ਕੀ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ। ਅਕਾਲ ਪੁਰਖ ਵਾਹਿਗੁਰੂ ਜੀ ਰਾਵਣ ਨੂੰ ਮਾਰ ਦੇਣ ਵਾਸਤੇ, ਰਾਵਣ ਦਾ ਕੋਈ ਆਪਣਾ ਬਲ ਥੋੜਾ ਸੀ, ਕੋਈ ਨਿੱਜੀ ਜ਼ੋਰ ਥੋੜਾ ਸੀ ਜਿਹੜਾ ਰਾਵਣ ਨੂੰ ਮਾਰ ਦਿੰਦੇ। ਉਹ ਤਾਂ ਆਪ ਜੀ ਦੇ ਪਾਸੋਂ ਹੀ ਬਲ ਲੈ ਕਰਕੇ, ਤਾਕਤ ਲੈ ਕਰਕੇ, ਸ਼ਕਤੀ ਲੈ ਕਰਕੇ ਰਾਮਚੰਦਰ ਜੀ ਨੇ ਰਾਵਣ ਨੂੰ ਮਾਰਿਆ ਹੈ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਪਾਸੋਂ ਹੀ ਬਲ ਲੈ ਕਰਕੇ, ਜ਼ੋਰ ਲੈ ਕਰਕੇ, ਤਾਕਤ ਲੈ ਕਰਕੇ ਕ੍ਰਿਸ਼ਨ ਜੀ ਨੇ ਕੰਸ ਨੂੰ ਕੇਸਾਂ ਤੋਂ ਪਕੜ ਕਰਕੇ ਪਟਕਾ ਕੇ ਮਾਰਨਾ ਕੀਤਾ ਹੈ। ਇਸੇ ਪ੍ਰਕਾਰ ਕੇਸੀ ਤੇ ਚੰਡੂਰ ਤੇ ਇਸ ਦੇ ਪਹਿਲਵਾਨ ਸਨ। ਕੇਸੀ ਘੋੜੇ ਦਾ ਰੂਪ ਧਾਰਨ ਕਰਕੇ ਮਾਰਨ ਵਾਸਤੇ ਆਇਆ ਸੀ ਤੇ ਜਬਾੜਾ ਚੀੜ ਕਰਕੇ ਕੇਸੀ ਨੂੰ ਮਾਰਨਾ ਕੀਤਾ ਸੀ ਤੇ ਚੰਡੂਰ ਨੂੰ ਅਖਾੜੇ ਦੇ ਵਿੱਚ ਮਾਰਨਾ ਕੀਤਾ ਸੀ। ਹੇ ਪ੍ਰਮਾਤਮਾ ਜੀ, ਚੰਡੂਰ ਵਰਗੇ ਪਹਿਲਵਾਨ, ਕੇਸੀ ਵਰਗੇ ਦੈਂਤ, ਕੰਸ ਵਰਗੇ ਦੈਂਤਾਂ ਨੂੰ ਕੋ ਕ੍ਰਿਸ਼ਨ ਜੀ ਨੇ ਆਪਣੇ ਬਲ ਦੇ ਨਾਲ ਨਹੀਂ ਬਲਕਿ ਆਪ ਜੀ ਦੇ ਪਾਸੋਂ ਬਲ ਪ੍ਰਾਪਤ ਕਰਕੇ ਫਿਰ ਮਾਰਨਾ ਕੀਤਾ ਹੈ। ਇਸੇ ਪ੍ਰਕਾਰ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਮਹਾਰਾਜ ਆਪ ਜੀ ਇਤਨੇ ਬਲਸ਼ਾਲੀ ਹੋ, इतने वड्डे हो, इतने सरबागो, इतने गुहज हो, इतने गंभीर हो, आप जी दे भेदां नूं कोई जान नहीं सकता। बड़े बड़े मोने देवते, बहुत वड्डे वड्डे मुनि जन महात्मा ते देवते, कई जुग तिनी तन ताया, कई जुग उन्हां ने तन ताया है, तपस्या कीती है, साधन कीते ने, जतन कीते ने, पर वाहिगुरु जी आप जी ऐसे बेअंत हो किनी तेरा अंत ना पाया। आप जी का अंत कोई भी नहीं जान सकिया, ना मुनि, ना जान, ना महात्मा, ना देवते, ना दानव, ना मानव। महाराज आप जी का अंत नहीं कोई पा सकिया। ते हजूर अगे वर्णन करना करते ने पौड़ी साधु सतयुग बीतिया। जेड़ा साधु बिरती वाला शांत महात्मा, शांत सुभाव वाला युग सी ना सतयुग, वो बतीत हो गया। साधु सतयुग बीतिया, अध सीली त्रेता आया। अगला जेड़ा युग सी हुण त्रेता आ गया ਤੇ ਤ੍ਰੇਕਤੇ ਯੁੱਗ ਦੇ ਵਿੱਚ ਜਿਹੜਾ ਸੀਲ ਸੁਭਾਵ ਸੀ ਉਹ ਅੱਧਾ ਰਹਿ ਗਿਆ। ਅੱਧੇ ਸੀਲ ਸੁਭਾਵ ਵਾਲਾ ਤ੍ਰੇਤਾ ਯੁੱਗ ਆ ਗਿਆ ਹੈ। ਨੱਚੀ ਕਲ ਸਰੋ ਸਰੀ ਕਲ ਨਾਰਦ ਡੌਰੂ ਆਇਆ। ਜਿਹੜੀ ਕਲਾ ਕਲੇਸ਼ ਹੈ ਹਰ ਇੱਕ ਦੇ ਸਿਰ ਚੜ ਕੇ ਨੱਚਣ ਲੱਗੀ ਹੈ। ਮਾਨੋ ਇਸ ਨੂੰ ਨਚਾਉਣ ਵਾਸਤੇ ਜਿਹੜਾ ਨਾਰਦ ਹੈ ਇਹ ਡਮਰੂ ਵਜਾ ਰਿਹਾ ਹੈ, ਉਤਸ਼ਾਹ ਦੇ ਰਿਹਾ ਹੈ, ਇਹ ਅਲੰਕਾਰ ਬੰਨੇ ਨੇ। ਇਸ ਪ੍ਰਕਾਰ ਨੱਚੀ ਕਲ ਸਰੋ ਸਰੀ ਕਲ ਨਾਰਦ ਡੌਰੂ ਆਇਆ। ਅਭਿਮਾਨ ਉਤਾਰਨ ਦੇਵਤਿਆ ਮਹਿਖਾਸੁਰ ਸੁੰਡ ਉਪਾਇਆ।
ਜੀਤ ਲਏ ਤਿਨ ਦੇਵਤੇ ਤਿਹ ਲੋਕੀ ਰਾਜ ਕਮਾਇਆ। ਸੋ ਇਸੇ ਪ੍ਰਕਾਰ ਦੈਂਤ ਹੰਕਾਰੀ ਹੋਏ ਸੀ ਤੇ ਦੇਵਤੇ ਪੈਦਾ ਕੀਤੇ। ਦੇਵਤਿਆਂ ਨੇ ਦੈਂਤਾਂ ਨੂੰ ਹਰਾ ਦਿੱਤਾ, ਸਵਰਗ ਦੇ ਅੰਦਰ ਆਪਣਾ ਰਾਜ ਸਥਾਪਿਤ ਕਰਨਾ ਕੀਤਾ ਹੈ। ਹੁਣ ਦੇਵਤੇ ਹੰਕਾਰੀ ਹੋ ਗਏ ਨੇ, ਸੁਰਾਪਾਨ ਕਰਨ ਦੇ ਵਿੱਚ ਲੱਗ ਗਏ ਨੇ, ਅਪਸਰਾ ਦੇ ਨਾਚ ਇਤਿਆਦਿਕ ਲੱਗਣ ਦੇ ਵਿੱਚ ਗਰਕ ਹੋ ਗਏ ਨੇ, ਪ੍ਰਮਾਤਮਾ ਜੀ ਦੀ ਬੰਦਗੀ ਭੁੱਲ ਗਈ ਹੈ ਤੇ ਵੱਡਾ ਭਾਰੀ ਹੰਕਾਰ ਇਹਨਾਂ ਨੇ ਕਰਨਾ ਕੀਤਾ ਜੀ, ਅਸੀਂ ਦੈਂਤਾਂ ਨੂੰ ਹਰਾ ਦੇਣਾ ਕੀਤਾ ਹੈ। ਹੁਣ ਜਦੋਂ ਦੇਵਤੇ ਹੰਕਾਰੀ ਹੋ ਗਏ ਨਾ, ਹੁਣ ਦੇਵਤਿਆਂ ਦੇ ਹੰਕਾਰ ਨੂੰ ਨਾਸ਼ ਕਰਨ ਵਾਸਤੇ ਫਿਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਹਿਖਾਸੁਰ ਤੇ ਸੁੰਭ ਨਿਸੁੰਭ ਜਿਹੜੇ ਦਾਨਵ ਸਨ, ਦੈਂਤ ਸਨ, ਇਹਨਾਂ ਨੂੰ ਪੈਦਾ ਕਰ ਦਿੱਤਾ ਹੈ। ਦੈਂਤਾਂ ਨੂੰ ਹੰਕਾਰ ਹੈ, ਦੇਵਤੇ ਪੈਦਾ ਕੀਤੇ ਨੇ ਹੰਕਾਰ ਨੂੰ ਨਾਸ਼ ਕਰਨ ਵਾਸਤੇ। ਹੁਣ ਦੇਵਤਿਆਂ ਨੂੰ ਹੰਕਾਰ ਹੋ ਗਿਆ ਤੇ ਦੈਂਤ ਪੈਦਾ ਕਰ ਦਿੱਤੇ, ਹੁਣ ਹੰਕਾਰ ਦਾ ਨਾਸ਼ ਇਹ ਕਰਨਗੇ। ਹਰ ਜੀਓ ਅਹੰਕਾਰ ਨਾ ਭਾਵਈ, ਕਿਉਂਕਿ ਪ੍ਰਮਾਤਮਾ ਜੀ ਦੇ ਦਰ ਤੇ ਹੰਕਾਰ ਨਹੀਂ ਪਾਉਂਦਾ ਹੈ। ਜੀਤ ਲਏ ਤਿੰਨ ਦੇਵਤੇ ਤਿਹ ਲੋਕੀ ਰਾਜ ਕਮਾਇਆ, ਤਿੰਨਾਂ ਲੋਕਾਂ ਤੇ ਆਪਣਾ ਰਾਜ ਸਥਾਪਿਤ ਕਰ ਲੈਣਾ ਕੀਤਾ ਹੈ ਮਹਿਖਾਸੁਰ ਦੈਂਤ ਨੇ। ਹੁਣ ਜਿਹੜੇ ਦੈਂਤ ਉਹ ਤੇ ਸਵਰਗ ਦੇ ਵਿੱਚ ਆਪਣਾ ਰਾਜ ਜਮਾ ਕਰਕੇ ਸਥਾਪਿਤ ਕਰਕੇ ਸੁੱਖ ਲੈਣ ਲੱਗੇ। ਦੇਵਤੇ ਵਿਚਾਰੇ ਮਾਰੇ ਮਾਰੇ ਫਿਰਦੇ ਨੇ, ਹੁਣ ਜਾਈਏ ਕਿੱਥੇ, ਹੁਣ ਰਹੀਏ ਕਿੱਥੇ। ਆਖਰਕਾਰ ਦੈਂਤਾਂ ਦੇ ਪਾਸੋਂ ਭਾਂਜ ਖਾ ਕਰਕੇ ਜਿਹੜੇ ਦੇਵਤੇ ਨੇ ਨਾ, ਕੈਲਾਸ਼ ਪਰਬਤ ਤੇ ਦੁਰਗਾ ਦੇਵੀ ਦੀ ਸ਼ਰਨ ਵਿੱਚ ਆਏ ਨੇ। ਹੁਣ ਸਮਾਂ ਤੱਕਦੇ ਨੇ ਕੈਸਾ ਇਹੋ ਜਿਹਾ ਸਮਾਂ ਬਣ ਆਵੇ ਜਦੋਂ ਦੁਰਗਾ ਦੇਵੀ ਨੂੰ ਬੇਨਤੀ ਕਰੀਏ, ਸਾਡਾ ਰਾਜ ਭਾਗ ਖੁੱਸ ਗਿਆ, ਸਾਡੀ ਰਾਜ ਦੀ ਸਥਾਪਤੀ ਕਰਕੇ ਸਾਨੂੰ ਦੇਣਾ ਕਰ, ਸਾਨੂੰ ਸਵਰਗ ਦਾ ਰਾਜ ਦੇਣਾ ਕਰ। ਇੱਕ ਦਿਨ ਫਿਰ ਸਮਾਂ ਬਣ ਆਇਆ ਹੈ, ਇੱਕ ਦਿਹਾੜੇ ਨਾਵਣ ਆਈ ਦੁਰਗਸਾਹ, ਇੰਦਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ, ਸ਼ੀਨ ਲਈ ਠੁਕਰਾਈ ਸਾਤੇ ਦਾਨਵੀ, ਲੋਕੀ ਤੇਹੀ ਫਰਾਈ ਦੋਹੀ ਆਪਣੀ, ਬੈਠੇ ਵਾਏ ਵਧਾਈ ਤੇ ਅਮਰਾਵਤੀ, ਦਿੱਤੇ ਦੇਵ ਭਜਾਈ ਸਭਨਾ ਰਾਖਸਾਂ, ਕਿਨੈ ਨਾ ਜਿੱਤਾ ਜਾਈ ਮਹਿਖੇ ਦੈਤ ਨੂੰ, ਤੇਰੀ ਸਾਮਤ ਕਾਈ ਦੇਵੀ ਦੁਰਗਸਾਹ। ਇੱਕ ਦਿਨ ਦੁਰਗਾ ਦੇਵੀ ਨਦੀ ਤੇ ਇਸ਼ਨਾਨ ਕਰਨ ਵਾਸਤੇ ਆਈ ਹੈ ਤੇ ਇਸ ਵੇਲੇ ਬੇਨਤੀ ਕਰਨੇ ਦਾ ਸਹੀ ਸਮਾਂ ਜਾਣ ਕਰਕੇ ਜਿਹੜਾ ਸਵਰਗ ਦਾ ਰਾਜਾ ਇੰਦਰ ਹੈ ਨਾ, ਉਹ ਦੁਰਗਾ ਦੇਵੀ ਦੀ ਸ਼ਰਨ ਵਿੱਚ ਆਇਆ। ਫਿਰ ਬੇਨਤੀ ਕਰ ਦੇਵਾਂ, ਜਿਸ ਦੁਰਗਾ ਦੇਵੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਸ਼ਕਤੀ ਰੂਪੀ ਜੋਤ ਦਾ ਕਣਕਾ ਕਣੀ ਰੱਖੀ ਹੋਈ ਏ। ਅਕਾਲ ਪੁਰਖ ਵਾਹਿਗੁਰੂ ਜੀ ਨੇ ਦੇਵਦਾਨੋਂ ਪੈਦਾ ਕੀਤੇ ਨੇ ਤੇ ਪਹਿਲਾ ਬਚਨ ਆ ਚੁੱਕਿਆ ਹੈ ਕਿ ਆਪ ਜੀ ਦੇ ਪਾਸੋਂ ਹੀ ਬਲ ਪ੍ਰਾਪਤ ਕਰਕੇ ਦੇਵੀ ਨੇ ਦੈਂਤਾਂ ਦਾ ਨਾਸ਼ ਕੀਤਾ ਹੈ। ਇਸ ਕਰਕੇ ਜੋ ਕਲਾ ਹੈ, ਜੋ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਰਤ ਰਹੀ ਏ, ਕਲਾ ਵਾਹਿਗੁਰੂ ਜੀ ਕੀ ਵਰਤੇ। ਦੇਵੀ ਦੇ ਪਾਸ ਆ ਕਰਕੇ ਬੇਨਤੀ ਕਰਨਾ ਕੀਤੀ, ਇਹ ਦੇਵੀ ਜੋ ਮਹਿਖਾਸੁਰ ਦੈਂਤ ਆ ਨਾ, ਸਵਰਗਪੁਰੀ ਦੇ ਉੱਪਰ ਹਮਲਾ ਕਰਕੇ ਸਵਰਗ ਦੇ ਵਿੱਚੋਂ ਸਾਨੂੰ ਕੱਢ ਦੇਣਾ ਕੀਤਾ ਹੈ। ਦੇਵਤੇ ਵਿਚਾਰੇ ਮਾਰੇ ਮਾਰੇ ਫਿਰਦੇ ਨੇ, ਧਰਤੀ ਤੇ ਵੀ ਮਹਿਖਾਸੁਰ ਨੇ ਆਪਣਾ ਰਾਜ ਸਥਾਪਿਤ ਕਰ ਲਿਆ, ਸਵਰਗ ਤੇ ਵੀ ਰਾਜ ਪ੍ਰਾਪਤ ਕਰ ਲੈਣਾ ਕੀਤਾ, ਅਧਿਕਾਰ ਕਰ ਲਿਆ, ਪਾਤਾਲ ਲੋਕ ਦੇ ਵਿੱਚ ਵੀ ਰਾਜ ਸਥਾਪਿਤ ਕਰ ਲੈਣਾ ਕੀਤਾ। ਲੋਕੀ ਤੇਹੀ ਫਿਰਾਈ ਦੋਹੀ ਆਪਣੀ, ਤਿੰਨਾਂ ਲੋਕਾਂ ਦੇ ਵਿੱਚ ਉਸਨੇ ਆਪਣੇ ਰਾਜ ਦੀ ਦੁਹਾਈ ਫਿਰਵਾ ਦਿੱਤੀ ਏ, ਡੌਂਡੀ ਪਟਵਾ ਦਿੱਤੀ ਏ, ਆਪਣੇ ਰਾਜ ਦਾ ਐਲਾਨ ਕਰ ਦਿੱਤਾ ਏ। ਉਹ ਮਹਿਖਾਸੁਰ ਦੈਂਤ ਦੇਵੀ, ਹੇ ਮਾਤਾ ਕਿਸੇ ਦੇ ਪਾਸੋਂ ਜਿੱਤਿਆ ਨਹੀਂ ਜਾਂਦਾ, ਹੁਣ ਤੇਰੀ ਸਾਮਤ ਕਾਈ ਦੇਵੀ ਦੁਰਗਸਾਹ। ਹੇ ਦੁਰਗਾ ਦੇਵੀ, ਹੁਣ ਤੇਰੀ ਸ਼ਾਮ ਨੂੰ ਅਸਾਂ ਨੇ ਤੱਕਣਾ ਕੀਤਾ ਹੈ, ਸ਼ਾਮ ਤੋਂ ਭਾਵ ਹੈ ਸ਼ਰਨ, ਤੇਰੀ ਸ਼ਰਨ ਵਿੱਚ ਆਏ ਆ, ਸਾਡੀ ਸ਼ਰਨ ਪਿਆਂ ਦੀ ਲੱਜਾ ਰੱਖ ਲੈਣੀ ਕਰ। ਤੇ ਰਾਜੇ ਇੰਦਰ ਦੀ ਬੇਨਤੀ ਨੂੰ ਸੁਣ ਕਰਕੇ ਦੁਰਗਾ ਬੈਣ ਸੁਣੰਦੀ ਹੱਸੀ, ਹੜ ਹੜਾਏ ਖਿੜ ਖਿੜ ਕੇ ਹੱਸੀ ਹੈ, ਉੱਚੀ ਉੱਚੀ ਹੱਸੀ ਹੈ। ਉਹੀ ਸੀਹੋ ਮੰਗਾਇਆ ਰਾਖਸ ਭਖਣਾ, ਜਿਹੜਾ ਇਸ ਦਾ ਸ਼ੇਰ ਸੀ ਨਾ, ਜਿਸ ਤੇ ਸਵਾਰੀ ਕਰਦੀ ਸੀ, ਉਹ ਸ਼ੇਰ ਦੀ ਖੁਰਾਕ ਹੀ ਦੈਂਤ ਸਨ, ਦੈਂਤਾਂ ਨੂੰ ਖਾਂਦਾ ਸੀ। ਉਹ ਦੈਂਤਾਂ ਨੂੰ ਖਾਣ ਵਾਲਾ ਆਪਣਾ ਜਿਹੜਾ ਸ਼ੇਰ ਸੀ ਦੁਰਗਾ ਦੇਵੀ ਨੇ ਮੰਗਵਾ ਲੈਣਾ ਕੀਤਾ। ਉਹੀ ਸੀਹੋ ਮੰਗਾਇਆ ਰਾਖਸ ਭਖਣਾ, ਚਿੰਤਾ ਕਰੋ ਨਾ ਕਾਈ, ਦੇਵਾਂ ਨੂੰ ਆਖਿਆ ਰੋਹ ਹੋਈ ਮਹਾਮਾਈ ਰਾਕਸ ਮਾਰਨੇ। ਹੁਣ ਮਹਾਮਾਈ ਜਿਹੜੀ ਦੁਰਗਾ ਦੇਵੀ ਏ, ਰੋਹ ਦੇ ਅੰਦਰ ਆਈਏ, ਗੁੱਸੇ ਦੇ ਅੰਦਰ ਆਈਏ, ਵੀਰ ਰਸ ਦੇ ਅੰਦਰ ਆਈਏ, ਕਹਿਣ ਲੱਗੀ ਇੰਦਰ ਦੇਵ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ, ਜਿਹੜਾ ਮਹਿਖਾ ਤੇਰੇ ਤੋਂ ਨਹੀਂ ਜਿੱਤਿਆ ਗਿਆ, ਸਮੇਤ ਦਲਾਂ ਦੇ ਮਾਰ ਕਰਕੇ ਤੈਨੂੰ ਸਵਰਗ ਦਾ ਰਾਜ ਦੇਣਾ ਕਰਾਂਗੀ। ਦੋਹਰਾ ਰਾਕਸ ਆਏ ਰੋਹ ਲੈ, ਖੇਤ ਭਿੜਨ ਕੇ ਚਾਏ, ਲਸਕਨ ਤੇਗਾ ਵਰਸ਼ੀਆਂ ਸੂਰਜ ਨਦਰ ਨਾ ਪਾਏ। ਦੋਵਾਂ ਪਾਸਿਆਂ ਤੋਂ ਹੁਣ ਦਲ ਆਮੋ ਸਾਹਮਣੇ ਹੋ ਗਏ ਨੇ। ਇਧਰੋਂ ਦੇਵੀ ਦੁਰਗਾ ਜਿਹੜੀ ਹੈ, ਇਹ ਸਾਰੇ ਦੇਵਤਿਆਂ ਦੀ ਮੁਖੀ ਬਣ ਕਰਕੇ, ਪ੍ਰਧਾਨ ਬਣ ਕਰਕੇ, ਸੈਨਾਪਤੀ ਬਣ ਕਰਕੇ ਮੈਦਾਨੇ ਜੰਗ ਦੇ ਵਿੱਚ ਆਈ ਹੈ। ਉਧਰੋਂ ਮਹਿਖਾਸੁਰ ਜਿਹੜਾ ਹੈ, ਆਪਣੇ ਵੱਡੇ ਭਾਰੀ ਲਸ਼ਕਰ ਨੂੰ ਲੈ ਕਰਕੇ, ਦਲ ਨੂੰ ਲੈ ਕਰਕੇ ਮੈਦਾਨੇ ਜੰਗ ਦੇ ਅੰਦਰ ਆ ਪੁੱਜਾ ਹੈ। ਤਲਵਾਰਾਂ, ਬਰਸ਼ੀਆਂ, ਨੇਜੇ, ਸ਼ਸਤਰ ਇੰਨੇ ਜ਼ਿਆਦਾ ਚਮਕਦੇ ਨੇ,
ਮਾਨੋ ਇਹਨਾਂ ਦੀ ਚਮਕ ਦੇ ਅੱਗੇ ਸੂਰਜ ਨਜ਼ਰ ਨਾ ਪਾਏ। ਸੂਰਜ ਦੀ ਨਜ਼ਰ ਹੀ ਨਹੀਂ ਆਉਂਦਾ, ਸੂਰਜ ਦੀ ਚਮਕ, ਸੂਰਜ ਦਾ ਪ੍ਰਕਾਸ਼ ਵੀ ਫਿੱਕਾ ਪੈ ਗਿਆ। ਸ਼ਸਤਰ ਇੰਨੇ ਜ਼ਿਆਦਾ ਚਮਕ ਰਹੇ ਨੇ। ਹੁਣ ਦੋਹਾਂ ਕੰਧਾਰਾਂ ਦੇ, ਦੋਵਾਂ ਦਲਾਂ ਦੇ ਜਿਹੜੇ ਮੂੰਹ ਨੇ ਉਹ ਜੁੜ ਗਏ ਨੇ, ਆਮੋ ਸਾਹਮਣੇ ਹੋਏ ਨੇ। ਸ਼ਸਤਰਾਂ ਦੇ ਵਾਰ ਹੁੰਦੇ ਨੇ, ਤੀਰਾਂ ਦੀ ਵਰਖਾ ਹੁੰਦੀ ਏ, ਖੰਡੇ ਚੱਲਣ ਲੱਗੇ ਨੇ, ਤਲਵਾਰਾਂ ਦੇ ਵਾਰ ਹੁੰਦੇ ਨੇ, ਢਾਲਾਂ ਤੇ ਤਲਵਾਰਾਂ ਵੱਜਦੀਆਂ ਨੇ, ਚੰਗਿਆੜੇ ਨਿਕਲਦੇ ਨੇ, ਅੱਗ ਨਿਕਲਦੀ ਹੈ। ਮਾਰ ਲਓ ਦੇ ਇਸ ਪ੍ਰਕਾਰ ਆਵਾਜ਼ੇ ਆਉਂਦੇ ਨੇ, ਨਾਰੇ ਲਗਾਏ ਜਾਂਦੇ ਨੇ, ਢੋਲ ਵੱਜਦੇ ਨੇ, ਨਗਾਰੇ ਵੱਜਦੇ ਨੇ, ਨਫੀਰੀਆਂ ਵੱਜਦੀਆਂ ਨੇ, ਸ਼ਹਿਨਾਈਆਂ ਵੱਜਦੀਆਂ ਨੇ। ਇਸ ਪ੍ਰਕਾਰ ਵੱਡੇ ਭਾਰੀ ਉਤਸ਼ਾਹ ਦੇ ਨਾਲ ਇਹ ਜਿਹੜਾ ਜੰਗ ਸੀ ਨਾ, ਖਾਲਸਾ ਜੀ ਸ਼ੁਰੂ ਹੋ ਗਿਆ। ਸੂਖਸ਼ਮ ਰੂਪ ਦੇ ਅੰਦਰ ਬੇਨਤੀ ਕਰਨਾ ਕਰਾਂਗਾ, ਵਾਰ ਵੱਡੀਏ ਤੇ ਸਮਾਂ ਥੋੜਾ ਏ। ਯਤਨ ਕਰਾਂਗੇ ਕੱਲ ਨੂੰ ਬਚਿੱਤਰ ਨਾਟਕ ਦੇ ਵਿੱਚੋਂ ਜੋ ਕਿ ਭੰਗਾਣੀ ਦਾ ਜੰਗ ਹੈ ਉਸ ਦਾ ਜ਼ਿਕਰ ਕੀਤਾ ਜਾਵੇ। ਇਸ ਕਰਕੇ ਅੱਜ ਚੰਡੀ ਦੀ ਵਾਰ ਤੇ ਪੰਛੀ ਝਾਤੀ ਪਾਵਣਾ ਕਰਾਂਗੇ। ਦੋਵਾਂ ਪਾਸਿਓਂ ਤੋਂ ਜੰਗ ਸ਼ੁਰੂ ਹੋ ਗਈ ਹੈ। ਬਹੁਤ ਵੱਡੇ ਭਾਰੀ ਬਲਵਾਨ ਸੂਰਮੇ ਨੇ ਉਖਲੀਆਂ ਨਾਸਾਂ ਜਿਨ੍ਹਾਂ ਮੋਹ ਜਾਪਨ ਆਲੇ, ਧਾਏ ਦੇਵੀ ਸਾਹਮਣੇ ਵੀਰ ਮੁਸ਼ਲੀ ਆਲੇ। ਸੁਰਪਦ ਜਿਹੇ ਲੜ ਹਟੇ ਵੀਰ ਟਲੇ ਨਾ ਟਾਲੇ, ਗੱਜੇ ਦੁਰਗਾ ਘੇਰ ਕੇ ਜਨ ਘੜੀਆਂ ਕਾਲੇ। ਮੰਨ ਲਓ ਜਿਵੇਂ ਕਾਲੇ ਨਾਗ ਹੋਣ, ਕਾਲੇ ਸਿਆਹ ਇਹਨਾਂ ਦੇ ਰੰਗ ਨੇ, ਬੁਰਜਾਂ ਵਰਗੇ ਅਥਵਾ ਮੀਨਾਰਿਆਂ ਵਰਗੇ ਕਹਿ ਲਈਏ, ਪਹਾੜਾਂ ਪਰਬਤਾਂ ਵਰਗੇ ਇਹਨਾਂ ਦੇ ਕੱਦ ਨੇ, ਉਖਲੀਆਂ ਵਰਗੇ ਇਹਨਾਂ ਦੇ ਮੂੰਹ ਜੋ ਨੱਕ ਹਨ, ਆਲਿਆਂ ਵਰਗੇ ਇਹਨਾਂ ਦੇ ਮੂੰਹ ਨੇ। ਦੇਵੀ ਦੇ ਸਾਹਮਣੇ ਆਏ ਨੇ, ਪਰ ਇਧਰੋਂ ਦੇਵੀ ਨੇ ਐਸਾ ਜ਼ੋਰਦਾਰ ਹਮਲਾ ਕਰਨਾ ਕੀਤਾ ਹੈ, ਸਾਰੇ ਦੈਂਤਾਂ ਨੂੰ ਮੈਦਾਨੇ ਜੰਗ ਦੇ ਅੰਦਰ ਵਿਛਾ ਕਰਕੇ ਸੁੱਟ ਦਿੱਤਾ ਹੈ, ਰਾਣ ਕੇ ਵੱਢ ਕੇ ਸੁੱਟ ਦਿੱਤਾ ਹੈ। ਤੇ ਇਸ ਵੇਲੇ ਜਿਹੜਾ ਮਹਿਖਾਸੁਰ ਹੈ ਬੜੇ ਵੀਰ ਰਸ ਦੇ ਵਿੱਚ ਆਇਆ ਹੈ, ਗੁੱਸੇ ਦੇ ਵਿੱਚ ਆਇਆ ਹੈ। ਬੱਦਲ ਵਾਂਗੂ ਗਰਜ ਕਰਕੇ ਆਖਣ ਲੱਗਾ, ਬੱਦਲ ਜੋ ਮਹਿਖਾਸੁਰ ਰਣ ਵਿੱਚ ਗੱਜਿਆ, ਇੰਦਰ ਜੋਹਾ ਜੋਧਾ ਮੈਥੋਂ ਭਜਿਆ। ਕੌਣ ਵਿਚਾਰੀ ਦੁਰਗਾ ਜਿੰਦ ਰਣ ਸਜਿਆ। ਕਹਿਣ ਲੱਗਾ, ਮੈਂ 33 ਕਰੋੜ ਦੇਵਤਿਆਂ ਦੇ ਮਾਲਕ ਸਵਰਗ ਦੇ ਰਾਜੇ ਨੂੰ, ਜਿਹਦੇ ਬੱਜਰ ਦਾ ਪ੍ਰਹਾਰ, ਸ਼ਸਤਰ ਦਾ ਪ੍ਰਹਾਰ ਕੋਈ ਝੱਲ ਨਹੀਂ ਸਕਦਾ, ਉਸ ਨੂੰ ਮੈਦਾਨੇ ਜੰਗ ਦੇ ਵਿੱਚੋਂ ਤੁਰਦਾ ਕਰ ਦਿੱਤਾ, ਪਲਾਇਨ ਕਰਵਾ ਦਿੱਤਾ, ਭਜਾ ਦਿੱਤਾ ਹੈ। ਇਹ ਦੁਰਗਾ ਵਿਚਾਰੀ ਕੌਣ ਹੈ? ਇਹ ਬੀਬੀ ਵਿਚਾਰੀ ਕੌਣ ਹੈ? ਇਹ ਇੱਕ ਔਰਤ ਕੌਣ ਹੈ ਜਿਹੜੀ ਸਾਡੇ ਮਰਦਾਂ ਦੇ ਨਾਲ ਲੜ ਲਵੇਗੀ? ਹੰਕਾਰ ਦੇ ਨਾਲ ਅੱਗੇ ਗਿਆ ਹੈ। ਦੁਰਗਾ ਦਾ ਅਤੇ ਮਹਿਖਾਸੁਰ ਦਾ ਆਪਸ ਦੇ ਵਿੱਚ ਸਾਹਮਣਾ ਹੋਇਆ ਹੈ। ਦੋਵਾਂ ਨੇ ਇੱਕ ਦੂਜੇ ਦੇ ਉੱਪਰ ਭਰਵੇਂ ਵਾਰ ਕਰਨਾ ਕੀਤੇ ਨੇ। ਤੇ ਤਿਸ ਵੇਲੇ ਆਪਣੀ ਭਗਉਤੀ ਦਾ, ਆਪਣੀ ਚੰਡੀ ਦਾ ਵਾਰ, ਸ੍ਰੀ ਸਾਹਿਬ ਦਾ ਜਿਹੜਾ ਵਾਰ ਹੈ, ਮਹਿਖਾਸੁਰ ਦੇ ਸਿਰ ਦੇ ਉੱਪਰ ਦੁਰਗਾ ਦੇਵੀ ਨੇ ਕਰਨਾ ਕੀਤਾ ਹੈ। ਜਿਸ ਵੇਲੇ ਸਿਰ ਦੇ ਉੱਪਰ ਤਲਵਾਰ ਦਾ ਭਰਵਾਂ ਵਾਰ ਕਰਨਾ ਕੀਤਾ ਹੈ, ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਤਿਸ ਵੇਲੇ ਫਿਰ ਭਿਆਨਕ ਰਸ ਨੂੰ ਪੈਦਾ ਕਰਨਾ ਕੀਤਾ ਹੈ, ਭੀਖਮ ਰਸ। ਕਿਉਂਕਿ ਕਾਵ ਰਚਨਾ ਦੇ 9 ਰਸ ਹੁੰਦੇ ਨੇ ਨਾ, ਪ੍ਰੇਮ ਰਸ, ਸ਼ਿੰਗਾਰ ਰਸ, ਵੀਰ ਰਸ। ਇਸੇ ਪ੍ਰਕਾਰ ਭੀਖਮ ਰਸ ਹੋਇਆ ਕਰਦਾ, ਭਿਆਨਕਤਾ ਨੂੰ ਦਰਸਾਉਣ ਵਾਲਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੰਗ ਦਾ ਨਜ਼ਾਰਾ ਬੰਨਦੇ ਨੇ। ਜਿਸ ਵੇਲੇ ਇਸ ਦੇ ਸਿਰ ਦੇ ਉੱਪਰ ਤਲਵਾਰ ਮਾਰੀਏ ਨਾ, ਤਲਵਾਰ ਦਾ ਵਾਰ ਏਡਾ ਭਰਵਾਂ ਤੇ ਜ਼ਬਰਦਸਤ ਸੀ। ਇਸ ਦੇ ਲੋਹੇ ਦੇ ਟੋਪ ਨੂੰ ਵੱਢ ਕਰਕੇ, ਸਿਰ ਦੀ ਖੋਪੜੀ ਨੂੰ ਵੱਢ ਕਰਕੇ, ਇਸ ਦੇ ਮੂੰਹ ਨੂੰ ਚੀਰ ਕਰਕੇ, ਸਰੀਰ ਦੇ ਉੱਪਰ ਪਾਈ ਹੋਈ ਲੋਹੇ ਦੀ ਸੰਜੋ ਨੂੰ ਸਰੀਰ ਦੇ ਸਮੇਤ ਵੱਢ ਕਰਕੇ, ਘੋੜੇ ਦੇ ਉੱਪਰ ਲੋਹੇ ਦੀ ਜਾਲੀ ਕਾਠੀ ਪਾਈ ਹੈ, ਘੋੜੇ ਨੂੰ ਵੱਢ ਕਰਕੇ, ਕਾਠੀ ਨੂੰ ਵੱਢ ਕਰਕੇ, ਜ਼ਮੀਨ ਧਰਤੀ ਨੂੰ ਵੱਢ ਕਰਕੇ, ਲੈਂਦੀ ਅਗਾਹ ਸਿਦਾਣੀ ਸਿੰਘਾਂ ਧੌਲਦਿਆਂ, ਕੂਰਮ ਸਿਰ ਲਹਿਲਾਣੀ ਦੁਸ਼ਮਣ ਮਾਰ ਕੇ। ਮਹਿਖੇਸਰ ਦੁਸ਼ਮਣ ਨੂੰ ਮਾਰ ਕਰਕੇ ਜਿਹੜੀ ਤਲਵਾਰ ਸੀ, ਧਰਤੀ ਨੂੰ ਵੱਢ ਕਰਕੇ, ਜੋ ਮੰਨਿਆ ਜਾਂਦਾ ਕਿ ਬਲਦ ਨੂੰ ਧਰਤੀ ਨੇ ਸਿੰਘਾਂ ਤੇ ਚੁੱਕਿਆ, ਉਸ ਬਲਦ ਦੇ ਸਿੰਘ ਤੇ ਜਾ ਕਰਕੇ ਵੱਜੀਏ। ਫਿਰ ਮੰਨਿਆ ਜਾਂਦਾ ਕਿ ਜਿਹੜਾ ਬਲਦ ਹੈ ਕਸ਼ੂ ਕੁੰਮੇ ਦੇ ਉੱਪਰ ਖੜਾ ਹੈ, ਕਸ਼ੂ ਕੁੰਮੇ ਦੀ ਖੋਪੜੀ ਦੇ ਉੱਪਰ ਜਾ ਕਰਕੇ ਤਲਵਾਰ ਵੱਜੀਏ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਲੰਕਾਰ ਦੇ ਸਹਿਤ ਮੈਦਾਨੇ ਜੰਗ ਦੇ ਦ੍ਰਿਸ਼ ਨੂੰ ਰੂਪਮਾਨ ਕਰਨਾ ਕੀਤਾ ਹੈ, ਪ੍ਰਗਟ ਕਰਨਾ ਕੀਤਾ ਹੈ। ਕਿਉਂਕਿ ਜਿਹੜਾ ਕਵੀ ਹੁੰਦਾ ਉਸ ਨੂੰ ਅਧਿਕਾਰ ਹੁੰਦਾ ਹੈ 9 ਰਸਾਂ ਦੇ ਸਹਿਤ ਆਪਣੀ ਕਵਿਤਾ ਨੂੰ ਸ਼ਿੰਗਾਰਨੇ ਦਾ, ਤੇ ਸਤਿਗੁਰੂ ਜੀ ਨੇ ਅਲੰਕਾਰ ਦੇ ਨਾਲ ਆਪਣੀ ਬਾਣੀ ਨੂੰ ਸ਼ਿੰਗਾਰਨਾ ਕੀਤਾ ਹੈ। ਮਹਿਖਾਸੁਰ ਦੈਂਤ ਮਾਰਿਆ ਗਿਆ ਹੈ। ਮੈਦਾਨੇ ਜੰਗ ਦੇ ਵਿੱਚੋਂ ਜਿਹੜੇ ਰਾਖਸ਼ ਨੇ ਉਹ ਹਾਰ ਖਾ ਕਰਕੇ, ਭਾਂਜ ਖਾ ਕਰਕੇ ਦੌੜ ਗਏ ਨੇ। ਇਸੇ ਪ੍ਰਕਾਰ ਸਵਰਗ ਦਾ ਅਧਿਕਾਰ ਜਿਹੜਾ ਹੈ ਉਹ ਰਾਜੇ ਇੰਦਰ ਨੂੰ ਦੇ ਦੇਣਾ ਕੀਤਾ ਹੈ। ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ, ਈਸਰ ਦੀ ਬਰਦਾਨੀ ਹੋਈ ਜਿੱਤ ਦਿਨ, ਸੁੰਭ ਨਿਸੁੰਭ ਗਮਾਨੀ ਗੁਮਾਨੀ ਜਨਮੇ ਸੂਰਮੇ, ਇੰਦਰ ਦੀ ਰਜਧਾਨੀ ਤਕੀ ਜਿਤਣੀ। ਸਵਰਗ ਦੇ ਵਿੱਚ ਸਥਾਪਿਤ ਕਰ ਦਿੱਤਾ, ਅਭਿਸ਼ੇਕ ਹੋਇਆ ਹੈ। ਤੇ ਇੱਕ ਦਿਨ ਨਿਯਤ ਕੀਤਾ ਗਿਆ ਕਿ ਫਲਾਣੇ ਦਿਨ ਮਹਾਦੇਵ ਜੀ, ਭੋਲੇਨਾਥ ਜੀ ਸਵਰਗ ਦੇ ਰਾਜੇ ਇੰਦਰ ਨੂੰ ਆ ਕਰਕੇ ਵਰ ਦੇਣਗੇ, ਆਸ਼ੀਰਵਾਦ ਦੇਣਗੇ। ਤੇ ਜਿਸ ਦਿਨ ਮਹਾਦੇਵ ਨੇ, ਭੋਲੇਨਾਥ ਨੇ ਆਸ਼ੀਰਵਾਦ ਦੇਣਾ ਸੀ, ਹੁਣ ਭੋਲੇਨਾਥ ਤੋਂ ਪਹਿਲਾਂ ਸੁੰਭ ਤੇ ਨਿਸੁੰਭ ਆ ਗਏ ਨੇ।
ਸਵਰਗ ਰਾਜ ਦੇ ਉੱਪਰ ਆ ਕਰਕੇ ਸਵਰਗਪੁਰੀ ਦੇ ਉੱਪਰ, ਇੰਦਰਪੁਰੀ ਦੇ ਉੱਪਰ ਹਮਲਾ ਕਰਨਾ ਕੀਤਾ ਹੈ। ਇਸ ਹਮਲੇ ਦੇ ਵਿੱਚ ਰਾਜਾ ਇੰਦਰ ਫਿਰ ਹਾਰ ਗਿਆ ਤੇ ਜਿਹੜੇ ਸੁੰਭ ਤੇ ਨਿਸੁੰਭ ਨੇ ਸਵਰਗ ਦੇ ਉੱਪਰ ਆਪਣਾ ਅਧਿਕਾਰ ਜਮਾ ਕਰਕੇ ਸਥਾਪਿਤ ਹੋ ਗਏ ਤੇ ਆਪਣਾ ਰਾਜ ਉਹਨਾਂ ਨੇ ਸਵਰਗਪੁਰੀ ਦੇ ਉੱਪਰ ਆਪਣਾ ਸਥਾਪਿਤ ਕਰ ਲੈਣਾ ਕੀਤਾ ਹੈ। ਫਿਰ ਦੁਬਾਰਾ ਦੁਰਗਾ ਦੇਵੀ ਦੀ ਸ਼ਰਨ ਵਿੱਚ ਆਏ ਨੇ ਦੇਵਤਿਆਂ ਨੇ, ਫਿਰ ਆ ਕਰਕੇ ਤਰਲਾ ਲੈਣਾ ਕੀਤਾ, ਹੈ ਦੇਵੀ ਆਦਿ ਸ਼ਕਤੀ ਦੀ ਪ੍ਰਤੀਕ ਹੈ ਤੂੰ, ਸਾਡੇ ਪਾਸੋਂ ਦੈਂਤਾਂ ਨੇ ਫਿਰ ਜਿਹੜਾ ਸਵਰਗ ਦਾ ਰਾਜ ਉਹ ਖੋਹ ਲੈਣਾ ਕੀਤਾ ਹੈ। ਫਿਰ ਸਮਝਾਵਣਾ ਕੀਤਾ, ਚਿੰਤਾ ਨਾ ਕਰੋ, ਸੂਰਮੇ ਬਣੋ, ਮਰਦ ਬਣੋ, ਸ਼ਾਸਤਰਾਂ ਨੂੰ ਧਾਰਨ ਕਰੋ, ਤੁਹਾਡੀ ਸਹਾਇਤਾ ਕਰਕੇ ਸਵਰਗ ਦਾ ਰਾਜ ਤੁਹਾਨੂੰ ਦੇਣਾ ਕਰਾਂਗੀ। ਇਸ ਪ੍ਰਕਾਰ ਜਦੋਂ ਦੁਰਗਾ ਦੇਵੀ ਫਿਰ ਦੇਵਤਿਆਂ ਨੂੰ ਲੈ ਕਰਕੇ ਦੈਂਤਾਂ ਦੇ ਉੱਪਰ ਹਮਲਾਵਰ ਹੋ ਕਰਕੇ ਆਈ ਹੈ ਨਾ, ਹੁਣ ਸਵਰਗਪੁਰੀ ਦੇ ਵਿੱਚ ਬੈਠੇ ਹੋਏ ਸੁੰਭ ਅਤੇ ਨਿਸੁੰਭ ਨੇ ਆਪਣੇ ਇੱਕ ਜਰਨੈਲ ਨੂੰ, ਆਪਣੇ ਇੱਕ ਸਿਪਾਹ ਸਲਾਰ ਨੂੰ, ਜਿਸ ਦਾ ਨਾਮ ਧੂਮਰ ਨੈਣ ਹੈ, ਬੜਾ ਬਲਸ਼ਾਲੀ ਯੋਧਾ ਹੈ, ਬੜਾ ਤਗੜਾ ਇਸ ਦਾ ਜੁੱਸਾ ਹੈ, ਵੈਰੀਆਂ ਨੂੰ ਮੈਦਾਨੇ ਜੰਗ ਦੇ ਅੰਦਰ ਚਿੱਤ ਕਰ ਦੇਣ ਵਾਲਾ ਹੈ, ਇਸ ਦਾ ਸਾਹਮਣਾ ਕਰਨ ਵਾਸਤੇ ਕੋਈ ਸੂਰਮਾ ਇਸ ਦੇ ਅੱਗੇ ਠਹਿਰਦਾ ਨਹੀਂ। ਤੇ ਦੇਵਤਾ ਨੇ ਭੇਜਣਾ ਕੀਤਾ, ਜਾ ਕਰਕੇ ਦੇਵੀ ਦਾ ਤੇ ਦੇਵਤਿਆਂ ਦਾ ਮੁਕਾਬਲਾ ਕਰਨਾ ਕਰ। ਧੂਮਰ ਨੈਣ ਆਇਆ ਹੈ ਸੈਨਾ ਲੈ ਕਰਕੇ, ਲੱਖਾਂ ਦੀ ਗਿਣਤੀ ਵਿੱਚ ਦੋਵਾਂ ਪਾਸਿਓਂ ਸੈਨਾ ਆਪਸ ਵਿੱਚ ਜੁਟ ਗਈ ਹੈ, ਪਰ ਮੈਦਾਨੇ ਜੰਗ ਦੇ ਅੰਦਰ ਧੂਮਰ ਨੈਣ ਨੂੰ ਤਲਵਾਰ ਦੇ ਨਾਲ ਚਿੱਤ ਕਰ ਦਿੱਤਾ ਹੈ, ਵੱਢ ਕਰਕੇ ਮੈਦਾਨੇ ਜੰਗ ਦੇ ਅੰਦਰ ਸੁੱਟ ਦੇਣਾ ਕੀਤਾ ਹੈ। ਕਲਗੀਧਰ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਤਾਰੇ ਜਾਣ ਦਿਖਾਏ ਧੂਮਰ ਕੇਤ ਨੂੰ, ਮਾਨੋ ਧੂਮਰ ਨੂੰ ਦਿਨੇ ਤਾਰੇ ਵਿਖਾ ਦਿੱਤੇ ਹੋਣ ਅਥਵਾ ਬੋਦੀ ਵਾਲਾ ਤਾਰਾ ਦਿਖਾ ਦਿੱਤਾ, ਵੱਢ ਕੇ ਸੁੱਟ ਦਿੱਤਾ ਹੈ। ਹੁਣ ਜਦੋਂ ਖਬਰ ਪੁੱਜੀ ਹੈ, ਦੌੜਦੀਆਂ ਹੋਈਆਂ ਸੈਨਾ ਫਿਰ ਸਵਰਗਪੁਰੀ ਵਿੱਚ ਗਈਆਂ ਨੇ, ਜਾ ਕਰਕੇ ਦੱਸਣਾ ਕੀਤਾ ਸੁੰਭ ਤੇ ਨਿਸੁੰਭ ਨੂੰ, ਹੇ ਰਾਜਨ ਉਸ ਦੇਵੀ ਨੇ ਧੂਮਰ ਨੈਣ ਨੂੰ ਵੀ ਮਾਰ ਦਿੱਤਾ ਹੈ, ਪਹਿਲਾਂ ਮਹਿਖਾਸੁਰ ਨੂੰ ਮਾਰਿਆ, ਹੁਣ ਧੂਮਰ ਨੈਣ ਨੂੰ ਮਾਰਿਆ। ਵੱਡੇ ਵੱਡੇ ਸਿਪਾਹ ਸਲਾਰ ਉਸ ਦੇ ਅੱਗੇ ਟਿਕਦੇ ਨਹੀਂ। ਫਿਰ ਸੁੰਭ ਤੇ ਨਿਸੁੰਭ ਨੇ ਅਗਲਾ ਫੈਸਲਾ ਲੈਣਾ ਕੀਤਾ ਹੈ, ਹੁਣ ਇੱਕ ਜਰਨੈਲ ਨਹੀਂ, 2 ਜਰਨੈਲ ਵੱਡੇ ਭਾਰੀ ਅਸੀਂ ਭੇਜਣਾ ਕਰੀਏ। ਫਿਰ ਚੰਡ ਅਤੇ ਮੁੰਡ ਨਾਮ ਦੇ 2 ਦੈਂਤਾਂ ਨੂੰ ਭੇਜਿਆ ਹੈ। ਦੋਵੇਂ ਸਿਪਾਹ ਸਲਾਰ ਫਿਰ ਸੈਨਾ ਲੈ ਕਰਕੇ ਆਏ ਨੇ ਦੇਵੀ ਦੇ ਨਾਲ, ਜੋ ਦੇਵਤਿਆਂ ਦੀ ਸਹਾਇਤਾ ਵਾਸਤੇ ਮੈਦਾਨੇ ਜੰਗ ਦੇ ਅੰਦਰ ਉਤਰੀ ਹੋਈ ਹੈ। ਫਿਰ ਮੁਕਾਬਲਾ ਹੋਇਆ ਹੈ, ਸਾਹਮਣਾ ਹੋਇਆ ਹੈ। ਇਸ ਹੱਥੋਂ ਹੱਥ ਦੀ ਵੀਰ ਰਸੀ ਲੜਾਈ ਦੇ ਅੰਦਰ, ਘਮਸਾਨ ਦੇ ਯੁੱਧ ਦੇ ਅੰਦਰ ਚੰਡ ਅਤੇ ਮੁੰਡ ਦੋਵਾਂ ਜਰਨੈਲਾਂ ਨੂੰ ਵੀ ਦੇਵੀ ਨੇ ਮਾਰ ਦਿੱਤਾ ਹੈ। ਦੋਵੇਂ ਜਰਨੈਲ ਵੱਢ ਕਰਕੇ ਜਿਸ ਵੇਲੇ ਸੁੱਟਣਾ ਕੀਤੇ ਨੇ ਧਰਤੀ ਦੇ ਉੱਪਰ, ਤੇ ਤਿਸ ਵੇਲੇ ਫਿਰ ਜਿਹੜੇ ਦੈਂਤ ਨੇ ਭਾਂਜ ਖਾ ਕਰਕੇ ਮੁੜ ਕੇ ਸਵਰਗਪੁਰੀ ਦੇ ਵਿੱਚ ਗਏ ਨੇ। ਹੇ ਦਾਨਵਰਾਜ ਸੁੰਭ ਜੀ, ਉਹ ਦੇਵੀ ਬੜੀ ਬਲਸ਼ਾਲੀ ਏ, ਉਸ ਨੂੰ ਸਧਾਰਨ ਔਰਤ ਨਾ ਸਮਝੋ, ਉਹਨੂੰ ਸਧਾਰਨ ਤੀਵੀ ਨਾ ਸਮਝੋ, ਉਹ ਬੜੀ ਬਲਸ਼ਾਲੀ ਏ। ਤੁਹਾਡੇ ਜਿੱਥੇ ਲੱਖਾਂ ਸੂਰਬੀਰ ਬਹਾਦਰ ਸੈਨਾ ਦੇ ਸਿਪਾਹੀ ਮਾਰ ਦਿੱਤੇ ਨੇ, ਉਥੇ ਸਿਪਾਹ ਸਲਾਰ ਸੈਨਾਪਤੀ ਚੰਡ ਤੇ ਮੁੰਡ ਵੀ ਵੱਢ ਕੇ ਸੁੱਟ ਦਿੱਤੇ ਨੇ। ਤਿਸ ਵੇਲੇ ਵਿਚਾਰ ਕੀਤੀ ਕਿਹੜਾ ਐਸਾ ਸੂਰਮਾ ਹੋਵੇ ਜਿਹੜਾ ਦੇਵੀ ਦਾ ਮੁਕਾਬਲਾ ਕਰੇ। ਫਿਰ ਸਰਣਵਤ ਬੀਜ ਨਾਮ ਦਾ ਇੱਕ ਯੋਧਾ ਹੈ, ਇੱਕ ਸੂਰਬੀਰ ਬਹਾਦਰ ਹੈ, ਸ਼ਰਵਣ ਨਾਮ ਖੂਨ ਦਾ ਹੋਇਆ ਕਰਦਾ ਹੈ, ਜਿਹਦਾ ਖੂਨ ਹੀ ਜਿਹਦਾ ਬੀਜ ਹੈ। ਜਿਵੇਂ ਫਲ ਦੇ ਵਿੱਚ ਬੀਜ ਹੁੰਦਾ ਤੇ ਬੀਜਿਆ ਜਾਵੇ, ਫਿਰ ਪੌਦਾ ਬਣ ਜਾਂਦਾ, ਦਰਖਤ ਬਣ ਜਾਂਦਾ, ਹੋਰ ਫਲ ਲੱਗਦੇ ਨੇ। ਉਸ ਦੇ ਵਿੱਚ ਫਿਰ ਬੀਜ ਹੁੰਦਾ, ਉਸ ਬੀਜ ਨੂੰ ਬੀਜਿਆ ਜਾਵੇ, ਫਿਰ ਉਹ ਉੱਗਦੇ ਨੇ, ਪੌਦੇ ਬਣਦੇ ਨੇ, ਦਰਖਤ ਬਣਦੇ ਨੇ, ਫਿਰ ਅੱਗੇ ਫਲ ਲੱਗਦੇ ਨੇ, ਫਿਰ ਅੰਦਰ ਬੀਜ ਹੁੰਦੇ ਨੇ। ਇਸ ਦਾ ਖੂਨ ਹੀ ਇਸ ਦਾ ਬੀਜ ਸੀ। ਸੋ ਕਹਿਣ ਤੋਂ ਭਾਵ ਜਦੋਂ ਇਸ ਦਾ ਖੂਨ ਧਰਤੀ ਦੇ ਉੱਪਰ ਡਿੱਗੇ, ਜਿੰਨੀਆਂ ਬੂੰਦਾਂ ਜਿੰਨੇ ਤੁਪਕੇ ਧਰਤੀ ਦੇ ਉੱਪਰ ਖੂਨ ਦੇ ਡਿੱਗਣਗੇ, ਉਹਨੇ ਸਰਣਵਤ ਬੀਜ ਹੋਰ ਪੈਦਾ ਹੋ ਜਾਣਗੇ। ਇਸ ਪ੍ਰਕਾਰ ਇਸ ਦੇ ਖੂਨ ਨੂੰ ਇਸ ਦਾ ਬੀਜ ਆਖਿਆ ਜਾਂਦਾ ਸੀ, ਤਾਂ ਇਸ ਦਾ ਨਾਮ ਸਰਣਵਤ ਬੀਜ ਸੀ। ਇਸ ਨੂੰ ਸੈਨਾ ਦੇ ਕਰਕੇ, ਕਟਕ ਦੇ ਕਰਕੇ, ਲਸ਼ਕਰ ਦੇ ਕਰਕੇ ਮੈਦਾਨੇ ਜੰਗ ਦੇ ਅੰਦਰ ਭੇਜਣਾ ਕੀਤਾ, ਜਾ ਕਰਕੇ ਦੇਵੀ ਦੇ ਨਾਲ ਮੁਕਾਬਲਾ ਕਰ। ਹੁਣ ਸਰਣਵਤ ਬੀਜ ਸਾਹਮਣੇ ਆਇਆ ਹੈ, ਬੜੀ ਸੈਨਾ ਲੱਖਾਂ ਦੀ ਗਿਣਤੀ ਦੇ ਅੰਦਰ ਹੈ। ਘੋੜਿਆਂ ਦੀਆਂ ਟਾਪਾਂ ਦੇ ਨਾਲ ਮਾਨੋ ਜਿਹੜੀ ਧਰਤੀ ਹੈ ਡਗਮਗਾ ਗਈ ਹੋਵੇ, ਹਿੱਲ ਗਈ ਹੋਵੇ, ਧੂੜ ਉੱਡਦੀ ਹੋਈ ਐਵੇਂ ਆਕਾਸ਼ ਨੂੰ ਜਾ ਰਹੀ ਏ। ਮਾਨੋ ਕਲਗੀਧਰ ਸਾਹਿਬ ਜੀ ਲਿਖਣਾ ਕਰਦੇ ਨੇ, ਜਾਣ ਪੁਕਾਰੂ ਚਾਲੀ ਧਰਤੀ ਇੰਦਰਥ ਹੈ। ਜਿਹੜੀ ਧਰਤੀ ਹੈ ਨਾ ਰਾਜੇ ਇੰਦਰ ਦੇ ਕੋਲ ਪੁਕਾਰ ਕਰਨ ਵਾਸਤੇ ਚੱਲੀ ਹੋਵੇ ਕਿ ਘੋੜਿਆਂ ਦੀਆਂ ਟਾਪਾਂ ਨੇ ਮੇਰੇ ਸੀਨੇ ਨੂੰ ਦਹਿਲਾ ਦਿੱਤਾ ਹੈ, ਮੈਨੂੰ ਡੁਲਾ ਦਿੱਤਾ, ਮੇਰੀ ਰਖਵਾਲੀ ਕਰ। ਹੁਣ ਸਰਣਵਤ ਬੀਜ ਸਾਹਮਣੇ ਆਇਆ ਹੈ, ਆਮੋ ਸਾਹਮਣੀ ਯੁੱਧ ਹੋਣ ਲੱਗਾ ਹੈ। ਬਹੁਤ ਸੂਰਮੇ ਦੈਂਤਾਂ ਦੇ ਮਾਰੇ ਗਏ, ਵੱਡੇ ਭਾਰੀ ਸੂਰਮੇ ਦੇਵਤਿਆਂ ਦੇ ਮਾਰੇ ਗਏ, ਕਟਾਵੱਢ ਹੋ ਰਹੀ ਹੈ। ਹੁਣ ਫੌਜਾਂ ਲੜ ਰਹੀਆਂ ਨੇ, ਦੋਵਾਂ ਫੌਜਾਂ ਦੇ ਜਰਨੈਲ ਸਿਪਾਹ ਸਲਾਰ ਸਾਹਮਣੇ ਆਏ ਨੇ। ਦੈਂਤ ਸੈਨਾ ਦੇ ਵੱਲੋਂ ਸਰਣਵਤ ਬੀਜ ਆਇਆ ਹੈ, ਦੇਵ ਸੈਨਾ ਦੇ ਵੱਲੋਂ ਦੁਰਗਾ ਆਈ ਹੈ। ਆਮੋ ਸਾਹਮਣੇ ਦੀ ਲੜਾਈ ਹੋਣ ਲੱਗੀ ਹੈ। ਸਰਣਵਤ ਬੀਜ ਪਰਬਤ ਵਰਗਾ ਜਿਸ ਦਾ ਕੱਦ ਹੈ,
ਵੱਡਾ ਭਾਰੀ ਹੌਸਲੇ ਵਾਲਾ ਸੂਰਮਾ ਦੇਵੀ ਨੂੰ ਲਲਕਾਰ ਕਰਕੇ ਸਾਹਮਣੇ ਆਇਆ ਹੈ। ਪਰ ਜਿਸ ਵੇਲੇ ਸਿਰ ਵਿੱਚ ਤੇਗ ਵਗਾਈ ਸਰਣਵਤ ਬੀਜ ਦੇ, ਦੇਵੀ ਨੇ ਸਿਰ ਦੇ ਵਿੱਚ ਤੇਗ ਮਾਰੀ ਤੇ ਧੜ ਨੂੰ 2 ਫਾੜ 2 ਟੁਕੜੇ ਕਰਕੇ ਜ਼ਮੀਨ ਤੇ ਸੁੱਟ ਦਿੱਤਾ ਹੈ। ਹੁਣ ਕੌਤਕ ਕੈਸਾ ਵਰਤਿਆ ਹੈ, ਅਗਣਤ ਦਾਨੋ ਭਾਰੇ ਹੋਏ ਲੋਹੂਆਂ। ਹੁਣ ਪਰਬਤ ਵਰਗਾ ਜਿਸ ਦਾ ਕੱਦ ਹੋਵੇ, 2 ਫਾੜ ਹੋ ਕੇ ਧਰਤੀ ਤੇ ਡਿੱਗਿਆ ਹੋਵੇ ਤੇ ਪ੍ਰਣਾਲਿਆਂ ਵਾਂਗੂ ਜਿਹੜਾ ਖੂਨ ਹੈ ਉਸਦੇ ਸਰੀਰ ਦੇ ਵਿੱਚੋਂ ਵਹਿ ਤੁਰਿਆ ਹੈ। ਰੱਤੂ ਦੇ ਪ੍ਰਣਾਲੇ ਤਿੰਨ ਤੇ ਭੋਏ ਪਏ। ਜਿਵੇਂ ਸਾਧ ਸੰਗਤ ਜੀ ਵਰਖਾ ਹੁੰਦੀ ਏ ਤੇ ਕਮਰਿਆਂ ਤੋਂ ਮਕਾਨਾਂ ਤੋਂ ਪ੍ਰਣਾਲਿਆਂ ਰਾਹੀਂ ਜ਼ਮੀਨ ਤੇ ਪਾਣੀ ਡਿੱਗਦਾ ਨਾ, ਐਵੇਂ ਪ੍ਰਣਾਲਿਆਂ ਵਾਂਗੂ ਜਿਹੜਾ ਖੂਨ ਹੈ ਇਸ ਸਰਣਵਤ ਬੀਜ ਦੀ ਦੇਹ ਸਰੀਰ ਦੇ ਵਿੱਚੋਂ ਧਰਤੀ ਤੇ ਡਿੱਗਿਆ ਹੈ। ਜਿੰਨਾ ਪ੍ਰਣਾਲਿਆਂ ਵਾਂਗੂ ਖੂਨ ਡਿੱਗਿਆ, ਉਸ ਖੂਨ ਦੀਆਂ ਜਿੰਨੀਆਂ ਬੂੰਦਾਂ ਨੇ, ਜਿੰਨੇ ਤੁਪਕੇ ਨੇ, ਓਨੇ ਸਰਣਵਤ ਬੀਜ ਹੋਰ ਪੈਦਾ ਹੋ ਗਏ। ਜਦੋਂ ਕਈ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਵਿੱਚ ਸਰਣਵਤ ਬੀਜ ਪੈਦਾ ਹੋ ਗਏ ਨੇ, ਸਭਨਾਂ ਨੇ ਆ ਕਰਕੇ ਘੇਰ ਲਈ ਵਰਿਆਮੀ ਦੁਰਗਾ ਆਇਕ ਹੈ। ਆ ਕਰਕੇ ਦੁਰਗਾ ਦੇਵੀ ਨੂੰ ਘੇਰ ਲਿਆ ਹੈ, ਤਲਵਾਰਾਂ ਧੂ ਕਰਕੇ ਵਾਰ ਕੀਤੇ ਨੇ। ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ, ਢਾਲ ਨੂੰ ਸੰਭਾਲ ਕਰਕੇ ਸਰਣਵਤ ਬੀਜ ਅਤੇ ਦੈਂਤਾਂ ਦੇ ਵਾਰਾਂ ਨੂੰ, ਤਲਵਾਰਾਂ ਦੇ ਵਾਰਾਂ ਨੂੰ ਰੋਕਣਾ ਕੀਤਾ ਹੈ। ਰੋਹ ਦੇ ਵਿੱਚ ਆਈ ਹੈ, ਵੀਰ ਰਸ ਦੇ ਅੰਦਰ ਆਈ ਹੈ। ਜਿਤਨੇ ਸਰਣਵਤ ਬੀਜ ਹਜ਼ਾਰਾਂ ਅਥਵਾ ਲੱਖਾਂ ਦੀ ਗਿਣਤੀ ਵਿੱਚ ਨੇ, ਵੱਢ ਕੇ ਸਾਰੇ ਧਰਤੀ ਤੇ ਸੁੱਟ ਦਿੱਤੇ ਨੇ। ਜਦੋਂ ਸਾਰੇ ਸਰਣਵਤ ਬੀਜ ਫੇਰ ਮਾਰ ਦਿੱਤੇ, ਜਿੰਨਾ ਖੂਨ ਧਰਤੀ ਤੇ ਡਿੱਗਿਆ, ਇੱਕ ਇੱਕ ਤੁਪ ਕੇ, ਇੱਕ ਇੱਕ ਬੂੰਦ ਤੋਂ ਇੱਕ ਇੱਕ ਸਰਣਵਤ ਬੀਜ ਹੋਰ ਬਣ ਗਿਆ। ਜਿਹੜੇ ਲੱਖਾਂ ਸਨ ਉਹ ਕਰੋੜਾਂ ਹੋ ਗਏ। ਹੁਣ ਕਰੋੜਾਂ ਦੀ ਗਿਣਤੀ ਦੇ ਅੰਦਰ ਸਰਣਵਤ ਬੀਜ ਹੈ। ਇੱਕ ਨੂੰ ਜਿੱਤਣਾ ਔਖਾ ਸੀ ਤੇ ਇੰਨਿਆਂ ਨੂੰ ਕੌਣ ਜਿੱਤੇ? ਪਰ ਕਲਾ ਵਾਹਿਗੁਰੂ ਜੀ ਦੀ ਵਰਤੀ ਹੈ। ਤੈਥੋਂ ਹੀ ਤੈ ਹੀ ਦੁਰਗਾ ਸਾਜ ਕੇ ਦੈਤਾ ਦਾ ਨਾਸ ਕਰਾਇਆ। ਇਹ ਹੁਣ ਕੋਈ ਦੇਵੀ ਦਾ ਸਰੀਰ ਥੋੜਾ ਨਾਲ ਲੜ ਰਿਹਾ, ਇਹ ਤੇ ਵਾਹਿਗੁਰੂ ਜੀ ਦੀ ਕਲਾ, ਵਾਹਿਗੁਰੂ ਜੀ ਦੀ ਸ਼ਕਤੀ ਦੇਵੀ ਦੇ ਹਿਰਦੇ ਅੰਦਰ ਬੈਠੀ ਏ, ਜਿਸ ਨੇ ਐਸਾ ਤੇਜ ਪ੍ਰਤਾਪ ਪ੍ਰਚੰਡ ਵੀਰ ਰਸ ਬਖਸ਼ਿਆ। ਉਸ ਸ਼ਕਤੀ ਕਲਾ ਦੀ ਜੋਤ ਦੇ ਨਾਲ, ਉਸ ਦੀ ਹਿੰਮਤ ਦੇ ਨਾਲ, ਤੇਜ ਪ੍ਰਤਾਪ ਦੇ ਨਾਲ, ਬਲ ਦੇ ਨਾਲ ਦੇਵੀ ਦਾ ਸਰੀਰ ਪਿਆ ਲੜਦਾ ਹੈ। ਜਿਤਨੇ ਕਰੋੜਾਂ ਸਰਣਵਤ ਬੀਜ ਪੈਦਾ ਹੋਏ ਨੇ, ਦੇਵੀ ਨੇ ਸਾਰੇ ਮਾਰ ਕੇ ਵੱਢ ਕੇ ਸੁੱਟ ਦਿੱਤੇ ਨੇ। ਫਿਰ ਜਿੰਨਾ ਖੂਨ ਧਰਤੀ ਤੇ ਡਿੱਗਿਆ, ਹਰ ਇੱਕ ਬੂੰਦ ਦੇ ਵਿੱਚੋਂ ਇੱਕ ਇੱਕ ਸਰਣਵਤ ਹੋਰ ਬੀਜ ਪੈਦਾ ਹੋ ਗਿਆ। ਇਸ ਪ੍ਰਕਾਰ ਹੁਣ ਕਰੋੜਾਂ ਤੇ ਸੰਖਾਂ ਹੀ ਜਿਹੜੇ ਸਰਣਵਤ ਬੀਜ ਨੇ ਉਹ ਫਿਰ ਪੈਦਾ ਹੋ ਗਏ। ਦੇਵੀ ਦੁਰਗਾ ਨੇ ਦੇਖਣਾ ਕੀਤਾ, ਇਸ ਪ੍ਰਕਾਰ ਵੱਢ ਕਰਕੇ ਇੱਕ ਨੂੰ ਮਾਰਿਆ ਹਜ਼ਾਰਾਂ ਹੋ ਗਏ, ਹਜ਼ਾਰਾਂ ਨੂੰ ਮਾਰਿਆ ਲੱਖਾਂ ਹੋ ਗਏ, ਲੱਖਾਂ ਨੂੰ ਮਾਰ ਕੇ ਕਰੋੜਾਂ ਹੋ ਗਏ, ਕਰੋੜਾਂ ਨੂੰ ਮਾਰਿਆ ਤੇ ਸੰਖਾਂ ਹੋ ਗਏ। ਇਸ ਪ੍ਰਕਾਰ ਗੱਲ ਬਣੇਗੀ ਨਹੀਂ। ਫਿਰ ਕਾਲਕਾ ਨੂੰ ਯਾਦ ਕਰਨਾ ਕੀਤਾ ਹੈ। ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਨਾ ਕਰਦੇ ਨੇ, ਚੰਡ ਚਤਾਰੀ ਕਾਲਕਾ ਮਨ ਬਹਿਲਾ ਰੋਸ ਵਢਾਏ ਕੈ, ਨਿਕਲੀ ਮੱਥਾ ਫੋੜ ਕੈ ਜਨ ਫਤਿਹ ਨਿਸ਼ਾਨ ਬਜਾਏ ਕੈ, ਜਾਗ ਸੋ ਜੰਮੀ ਜੁੱਧ ਨੂੰ ਜਰਵਾਣਾ ਜਨ ਮਰੜਾਏ ਕੈ, ਦਲ ਵਿੱਚ ਘੇਰਾ ਘੱਤਿਆ ਜਨ ਸੀਹ ਤੁਰਿਆ ਗਣਨਾਏ ਕੈ, ਆਪ ਵਿਸੂਲਾ ਹੋਇਆ ਤੇ ਲੋਕਾਂ ਤੇ ਖੁਨਸਾਏ ਕੈ, ਰੋਹ ਸਧਾਈਆਂ ਚੱਕਰ ਪਾਣ ਕਰ ਨਿੰਦਾ ਖੜਗ ਉਠਾਏ ਕੈ, ਬੜੇ ਬੜੇ ਚੁਣ ਸੂਰਮੈ ਗਹਿ ਚੋਟੀ ਗਏ ਚਲਾਏ ਕੈ, ਰਣ ਕਾਲੀ ਗੁੱਸਾ ਖਾਏ ਕੈ। ਮੈਦਾਨੇ ਜੰਗ ਦੇ ਅੰਦਰ ਕਾਲਕਾ ਨੇ ਐਸਾ ਗੁੱਸਾ ਖਾਦਾ ਹੈ, ਮਾਨੋ ਆਪ ਵਿਸੂਲਾ ਹੋਇਆ ਤੇ ਉਹ ਲੋਕਾਂ ਤੇ ਖੁਨਸਾਇਕ ਹੈ। ਇਸ ਦੇ ਹਿਰਦੇ ਦੇ ਅੰਦਰ ਜਿਹੜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਕਤੀ ਵੀਰ ਰਸੀ ਜੋਤ ਵਰਤ ਰਹੀ ਹੈ ਨਾ, ਮਾਨੋ ਹਰੀ ਅਕਾਲ ਪੁਰਖ ਵਾਹਿਗੁਰੂ ਆਪ ਤਿੰਨਾਂ ਲੋਕਾਂ ਦੇ ਉੱਪਰ ਕ੍ਰੋਧਵਾਨ ਹੋ ਕਰਕੇ ਦੁਰਗਾ ਦੇ ਦਿਲ ਅੰਦਰ, ਹਿਰਦੇ ਅੰਦਰ ਪ੍ਰਵੇਸ਼ ਕਰ ਆਇਆ ਹੈ। ਹੁਣ ਜੇ ਸਵੇਰੇ ਫਿਰ ਕਾਲਕਾ ਦੇਵੀ ਨੇ ਮੈਦਾਨੇ ਜੰਗ ਦੇ ਅੰਦਰ ਆਉਣਾ ਕੀਤਾ ਹੈ, ਵਾਹਿਗੁਰੂ ਜੀ ਦੀ ਜੋਤ ਕਲਾ ਐਸੀ ਵਰਤੀ ਹੈ, ਸਾਰੇ ਸਰਣਵਤ ਬੀਜਾਂ ਦਾ ਇਸਨੇ ਸੰਘਾਰ ਕਰਨਾ ਕੀਤਾ ਹੈ। ਹੱਥ ਦੇ ਅੰਦਰ ਖੱਪਰ ਪਕੜਿਆ ਨਾ ਕੀਤਾ ਹੈ। ਜਦੋਂ ਸਿਰ ਸਰਣਵਤ ਬੀਜ ਦਾ ਵੱਢ ਦਈਏ, ਥੱਲੇ ਖੱਪਰ ਕਰ ਦਿੰਦੀ ਏ, ਖੂਨ ਖੱਪਰ ਵਿੱਚ ਪੈ ਜਾਂਦਾ ਤੇ ਜਿਹੜੀ ਕਾਲਕਾ ਖੂਨ ਨੂੰ ਪੀ ਜਾਂਦੀ ਏ। ਸਰਣਵਤ ਬੀਜ ਦਾ ਜਿਹੜਾ ਖੂਨ ਹੈ ਉਹ ਧਰਤੀ ਤੇ ਡਿੱਗਣ ਹੀ ਨਹੀਂ ਦਿੱਤਾ। ਜਿੰਨੇ ਲੱਖਾਂ ਕਰੋੜਾਂ ਸੰਖਾਂ ਸਰਣਵਤ ਬੀਜ ਦਿਖਦੇ ਸੀ, ਸਾਰਿਆਂ ਨੂੰ ਮਾਰ ਦੇਣਾ ਕੀਤਾ ਹੈ। ਤੇ ਜਿਹੜੀ ਸੈਨਾ ਹੈ ਨਾ, ਦੌੜ ਕਰਕੇ ਸੁੰਭ ਤੇ ਨਿਸੁੰਭ ਦੇ ਕੋਲ ਪੁੱਜੀਏ। ਹੇ ਰਾਜਨ, ਉਸ ਦੁਰਗਾ ਦੇਵੀ ਦੇ ਮੱਥੇ ਦੇ ਵਿੱਚੋਂ ਐਸੀ ਕਾਲਕਾ, ਐਸਾ ਪ੍ਰਚੰਡ ਸਰੂਪ ਪ੍ਰਗਟ ਹੋਇਆ ਜਿਸ ਨੇ ਭੂਈ ਨਾ ਪਾਉਣਾ ਪਾਈਆਂ ਬੂੰਦਾਂ ਰਖਤ ਦੀਆਂ। ਰਖਤ ਬੀਜ ਦੇ ਖੂਨ ਦੀਆਂ ਬੂੰਦਾਂ ਧਰਤੀ ਤੇ ਡਿੱਗਣ ਹੀ ਨਹੀਂ ਦਿੱਤੀਆਂ, ਸਾਰੀਆਂ ਨੂੰ ਉਸਨੇ ਪੀ ਲੈਣਾ ਕੀਤਾ ਹੈ। ਫਿਰ ਸੁੰਭ ਤੇ ਨਿਸੁੰਭ ਬੜੇ ਗੁੱਸੇ ਦੇ ਵਿੱਚ ਆਏ ਨੇ। ਦੋਵਾਂ ਨੇ ਵਿਚਾਰ ਕੀਤੀ ਹੈ, ਦੇਵੀ ਬੜੀ ਬਲਸ਼ਾਲੀ ਹੈ, ਕੱਲਿਆਂ ਕੱਲਿਆਂ ਜਾਣਾ ਬਣ ਨਹੀਂ ਆਉਂਦਾ, ਹੁਣ ਦੋਵੇਂ ਇਕੱਠੇ ਹੀ ਜਾਣਾ ਕਰੀਏ। ਫਿਰ ਸੁੰਭ ਤੇ ਨਿਸੁੰਭ ਦੋਵੇਂ ਮੈਦਾਨੇ ਜੰਗ ਦੇ ਅੰਦਰ ਆਏ ਨੇ। ਦੁਰਗਾ ਦੇ ਨਾਲ ਫਿਰ ਤੋਂ ਮੁਕਾਬਲਾ ਹੋਇਆ ਹੈ, ਲੱਖਾਂ ਦੁਸ਼ਮਣਾਂ ਨੂੰ ਸੰਘਾਰ ਕਰਕੇ। ਤੇ ਜੋ ਦੁਰਗਾ ਦੇਵੀ ਹੈ, ਨਿਸੁੰਭ ਨੂੰ ਤਲਵਾਰ ਮਾਰ ਕੇ ਵੱਢ ਦੇਣਾ ਕੀਤਾ ਹੈ। ਸੋ ਸਿਰ ਦੇ ਵਿੱਚ ਤਲਵਾਰ ਮਾਰੀਏ, ਲੋਹੇ ਦੇ
ਟੋਪ ਨੂੰ ਸੰਜੋ ਨੂੰ ਵੱਢਦਿਆਂ ਹੋਇਆਂ ਲੋਹੇ ਦੀ ਜਾਲੀ ਸਮੇਤ ਘੋੜੇ ਨੂੰ ਵੀ 2 ਟੁਕੜੇ ਕਰਕੇ ਧਰਤੀ ਦੇ ਉੱਪਰ ਸੁੱਟ ਦਿੱਤਾ ਹੈ। ਹੁਣ ਨਿਸੁੰਭ ਵੀ 2 ਟੁਕੜੇ ਹੋਇਆ ਪਿਆ, ਧਰਤੀ ਤੇ ਤੜਫਦਾ ਹੈ ਤੇ ਘੋੜਾ ਵੀ ਪਿਆ ਤੜਫਦਾ ਹੈ। ਤੇ ਇਸ ਵੇਲੇ ਜਿਹੜਾ ਸੁੰਭ ਹੈ ਬੜੇ ਕ੍ਰੋਧ ਦੇ ਨਾਲ ਆਇਆ ਹੈ ਤੇ ਦੇਵੀ ਨੂੰ ਲਲਕਾਰ ਕਰਕੇ ਗੱਜ ਕਰਕੇ ਸਾਹਮਣੇ ਆ ਕੇ ਕਹਿਣ ਲੱਗਾ, ਮੇਰੇ ਵੱਡੇ ਵੱਡੇ ਸੂਰਮੇ ਤੂੰ ਮਾਰੇ ਨੇ, ਸਭਨਾਂ ਦਾ ਪ੍ਰਸ਼ੋਧ ਮੈਂ ਤੇਰੇ ਤੋਂ ਲਵਾਂਗਾ, ਸਾਰਿਆਂ ਦਾ ਬਦਲਾ ਤੈਨੂੰ ਮਾਰ ਕਰਕੇ ਲਵਾਂਗਾ। ਹੁਣ ਸੁੰਭ ਦਾ ਜਿਸ ਵੇਲੇ ਮੁਕਾਬਲਾ ਹੋਇਆ ਹੈ ਤੇ ਦੁਰਗਾ ਦੇਵੀ ਨੇ ਫਿਰ ਬਰਸ਼ੀ ਨੂੰ ਸੰਭਾਲਿਆ ਹੈ। ਐਸੀ ਬਰਸ਼ੀ ਦਾ ਭਰਵਾਂ ਵਾਰ ਇਸ ਦੀ ਛਾਤੀ ਦੇ ਅੰਦਰ ਕਰਨਾ ਕੀਤਾ ਹੈ, ਘੋੜੇ ਤੋਂ ਪਲਟ ਕੇ ਜ਼ਮੀਨ ਦੇ ਉੱਪਰ ਡਿੱਗਾ ਹੈ। ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਬਰਸ਼ੀ ਸੁੰਭ ਦੇ ਖੂਨ ਦੇ ਨਾਲ ਭਿੱਜ ਕਰਕੇ ਨਾ ਕਰਕੇ ਐਵੇਂ ਬਾਹਰ ਆਈ ਹੈ, ਜਾਨ ਰਜਾਦੀ ਉਤਰੀ ਪੈਨ ਸੂਹੀ ਸਾਰੀ। ਸਾਰੀ ਤੋਂ ਭਾਵ ਹੈ ਸਾੜੀ ਤੇ ਰਜ਼ਾਦੀ ਤੋਂ ਭਾਵ ਹੈ ਸ਼ਹਿਜ਼ਾਦੀ। ਸੁੰਭ ਘੋੜੇ ਤੇ ਚੜਿਆ, ਛਾਤੀ ਵਿੱਚ ਵੱਜ ਕਰਕੇ ਬਰਸ਼ੀ ਐਵੇਂ ਬਾਹਰ ਆਈਏ, ਖੂਨ ਦੇ ਨਾਲ ਭਿੱਜ ਕੇ ਲਾਲ ਹੋ ਕਰਕੇ ਜਿਵੇਂ ਸ਼ਹਿਜ਼ਾਦੀ ਮਹਿਲਾਂ ਦੇ ਵਿੱਚੋਂ ਲਾਲ ਸਾੜੀ ਪਹਿਨ ਕਰਕੇ ਥੱਲੇ ਉਤਰੀ ਹੋਵੇ। ਇਸ ਪ੍ਰਕਾਰ ਕਲਗੀਧਰ ਸਾਹਿਬ ਜੀ ਫਰਮਾਵਣਾ ਕਰਦੇ ਨੇ, ਦੈਂਤਾਂ ਦਾ ਸੰਘਾਰ ਕੀਤਾ ਹੈ। ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੂੰ, ਇੰਦਰ ਸੱਦ ਬੁਲਾਇਆ ਰਾਜ ਅਭਖੇਖ ਨੂੰ, ਸਿਰ ਪਰ ਛਤਰ ਫਿਰਾਇਆ ਰਾਜੇ ਇੰਦਰ ਦਾ, 14 ਲੋਕਾਂ ਛਾਇਆ ਜਸ ਜਗ ਮਾਤ ਦਾ। 14 ਲੋਕਾਂ ਦੇ ਵਿੱਚ ਦੁਰਗਾ ਦੇਵੀ ਦਾ ਜਸ ਛਾਇਆ ਹੈ। 14 ਲੋਕਾਂ ਦੇ ਅੰਦਰ ਸ਼ੇਰ ਤੇ ਸਵਾਰੀ ਕਰਕੇ ਸ਼ੇਰ ਨੂੰ ਉਸਨੇ ਨਚਾਵਣਾ ਕੀਤਾ ਹੈ। ਇੰਦਰ ਦੇ ਸਿਰ ਦੇ ਉੱਪਰ ਛਤਰ ਫਿਰਾਇਆ ਹੈ, ਸਵਰਗ ਦਾ ਰਾਜ ਭਾਗ ਉਸ ਨੂੰ ਦੇਣਾ ਕੀਤਾ ਹੈ। ਤੇ ਕਲਗੀਧਰ ਸਾਹਿਬ ਜੀ ਫਿਰ ਬਚਨ ਕਰਨਾ ਕਰਦੇ ਨੇ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਇਹਨਾਂ ਦੇਵੀਆਂ ਦੇ ਅੰਦਰ ਹੋ ਕਰਕੇ ਵਰਤੀ ਤੇ ਦੈਂਤਾਂ ਦਾ ਸੰਘਾਰ ਕੀਤਾ ਨਾ, ਉਸ ਜੋਤ ਦਾ, ਉਸ ਆਦ ਸ਼ਕਤੀ ਦਾ ਜਿਹੜਾ ਜਸ ਹੈ ਪੌੜੀਆਂ ਬਣਾ ਕਰਕੇ ਵਾਰ ਦੇ ਅੰਦਰ ਲਿਖ ਦੇਣਾ ਕੀਤਾ ਹੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਕਤੀ ਦੇ ਇਸ ਜਸਮਈ ਵਾਰ ਨੂੰ ਨਿਤਾ ਪ੍ਰਤੀ ਪੜ੍ਹਨਾ ਕਰੇਗਾ ਉਹ ਜੂਨਾ ਵਿੱਚ ਨਹੀਂ ਆਵੇਗਾ, 84 ਲੱਖ ਦਾ ਗੇੜਾ ਹੀ ਕੱਟਿਆ ਜਾਵੇਗਾ। ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ। ਜਿਹੜਾ ਇਸ ਨੂੰ ਗਾਇਨ ਕਰੇਗਾ ਉਹ ਜੂਨਾ ਵਿੱਚ ਨਹੀਂ ਆਵੇਗਾ। ਇਸ ਪ੍ਰਕਾਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿਸੇ ਅੰਮ੍ਰਿਤ ਬਾਣੀ ਗੁਰਸਿੱਖਾਂ ਨੂੰ ਪੜ੍ਹਨੀ ਦੇ ਕਰਕੇ ਖਾਲਸਾ ਪੰਥ ਦੀ ਝੋਲੀ ਦੇ ਅੰਦਰ ਪਾ ਕਰਕੇ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਹਿਰਦੇ ਸ਼ਾਂਤ ਕੀਤੇ ਨੇ। ਉੱਥੇ ਸ਼ਾਂਤ ਹਿਰਦੇ ਵਾਲਿਆਂ ਨੂੰ, ਸੱਤ ਦੇ ਪੁਜਾਰੀਆਂ ਨੂੰ, ਸੱਚ ਦੇ ਨਾਲ ਅਭੇਦ ਪੁਰਖਾਂ ਨੂੰ, ਆਪਣੇ ਖਾਲਸਾ ਪੰਥ ਨੂੰ ਮੌਤ ਤੋਂ ਉੱਤੇ ਦੀ ਮੰਜ਼ਿਲ ਬਖਸ਼ ਕਰਕੇ, ਪਰਮ ਪਦ ਬਖਸ਼ ਕਰਕੇ, ਤੁਰਿਆ ਪਦ ਬਖਸ਼ ਕਰਕੇ, ਆਤਮ ਰਸ ਬਖਸ਼ ਕਰਕੇ ਫਿਰ ਸ਼ਕਤੀ ਦਾ ਪ੍ਰਤੀਕ ਸ੍ਰੀ ਸਾਹਿਬ ਕਕਾਰਾਂ ਦੇ ਵਿੱਚ ਬਖਸ਼ਿਸ਼ ਕਰ ਦੇਣਾ ਕੀਤੀ ਏ। ਜਿਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਕਤੀ ਨੇ ਦੁਰਗਾ ਰੂਪ ਹੋ ਕਰਕੇ ਦੈਂਤਾਂ ਦਾ ਸੰਘਾਰ ਕੀਤਾ ਹੈ ਨਾ, ਖਾਲਸਾ ਜੀ ਅਸੀਂ ਵੀ ਤੁਹਾਡੀ ਸਿਰਜਣਾ ਇਸੇ ਕਾਰਜ ਵਾਸਤੇ ਕੀਤੀ ਹੈ। ਅਸੁਰ ਸੰਘਾਰ ਬੇਕੋ, ਦੁਰਜਨ ਕੇ ਮਾਰ ਬੇਕੋ, ਸੰਕਟ ਨਿਵਾਰ ਬੇਕਾਓ। ਖਾਲਸਾ ਬਣਾਇਓ ਹੈ ਵਿਘਨਾਂ ਦਾ ਨਾਸ਼ ਕਰਨ ਵਾਸਤੇ, ਅਸੁਰਾਂ ਦਾ ਸੰਘਾਰ ਕਰਨ ਵਾਸਤੇ, ਸੰਤਾਂ ਦੀ ਤੇ ਮਜ਼ਲੂਮਾਂ ਦੀ ਸਹਾਇਤਾ ਕਰਨ ਵਾਸਤੇ। ਕਲਗੀਧਰ ਸਾਹਿਬ ਜੀ ਫਰਮਾਵਣਾ ਕਰਦੇ, ਅਸੀਂ ਖਾਲਸਾ ਬਣਾਇਆ ਹੈ। ਇਹ ਭਗਵਤੀ ਦੀ ਵਾਰ, ਇਹ ਚੰਡੀ ਦੀ ਵਾਰ, ਵਾਹਿਗੁਰੂ ਜੀ ਦੀ ਕਲਾ ਦੀ ਜਸਮਈ ਵਾਰ ਖਾਲਸਾ ਪੰਥ ਦੀ ਝੋਲੀ ਵਿੱਚ ਪਾ ਦੇਣਾ ਕੀਤੀ ਹੈ। ਇਸ ਪ੍ਰਕਾਰ ਸੱਚ ਦਾ ਪ੍ਰਕਾਸ਼ ਲੈ ਕਰਕੇ ਤੇ ਵੀਰ ਰਸ ਨੂੰ ਪ੍ਰਾਪਤ ਕਰਕੇ ਖਾਲਸਾ ਜੀ ਸਦਾ ਵੀਰ ਬਹਾਦਰ ਬਣ ਕੇ ਜ਼ੁਲਮ ਦਾ ਨਾਸ਼ ਕਰਦੇ ਰਹਿਣਾ ਹੈ। ਸ਼ਸਤਰ ਧਾਰੀ ਹੋ ਕਰਕੇ, ਸੂਰਬੀਰ ਬਹਾਦਰ ਹੋ ਕਰਕੇ ਸੰਸਾਰ ਦੇ ਅੰਦਰ ਸਵੈਮਾਨ, ਅਣਖ ਇੱਜ਼ਤ ਆਬਰੂ ਤੇ ਜੁਰਤ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ ਹੈ। ਅਣਖਮਈ ਤੇ ਗੌਰਵਮਈ ਜੀਵਨ ਬਤੀਤ ਕਰਨਾ ਹੈ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਸਤਿਗੁਰੂ ਜੀ ਦੇ ਵੀਰ ਬਹਾਦਰ ਸਪੁੱਤਰਾਂ ਨੇ, ਖਾਲਸਾ ਪੰਥ ਨੇ ਐਸੇ ਸ਼ਸਤਰ ਵਾਹੁਣਾ ਕੀਤੇ ਨੇ, ਐਸਾ ਤੇਜ ਪ੍ਰਤਾਪ ਕਲਗੀਧਰ ਸਾਹਿਬ ਜੀ ਦੇ ਪੰਥ ਦੇ ਅੰਦਰ ਛਾਇਆ ਹੈ। 1.25 ਲੱਖ ਦੇ ਨਾਲ ਇੱਕ ਲੜਦਾ ਹੈ ਤਾਂ ਵੀ ਹੌਸਲਾ ਹਾਰਦਾ ਨਹੀਂ। ਸੋ ਇਸ ਪ੍ਰਕਾਰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸ਼ਾਂਤ ਰਸ ਦੇ ਨਾਲ ਵੀਰ ਰਸ ਬਖਸ਼ਿਆ ਹੈ, ਮਾਲਾ ਦੇ ਨਾਲ ਸ੍ਰੀ ਸਾਹਿਬ ਬਖਸ਼ੀ ਹੈ। ਇੱਕ ਹੱਥ ਮਾਲਾ, ਦੂਜੇ ਤੇਗ ਦੇ ਕੇ ਭਗਤੀ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ ਹੈ। ਭਗਤੀ ਤੋਂ ਸ਼ਕਤੀ ਆਉਂਦੀ ਏ ਤੇ ਜੇ ਸ਼ਕਤੀ ਪ੍ਰਾਪਤ ਹੋ ਗਈ ਏ ਤੇ ਇਸ ਨੂੰ ਝੱਲਣ ਵਾਸਤੇ, ਜਰਨ ਵਾਸਤੇ ਵੀ ਭਗਤੀ ਦੀ ਲੋੜ ਹੈ। ਇਸ ਕਰਕੇ ਭਗਤੀ ਪਹਿਲਾਂ ਬਖਸ਼ੀਏ, ਸ੍ਰੀ ਸਾਹਿਬ ਭਾਵ ਸ਼ਕਤੀ ਫੇਰ ਬਖਸ਼ਿਸ਼ ਕਰਨਾ ਕੀਤੀ ਏ। ਇਸ ਪ੍ਰਕਾਰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜੋ 6ਵੇਂ ਸਰੂਪ ਦੇ ਅੰਦਰ ਮੀਰੀ ਤੇ ਪੀਰੀ ਦਾ ਸੁਮੇਲ ਕੀਤਾ ਸੀ, 10ਵੇਂ ਜਾਮੇ ਦੇ ਅੰਦਰ ਖਾਲਸਾ ਪੰਥ ਦੀ ਝੋਲੀ ਵਿੱਚ ਪਾਵਣਾ ਕੀਤਾ ਹੈ। ਜਿੱਥੇ ਸੰਸਾਰ ਦੀ ਬਾਦਸ਼ਾਹਤ ਬਖਸ਼ੀ ਹੈ, ਉੱਥੇ ਆਤਮਿਕ ਅਵਸਥਾ ਦੀ ਪਾਤਸ਼ਾਹਤ ਵੀ ਬਖਸ਼ੀ ਹੈ।
ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਭੇਦਤਾ ਦਰਸਾਵਣਾ ਕੀਤੀ ਹੈ। हे ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਵੀਰ ਰਸੀ ਬਾਣੀ ਬਹੁਤ ਵਿਸਥਾਰ ਹੈ, ਵੱਡੇ ਭਾਰੀ ਪ੍ਰਸੰਗ ਨੇ, ਪਰ ਦੁਸਹਿਰੇ ਦੇ ਦਿਵਸ ਨੂੰ ਸਮਰਪਿਤ, ਸ਼ਾਸਤਰ ਪੂਜਾ ਦਿਵਸ ਨੂੰ ਸਮਰਪਿਤ, ਸ਼ਾਸਤਰਾਂ ਦੀ ਮਹਿਮਾ, ਸ਼ਾਸਤਰਾਂ ਦੁਆਰਾ ਵੀਰ ਰਸ, ਸ਼ਾਸਤਰਾਂ ਦੁਆਰਾ ਜੰਗ ਲੜ ਕਰਕੇ ਧਰਮ ਦੀ ਸਥਾਪਤੀ, ਰਾਜ ਦੀ ਸਥਾਪਤੀ, ਜਿਵੇਂ ਕਲਗੀਧਰ ਸਾਹਿਬ ਜੀ ਨੇ ਦਰਸਾਈਏ ਸੂਖਸ਼ਮ ਰੂਪ ਦੇ ਅੰਦਰ ਕਲਗੀਧਰ ਸਾਹਿਬ ਜੀ ਦੇ ਦਰਬਾਰ ਵਿਖੇ ਆਪ ਸੰਗਤਾਂ ਦੇ ਸਮਕਸ਼ ਪ੍ਰਗਟ ਕਰਨੇ ਦਾ ਯਤਨ ਕਰਨਾ ਕੀਤਾ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਮਗਰ ਮਹਿਮਾ ਨੂੰ ਕੌਣ ਕਹਿ ਸਕਦਾ ਹੈ। ਕੇਵਲ ਤਾਂ ਕੇਵਲ ਪੰਛੀ ਝਾਤ ਮਾਰ ਕੇ ਗੁਰ ਚਰਨਾਂ ਵਿਖੇ ਤੁਹਾਡੀ ਤੇ ਆਪਣੀ ਹਾਜ਼ਰੀ ਹੀ ਲਗਵਾਉਣ ਦਾ ਯਤਨ ਹੈ ਜੀ। ਹੁਣ ਕਲਗੀਧਰ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਜੋ ਨਿਤ ਦੀ ਮਰਿਆਦਾ ਹੈ, ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸੂਖਸ਼ਮ ਜਿਹੇ ਸਮੇਂ ਦੇ ਅੰਦਰ ਅਖਰੀ ਅਰਥ ਸ਼ਰਵਣ ਕਰਦਿਆਂ ਹੋਇਆਂ, ਗੁਰ ਚਰਨਾਂ ਵਿਖੇ ਹੋਰ ਹਾਜ਼ਰੀਆਂ ਭਰਦਿਆਂ, ਸ਼ਰਵਣ ਭਗਤੀ ਕਰਦਿਆਂ ਲਾਹੇ ਪ੍ਰਾਪਤ ਕਰਨੇ ਦਾ ਯਤਨ ਕਰੀਏ ਜੀ। ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸ਼ਰਵਣ ਕਰਨ ਦੇ ਸਮੇਂ ਆਪਣੇ ਹਿਰਦਿਆਂ ਦੀ ਇਕਾਗਰਤਾ, ਇਸੇ ਪ੍ਰਕਾਰ ਰਸਨਾ ਦੀ ਪਵਿੱਤਰਤਾ ਵਾਸਤੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਵਿੱਤਰ ਨਾਮ ਨੂੰ ਸਰਬਤ ਪਾਈ ਭਾਈ ਮੁਖ ਤੋਂ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਾਲਾ ਮਹੱਲਾ ਪੰਜਵਾ। ਗਰੀਬ ਨਿਵਾਜ ਧੀਰਜ ਧਾਰੀ ਪਰ ਉਪਕਾਰੀ, ਸੱਚੀ ਜੋਤ ਸੱਚ ਦੇ ਸੂਰਜ, ਬ੍ਰਹਮ ਗਿਆਨ ਦੇ ਸਾਗਰ, ਬਖਸ਼ਿਸ਼ਾਂ ਦੇ ਅਮੋਲਕ ਭੰਡਾਰੇ, ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਹੈ। ਗਰੀਬ ਨਿਵਾਜ, ਇਹ ਜਿਹੜਾ ਮਨ ਹੈ ਵਸ ਵਿੱਚ ਨਹੀਂ ਆਉਂਦਾ, ਭਗਤੀ ਕਰਨੇ ਦੇ ਵਿੱਚ ਨਹੀਂ ਟਿਕਦਾ ਹੈ, ਪਦਾਰਥਾਂ ਦੇ ਪਿੱਛੇ ਦੌੜਦਾ ਹੈ। ਮਾਇਆ ਦੀ ਪਾਹ ਐਸੀ ਮਨ ਨੂੰ ਚੜੀ ਹੋਈ ਏ, ਨਾਮ ਦਾ ਰੰਗ ਟਿਕਦਾ ਹੀ ਨਹੀਂ ਏ, ਚੜ੍ਹਦਾ ਹੀ ਨਹੀਂ ਏ, ਹਿਰਦਾ ਇਕਾਗਰ ਹੁੰਦਾ ਨਹੀਂ ਏ, ਸੁਰਤ ਨਿਰਮਲ ਹੁੰਦੀ ਨਹੀਂ ਏ। ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਦੋਂ ਆਪ ਜੀ ਦੇ ਦੀਦਾਰ ਕਰਦੇ ਆ ਨਾ, ਆਪ ਜੀ ਦਾ ਚੌੜਾ ਤੇ ਖੀਵਾ ਜਿਹਾ ਮੱਥਾ, ਭਗਤੀ ਦੀ ਜੋਤ ਐਸੀ ਉੱਪਰ ਦਮਕਦੀ ਏ, ਐਸੀ ਪ੍ਰਚੰਡ ਹੈ। ਆਪ ਜੀ ਦੇ ਮੁਬਾਰਕ ਮੁਖੜੇ ਦੀ ਆਭਾ ਐਸੀ ਪ੍ਰਜਵਲਤ ਹੈ। ਹਜ਼ੂਰ ਜੋ ਬਚਨਾਂ ਨੂੰ ਪੜ੍ਹਦੇ ਤੇ ਸੁਣਦੇ ਆ ਨਾ, ਪ੍ਰਤਾਸ਼ ਹਿਰਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ, ਆਪ ਜੀ ਦੇ ਸਰੂਪ ਤੋਂ ਦਰਸ਼ਨ ਕਰਕੇ ਪ੍ਰਗਟ ਹੁੰਦਾ ਸੱਚਮੁੱਚ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਆਪ ਜੀ ਦੇ ਹਿਰਦੇ ਦੇ ਅੰਦਰ ਪ੍ਰਜਵਲਿਤ ਹੋ ਰਹੀ ਹੈ, ਜਿਸ ਦਾ ਪ੍ਰਕਾਸ਼ ਆਪ ਜੀ ਦੇ ਨੂਰਾਨੇ ਮੁਖ ਤੋਂ ਡੁੱਲ ਡੁੱਲ ਕੇ ਪੈਂਦਾ ਹੈ, ਡਲਕਦਾ ਹੈ, ਦਗ ਦਗ ਕਰਦਾ ਭਗਤੀ ਦੇ ਪ੍ਰਤਾਪ ਦੇ ਸਹਿਤ ਆਪ ਦਾ ਚਿਹਰਾ ਦਰਸਾਉਂਦਾ ਹੈ। ਗਰੀਬ ਨਿਵਾਜ, ਬ੍ਰਹਮ ਗਿਆਨ ਦੀ ਜੋਤ ਆਪ ਜੀ ਦੇ ਹਿਰਦੇ ਦੇ ਅੰਦਰ ਲਟਾ ਲਟ ਪਈ ਮੱਚਦੀ ਏ। ਸੱਚੇ ਪਾਤਸ਼ਾਹ ਇਹ ਬ੍ਰਹਮ ਦੀ ਜੋਤ ਸਾਡੇ ਹਿਰਦੇ ਦੇ ਅੰਦਰ ਵੀ ਪ੍ਰਗਟ ਹੋ ਜਾਵੇ। ਜਿਸ ਜੋਤ ਨੂੰ ਪਛਾਣਨ ਵਾਸਤੇ ਆਪ ਜੀ ਅੰਮ੍ਰਿਤ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਹੋ, ਮਹਾਰਾਜ ਉਹ ਜੋਤ ਸਾਡੇ ਹਿਰਦੇ ਦੇ ਅੰਦਰ ਵੀ ਪ੍ਰਗਟ ਹੋ ਜਾਵੇ। ਅਸੀਂ ਵੀ ਅੰਤਰ ਆਤਮੇ ਬ੍ਰਹਮ ਜੀ ਦੀ ਅਭੇਦਤਾ ਦੇ ਸੁੱਖ ਨੂੰ ਮੰਨਣਾ ਕਰੀਏ, ਸਵਰੂਪ ਰੂਪ ਦੇ ਅੰਦਰ ਅਭੇਦਤਾ ਪ੍ਰਾਪਤ ਕਰਕੇ ਮਾਇਆ ਦੀ ਪਾਹ ਤੋਂ ਬਚ ਜਾਈਏ। ਸੰਸਾਰ ਦੇ ਦੁੱਖਾਂ ਤੋਂ, ਈਰਖਾ ਦੇ ਦੁੱਖਾਂ ਤੋਂ, ਜੰਮਣ ਮਰਨ ਦੇ ਦੁੱਖਾਂ ਤੋਂ, ਵਿਕਾਰਾਂ ਦੇ ਦੁੱਖਾਂ ਤੋਂ ਅਸੀਂ ਬਚ ਜਾਈਏ। ਸੱਚੇ ਸਾਹਿਬ ਜੀ ਐਸਾ ਉਪਦੇਸ਼ ਸਾਨੂੰ ਕਿਰਪਾਲਤਾ ਕਰਕੇ ਬਖਸ਼ਿਸ਼ ਕਰਨਾ ਕਰੋ ਜੀ। ਤੇ ਜਗਿਆਸੂ ਜਨਾਂ ਦੀ ਬੇਨਤੀ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਗੌੜੀ ਰਾਗ ਹੈ, ਮਾਲਾ ਇਸ ਦੀ ਜਾਤੀ ਹੈ, ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਨਾ ਕਰਦੇ ਹਨ। ਇਸੇ ਪ੍ਰਕਾਰ ਮਾਲਾ ਦੇ ਚਰਨ ਦੇ ਵਿੱਚ ਇੱਕ ਅੰਕ ਹੈ, ਇਸ ਤੋਂ ਭਾਵ ਹੈ 1 ਲੱਖ ਇਸ ਸ਼ਬਦ ਦਾ ਜਾਪ ਕੀਤਾ ਜਾਵੇ ਤੇ ਮਨੋਕਾਮਨਾ ਪੂਰੀ ਹੋਵੇਗੀ। ਇੱਕ ਅੰਕ ਹੈ ਜਿਸ ਦਾ ਭਾਵ ਹੈ ਇਹ ਮਾਲਾ ਇੱਕ ਪ੍ਰਕਾਰ ਦਾ, ਇਸ ਮਾਲਾ ਦੇ ਹੋਰ ਵੀ ਪ੍ਰਕਾਰ ਨੇ, ਇਸ ਜਾਤੀ ਦੇ ਹੋਰ ਵੀ ਪ੍ਰਕਾਰ ਨੇ, ਪਰ ਇੱਕ ਪ੍ਰਕਾਰ ਦਾ ਪਹਿਲੇ ਪ੍ਰਕਾਰ ਦਾ ਹੈ। ਪਾਇਆ ਲਾਲ ਰਤਨ ਮਨ ਪਾਇਆ। ਬਚਨ ਕਰਨਾ ਕਰਦੇ ਨੇ ਸਿੱਖੋ। ਇਹ ਜੋ ਮੁਖ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਦਾ ਝਲਕਾਰਾ ਨਜ਼ਰ ਪਿਆ ਆਉਂਦਾ ਨਾ, ਇਹ ਜੋ ਨਾਮ ਦਾ ਨੂਰ ਨਜ਼ਰ ਆਉਂਦਾ ਹੈ ਪਾਇਆ, ਇਹ ਪੂਰੇ ਸਤਿਗੁਰੂ ਜੀ ਦੇ ਪਾਸੋਂ ਨਾਮ ਨੂੰ ਪਾਵਨਾ ਕੀਤਾ ਹੈ। ਜੋ ਨਾਮ ਰਤਨ ਹੈ ਉਸ ਨੂੰ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਮਾਨੇ ਨੰਨੇ ਨੂੰ ਸਿਹਾਰੀ ਹੈ, ਮਨ ਦੇ ਵਿੱਚੋਂ ਹੀ ਪ੍ਰਾਪਤ ਕਰਨਾ ਕੀਤਾ ਹੈ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ।
ਹੇ ਮੇਰਿਆ ਮਨਾ, ਸਾਰੀਆਂ ਨਿਧੀਆਂ ਦਾ ਖਜ਼ਾਨਾ ਹਰੀ ਅਕਾਲ ਪੁਰਖ ਵਾਹਿਗੁਰੂ ਤੇਰੇ ਹਿਰਦੇ ਦੇ ਅੰਦਰ ਹੈ। ਇਸ ਨਿਧੀਆਂ ਦੇ ਖਜ਼ਾਨੇ ਪ੍ਰਮਾਤਮਾ ਨੂੰ ਬਾਹਰੋਂ ਜਾ ਕਰਕੇ ਕਿਤੇ ਉਹਨਾਂ ਭਾਲਣਾ ਕਰ, ਹਿਰਦੇ ਦੇ ਅੰਦਰ ਹੈ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੇ ਨਾਲ ਨਾਮ ਰੂਪੀ ਰਤਨ ਨੂੰ, ਇਸ ਲਾਲ ਨੂੰ, ਲਾਲ ਤੋਂ ਭਾਵ ਹੈ ਪਿਆਰਾ, ਰਤਨ ਤੋਂ ਭਾਵ ਹੈ ਅਮੋਲਕ। ਅਮੋਲਕ ਮਾਣਿਕ ਹੈ ਜੋ ਰਤਨ ਹੈ ਪ੍ਰਮਾਤਮਾ ਜੀ ਦਾ ਪਿਆਰ, ਪ੍ਰਮਾਤਮਾ ਜੀ ਦਾ ਨਾਮ ਜੋ ਅਤਿਅੰਤ ਲਾਲ ਪਿਆਰਾ ਹੈ, ਗੁਰ ਉਪਦੇਸ਼ ਦੇ ਨਾਲ ਹਿਰਦੇ ਦੇ ਵਿੱਚ ਪਾਵਣਾ ਕੀਤਾ ਹੈ। ਇਸੇ ਪ੍ਰਕਾਰ ਲਾਲ ਜੋ ਪਿਆਰਾ ਵਾਹਿਗੁਰੂ ਹੈ, ਰਤਨ ਜੋ ਨਾਮ ਦਾ ਦਾਤਾ ਹੈ, ਵੱਡਿਆਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਹਿਰਦੇ ਦੇ ਅੰਦਰ ਹੀ ਤਿਸ ਦੀ ਸਾਖਿਆਤਕਾਰਤਾ ਨੂੰ ਪਾਇਆ ਹੈ। ਗੁਰ ਉਪਦੇਸ਼ ਦੇ ਰਾਹੀਂ ਹਿਰਦੇ ਦੇ ਅੰਦਰ ਹੀ ਪਾਰ ਬ੍ਰਹਮ ਪਰਮਾਤਮਾ ਜੀ ਪ੍ਰਗਟ ਹੋਏ ਨੇ। ਇਸੇ ਹੀ ਪ੍ਰਕਾਰ ਪਾਇਆ ਲਾਲ ਰਤਨ ਮਨ ਪਾਇਆ। ਸਿੱਖੋ, ਜਿਨ੍ਹਾਂ ਨੇ ਰਤਨ ਦੀ ਨਿਆਈ, ਲਾਲ ਦੀ ਨਿਆਈ, ਅਮੋਲਕ ਪਰਮਾਤਮਾ ਜੀ ਨੂੰ ਪੂਰੇ ਸਤਿਗੁਰੂ ਜੀ ਨੇ ਹਿਰਦੇ ਦੇ ਅੰਦਰ ਪਾਇਆ ਹੈ ਨਾ, ਉਹਨਾਂ ਦੇ ਰਾਹੀਂ, ਉਹਨਾਂ ਦੀ ਸੰਗਤ ਦੁਆਰਾ, ਉਹਨਾਂ ਦੇ ਉਪਦੇਸ਼ ਕਰਕੇ ਅਸਾਂ ਨੇ ਵੀ ਹਿਰਦੇ ਦੇ ਅੰਦਰ ਤੇ ਇਸ ਲਾਲ ਦੀ ਨਿਆਈ, ਰਤਨ ਦੀ ਨਿਆਈ, ਅਮੋਲਕ ਬੇਸ਼ਕੀਮਤੇ ਤੇ ਪਿਆਰੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨਾ ਕੀਤਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਦਰ ਦਾ ਫਲ ਹੈ ਜੋ ਵਾਹਿਗੁਰੂ ਜੀ ਨੂੰ ਹਿਰਦੇ ਦੇ ਅੰਦਰ ਸਾਖਿਆਤ ਕਰਿਆ ਹੈ। ਇਸੇ ਹੀ ਪ੍ਰਕਾਰ ਪਾਇਆ ਲਾਲ ਰਤਨ ਮਨ ਪਾਇਆ। ਸਿੱਖੋ, ਜਿਸ ਕਿਸੇ ਨੇ ਵੀ ਦੁਨੀਆ ਸੰਸਾਰ ਦੇ ਅੰਦਰ ਚੌਹ ਯੁਗਾਂ ਦੇ ਅੰਦਰ ਪਾਇਆ ਪ੍ਰਾਪਤ ਕੀਤਾ ਹੈ, ਮਾਨੇ ਮਨ ਦੇ ਅੰਦਰ ਲਾਲ ਪ੍ਰਮਾਤਮਾ ਜੀ ਦੇ ਪਿਆਰ ਨੂੰ ਵਸਾ ਕਰਕੇ ਰਤਨ ਰੂਪੀ ਨਾਮ ਦਾ ਜਿਸ ਨੇ ਸਿਮਰਨ ਕੀਤਾ, ਜਾਪ ਕੀਤਾ, ਅਭਿਆਸ ਕੀਤਾ, ਆਰਾਧਿਆ, ਸਿਮਰਿਆ, ਧਿਆਇਆ ਹੈ ਨਾ, ਉਸੇ ਨੇ ਹੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਿਰਦੇ ਦੇ ਅੰਦਰ ਪ੍ਰਾਪਤ ਕਰਨਾ ਕੀਤਾ ਹੈ। ਆਤਮਾ ਪ੍ਰਾਤਮਾ ਨੂੰ ਇੱਕ ਸਰੂਪ ਕਰਨਾ ਕੀਤਾ ਹੈ। ਉਸੇ ਨੇ ਹੀ ਸਰੂਪ ਰੂਪ ਦੀ ਅਭੇਦਤਾ ਨੂੰ ਹਿਰਦੇ ਦੇ ਅੰਦਰ ਪਾਇਆ ਹੈ। ਤਨ ਸੀਤਲ ਮਨ ਸੀਤਲ ਥੀਆ। ਹੁਣ ਜਦੋਂ ਹਿਰਦੇ ਦੇ ਅੰਦਰ ਹੀ ਪ੍ਰਾਪਤ ਕਰ ਲਿਆ ਨਾ, ਜਿਹੜਾ ਤਨ ਸੀ ਇਹ ਵਿਕਾਰਾਂ ਵੱਲੋਂ ਸੀਤਲ ਸ਼ਾਂਤ ਹੋ ਗਿਆ, ਜਿਹੜਾ ਮਨ ਸੀ ਇਹ ਵਾਸ਼ਨਾਵਾਂ ਵੱਲੋਂ ਸ਼ਾਂਤ ਹੋ ਗਿਆ। ਹੁਣ ਵਿਕਾਰਾਂ ਦਾ ਵੀ ਅਭਾਵ ਹੋ ਗਿਆ, ਤ੍ਰਿਸ਼ਨਾ ਇਤਿਆਦਿਕ ਦਾ ਵੀ ਅਭਾਵ ਹੋ ਗਿਆ ਹੈ। ਸਤਿਗੁਰ ਸ਼ਬਦ ਸਮਾਇਆ। ਗਰੀਬ ਨਿਵਾਜ, ਇਹ ਬਖਸ਼ਿਸ਼ ਕਿਵੇਂ ਪ੍ਰਾਪਤ ਹੁੰਦੀ ਹੈ? ਹਜ਼ੂਰ ਫਰਮਾਵਣਾ ਕਰਦੇ ਨੇ, ਜਦੋਂ ਜੀਵ ਦਾ ਮਨ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਹੀ ਸਮਾਇਆ ਤਦਾਕਾਰ ਹੋ ਜਾਂਦਾ ਨਾ, ਸੋ ਨਾਮ ਦੇ ਅੰਦਰ ਸਮਾਉਣ ਕਰਕੇ ਇਹ ਦਾਤ ਮਿਲਦੀ ਹੈ। ਇਸੇ ਪ੍ਰਕਾਰ ਸਤਿਗੁਰ ਸ਼ਬਦ ਸਮਾਇਆ। ਜਿਹੜਾ ਵੀ ਪ੍ਰਾਣੀ ਸਤਿਗੁਰੂ ਜੀ ਦੇ ਸ਼ਬਦ ਦੇ ਅੰਦਰ, ਉਪਦੇਸ਼ ਦੇ ਅੰਦਰ ਸਮਾਇਆ ਹੈ, ਉਪਦੇਸ਼ ਨੂੰ ਹੀ ਆਪਣਾ ਜੀਵਨ ਬਣਾਇਆ ਹੈ, ਅਥਵਾ ਸਤਿਗੁਰੂ ਜੀ ਦਾ ਉਪਦੇਸ਼ ਜਿਸ ਪ੍ਰਾਣੀ ਦੇ ਹਿਰਦੇ ਮਾਤਰ ਦੇ ਅੰਦਰ ਸਮਾਇਆ ਹੈ, ਸਤਿਗੁਰੂ ਜੀ ਦੇ ਹੁਕਮ ਦੇ ਅੰਦਰ, ਭਾਣੇ ਦੇ ਅੰਦਰ ਜੋ ਚੱਲਦਾ ਹੈ ਨਾ, ਉਹਦਾ ਹੀ ਤਨ ਵੀ ਸੀਤਲ ਹੋ ਗਿਆ ਤੇ ਮਨ ਵੀ ਸੀਤਲ ਹੋ ਗਿਆ, ਵਿਕਾਰਾਂ ਤੋਂ ਵੀ ਰਹਿਤ ਹੋ ਗਿਆ, ਆਸਾ ਤ੍ਰਿਸ਼ਨਾ ਵਾਸ਼ਨਾਵਾਂ ਤੋਂ ਵੀ ਪਿਆਰੇ ਉਹ ਰਹਿਤ ਹੋ ਗਿਆ ਹੈ। ਰਹਾਉ ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ, ਲਾਥੀ ਭੂਖ ਤ੍ਰਿਸ਼ਨ ਸਭ ਲਾਥੀ। ਜਦੋਂ ਹੁਣ ਹਿਰਦੇ ਦੇ ਅੰਦਰ ਨਾਮ ਵਸ ਗਿਆ, ਮਨ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਲੀਨ ਹੋ ਗਿਆ ਨਾ, ਤੋ ਜੋ ਪਦਾਰਥਾਂ ਨੂੰ ਖਾਣ ਦੀ ਭੁੱਖ ਹੁੰਦੀ ਹੈ ਉਹ ਵੀ ਮਨ ਦੇ ਵਿੱਚੋਂ ਲੱਥ ਗਈ, ਜੋ ਦੁਨਿਆਵੀ ਪਦਾਰਥਾਂ ਨੂੰ ਇਕੱਠਿਆ ਕਰਨੇ ਦੀ ਤ੍ਰਿਸ਼ਨਾ ਹੁੰਦੀ ਹੈ ਉਹ ਵੀ ਲੱਥ ਗਈ। ਐਸੀ ਨਾਮ ਦੀ ਬਰਕਤ ਹੈ, ਭੁੱਖ ਵੀ ਲੱਥ ਗਈ ਤੇ ਤ੍ਰਿਸ਼ਨਾ ਵੀ ਅਭਾਵ ਹੋ ਗਈ ਹੈ। ਚਿੰਤਾ ਸਗਲ ਵਿਸਾਰੀ। ਤੇ ਸਾਰੀ ਜਿਤਨੀ ਚਿੰਤਾ ਸੀ ਉਹ ਵੀ ਹਿਰਦੇ ਦੇ ਵਿੱਚੋਂ ਵਿਸਾਰ ਦਿੱਤੀ ਹੈ। ਨਾਮ ਦੀ ਐਸੀ ਬਰਕਤ ਹੈ। ਇਸੇ ਪ੍ਰਕਾਰ ਚਿੰਤਾ ਰਹਿੰਦੀ ਹੈ ਪਦਾਰਥਾਂ ਨੂੰ ਇਕੱਤਰ ਕਰਨੇ ਦੀ, ਚਿੰਤਾ ਰਹਿੰਦੀ ਹੈ ਸੰਬੰਧੀਆਂ ਨੂੰ ਖੁਸ਼ ਪ੍ਰਸੰਨ ਕਿਵੇਂ ਰੱਖਣਾ ਹੈ, ਮਿੱਤਰਾਂ ਦੋਸਤਾਂ ਦੇ ਨਾਲ ਬਣੀ ਰਵੇ। ਚਿੰਤਾ ਜੀਵ ਦੇ ਹਿਰਦੇ ਦੇ ਅੰਦਰ ਹੁੰਦੀ ਏ, ਜੰਮਾਂ ਤੋਂ ਛੁਟਕਾਰਾ ਕਿਵੇਂ ਹੋਵੇ, ਜੰਮਣ ਮਰਨ ਤੋਂ ਛੁਟਕਾਰਾ ਕਿਵੇਂ ਹੋਵੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਇਹ ਨਾਮ ਦੀ ਤਾਕਤ ਐਸੀ ਹੈ, ਨਾਮ ਦੀ ਬਰਕਤ ਐਸੀ ਹੈ, ਜਿਸ ਨੇ ਹਿਰਦੇ ਦੇ ਅੰਦਰ ਸਮਾਵਣਾ ਕੀਤਾ ਹੈ, ਤਨ ਮਨ ਤੇ ਸੀਤਲ ਹੋ ਗਿਆ, ਆਸਾ ਤ੍ਰਿਸ਼ਨਾ ਤੇ ਲਾਥੀ ਗਈ ਹੈ। ਜੋ ਜੰਮਣ ਮਰਨ ਦੀ ਚਿੰਤਾ ਸੀ, ਸੰਸਾਰ ਦੇ ਜੀਵਾਂ ਨੂੰ ਖੁਸ਼ ਰੱਖਣ ਦੀ ਚਿੰਤਾ ਸੀ, ਉਹ ਵੀ ਸਾਰੀ ਹਿਰਦੇ ਦੇ ਵਿੱਚੋਂ ਅਭਾਵ ਹੋ ਗਈ ਹੈ, ਵਿਸਰ ਗਈ ਹੈ, ਮਿਟਾ ਦਿੱਤੀ ਹੈ ਜਗਿਆਸੂਆਂ ਨੇ ਨਾਮ ਜਪ ਕਰਕੇ। ਇਸ ਪ੍ਰਕਾਰ ਵਾਹਿਗੁਰੂ ਜੀ ਦੇ ਨਾਮ ਦੀ ਬਰਕਤ ਹੈ ਇਹ। ਕਰ ਮਸਤਕ ਗੁਰ ਪੂਰੈ ਧਰਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਵੱਡੀਆਂ ਭਾਰੀਆਂ ਦਾਤਾਂ ਨੇ ਸਾਨੂੰ ਵੀ ਮਿਲ ਸਕਦੀਆਂ ਨੇ। ਹਜ਼ੂਰ ਫਰਮਾਉਂਦੇ ਪਿਆਰਿਓ, ਦਾਤਾਂ ਸਾਂਝੀਆਂ ਨੇ।
ਜਿਹੜਾ ਵੀ ਇਸ ਦਾ ਅਧਿਕਾਰੀ ਹੋਵੇਗਾ ਉਸ ਨੂੰ ਮਿਲ ਜਾਵੇਗੀ। ਮਹਾਰਾਜ ਇਹ ਦਾਤ ਜਿਨ੍ਹਾਂ ਨੂੰ ਮਿਲੀ ਏ ਕਿਵੇਂ ਮਿਲੀ ਏ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਸਿੱਖੋ ਜਿਸ ਪ੍ਰਾਣੀ ਦੇ ਮਸਤਕ ਦੇ ਉੱਪਰ, ਸੀਸ ਦੇ ਉੱਪਰ ਪੂਰੇ ਸਤਿਗੁਰੂ ਜੀ ਨੇ ਕਿਰਪਾ ਰੂਪੀ ਹੱਥ ਰੱਖ ਦਿੱਤਾ ਨਾ, ਉਸ ਨੂੰ ਇਹ ਦਾਤ ਮਿਲੀ ਏ। ਜਿਵੇਂ ਬਚਨ ਆਉਂਦੇ ਨੇ ਨਾ, ਸ੍ਰੀ ਪ੍ਰਹਿਲਾਦ ਭਗਤ ਉਧਰਿਯੰ ਹਸਤ ਕਮਲ ਮਾਥੇ ਪਰ ਧਰਿਯੰ। ਸ੍ਰੀ ਪ੍ਰਹਿਲਾਦ ਜੀ ਦਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਪਾਰ ਉਤਾਰਾ ਕੀਤਾ, ਤਰ ਗਿਆ। ਕਿਵੇਂ ਤਰਿਆ? ਜਦੋਂ ਕਿਰਪਾ ਰੂਪੀ ਹੱਥ ਉਸ ਦੇ ਸਿਰ ਦੇ ਉੱਪਰ ਰੱਖ ਦੇਣਾ ਕੀਤਾ। ਇਸ ਪ੍ਰਕਾਰ ਜਦੋਂ ਗੁਰ ਪਰਮੇਸ਼ਰ ਜੀ ਕਿਰਪਾ ਰੂਪੀ ਹੱਥ ਸਿਰ ਤੇ ਰੱਖਦੇ ਨੇ ਨਾ, ਉਦੋਂ ਜੀਵ ਨੂੰ ਇਹ ਦਾਤ ਮਿਲਦੀ ਹੈ। ਮਨ ਜੀਤੂ ਜਗ ਸਾਰੀ। ਫਿਰ ਜਦੋਂ ਸਤਿਗੁਰੂ ਜੀ ਨੇ ਮਸਤਕ ਦੇ ਉੱਪਰ ਹੱਥ ਰੱਖ ਲਿੱਤਾ, ਫਿਰ ਮਨ ਜੀਤੋ, ਜਿਹੜਾ ਮਨ ਸੀ ਉਸ ਨੂੰ ਪ੍ਰਾਣੀ ਨੇ ਜਿੱਤ ਲੈਣਾ ਕੀਤਾ ਗੁਰੂ ਉਪਦੇਸ਼ ਦੀ ਬਰਕਤ ਦੇ ਨਾਲ। ਇਸ ਪ੍ਰਕਾਰ ਮਨ ਜੀਤੈ ਜਗ ਜੀਤ। ਜਿਸ ਨੇ ਮਨ ਨੂੰ ਜਿੱਤਿਆ ਹੈ ਉਸਨੇ ਸੰਸਾਰ ਨੂੰ ਜਿੱਤ ਲਿਆ ਹੈ। ਸੰਸਾਰ ਦਾ ਜਿੱਤਣਾ ਕੀ ਹੈ? ਸੰਸਾਰ ਨੂੰ ਨਾਸ਼ਵਾਨ ਜਾਣ ਕਰਕੇ ਇਸ ਦੇ ਮੋਹ ਦਾ ਤਿਆਗ ਕਰਨਾ, ਇਸ ਨੂੰ ਜਿੱਤਣਾ ਹੈ। ਇਸੇ ਪ੍ਰਕਾਰ ਜਿਸ ਨੇ ਮਨ ਨੂੰ ਜਿੱਤ ਲਿਆ ਉਸਨੇ ਸਰੀਰ ਰੂਪੀ ਬਾਜੀ ਨੂੰ ਸੰਸਾਰ ਜੂਏ ਖਾਨੇ ਚੋਂ ਜਿੱਤ ਲਿਆ ਹੈ। ਇਸੇ ਹੀ ਤਰ੍ਹਾਂ ਮਨ ਜੀਤੋ ਜਗ ਸਾਰੀ। ਜਗ ਸਾਰੀ, ਜਗ ਦੇ ਵਿੱਚੋਂ ਜਨਮ ਰੂਪੀ ਸਾਰੀ ਨਰਦ ਨੂੰ ਅਥਵਾ ਬਾਜੀ ਨੂੰ ਜਿੱਤ ਲਿਆ ਹੈ ਜੀ। ਫਿਰ ਮਨ ਕਿਵੇਂ ਜਿੱਤਿਆ? ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਜਦੋਂ ਸਤਿਗੁਰੂ ਜੀ ਦੀ ਪੂਰਨ ਮੁਕੰਮਲ ਕਿਰਪਾ ਹੋ ਗਈ, ਸੀਸ ਤੇ ਹੱਥ ਰੱਖ ਦਿੱਤਾ, ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਮਨ ਨੂੰ ਜਿੱਤ ਲਿਆ। ਜਦੋਂ ਮਨ ਨੂੰ ਜਿੱਤ ਲਿਆ, ਫਿਰ ਸੰਸਾਰ ਸਾਗਰ ਦੇ ਅੰਦਰ, ਸੰਸਾਰ ਜੂਏ ਦੀ ਖੇਡ ਦੇ ਅੰਦਰੋਂ ਜਨਮ ਰੂਪੀ ਬਾਜੀ ਨੂੰ ਜਿੱਤ ਲਿਆ ਹੈ ਗੁਰਮੁਖਾਂ ਨੇ। ਤ੍ਰਿਪਤ ਅਘਾਇ ਰਹੇ ਰਿਦ ਅੰਤਰ। ਰਿਦ ਅੰਤਰ, ਹਿਰਦੇ ਦੇ ਅੰਦਰ ਨਾਮ ਦਾ ਪ੍ਰਕਾਸ਼ ਹੋਣੇ ਦੇ ਨਾਲ ਅਸੀਂ ਤ੍ਰਿਪਤ ਹੋ ਰਹੇ ਹਾਂ ਤੇ ਅਗਾਏ ਰੱਜ ਗਏ ਹਾਂ। ਸੰਸਾਰ ਦੇ ਪਦਾਰਥਾਂ ਵੱਲੋਂ ਰੱਜ ਗਏ ਹਾਂ, ਪਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ ਹਾਂ, ਸੁਖਾਂ ਵੱਲੋਂ ਤ੍ਰਿਪਤ ਹੋ ਗਏ ਹਾਂ। ਇਸੇ ਪ੍ਰਕਾਰ ਜਿਨ੍ਹਾਂ ਨੂੰ ਇਸ ਦਾਤ ਦੀ ਪ੍ਰਾਪਤੀ ਹੋਈ ਹੈ, ਸੰਸਾਰ ਦੇ ਪਦਾਰਥਾਂ ਦੀ ਕੋਈ ਭੁੱਖ ਨਹੀਂ ਰਹੀ। ਜਿੱਥੇ ਸੰਸਾਰ ਦੇ ਪਦਾਰਥਾਂ ਵੱਲੋਂ ਰੱਜ ਗਏ ਨੇ, ਸਵਰਗ ਅਤੇ ਬ੍ਰਹਮ ਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਗਏ ਨੇ। ਸਵਰਗ ਲੋਕ ਦੇ ਰਾਜ ਦੀ ਚਾਹਤ ਨਹੀਂ ਕਰਦੇ, ਬ੍ਰਹਮ ਲੋਕ ਦੇ ਰਾਜ ਦੀ, ਬ੍ਰਹਮਾ ਦੀ ਪਦਵੀ ਦੀ ਵੀ ਚਾਹਤ ਨਹੀਂ ਕਰਦੇ। ਐਸੇ ਨਾਮ ਦੇ ਪ੍ਰੇਮੀ ਹੋ ਗਏ ਨੇ। ਜਦੋਂ ਰਿਦ ਅੰਤਰ, ਹਿਰਦੇ ਦੇ ਅੰਦਰ ਨਾਮ ਵਸ ਗਿਆ ਨਾ, ਇਹ ਲਾਲ ਪਿਆਰ ਹਿਰਦੇ ਦੇ ਅੰਦਰ ਵਸ ਗਿਆ ਨਾ, ਫਿਰ ਬੇਨਤੀਆਂ ਕਰਦੇ ਨੇ, ਸਾਹਿਬ ਜੀ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਬਸ ਸਾਡੇ ਹਿਰਦੇ ਦੇ ਅੰਦਰ ਇੱਕ ਆਪ ਜੀ ਦੀ ਪ੍ਰੀਤੀ ਹੀ ਲੱਗੀ ਰਵੇ। ਨਾ ਮੁਕਤੀ ਦੀ ਚਾਹਨਾ ਹੈ, ਨਾ ਸਵਰਗ ਇਤਿਆਦਿਕ ਦੇ ਰਾਜ ਦੀ ਚਾਹਤ ਹੈ। ਡੋਲਨ ਤੇ ਅਬ ਚੂਕੇ। ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਫਿਰ ਜਿਹੜਾ ਮਨ ਹੈ ਹੁਣ ਡੋਲਣ ਤੋਂ ਚੂਕੇ ਰਹਿ ਗਿਆ ਹੈ, ਮਨ ਨਹੀਂ ਡੋਲਦਾ ਹੈ। ਤੁਸੀਂ ਸਿੱਖੋ, ਪ੍ਰਸ਼ਨ ਕੀਤਾ ਹੈ, ਮਨ ਬੜਾ ਡੋਲਦਾ ਹੈ, ਪਦਾਰਥਾਂ ਵੱਲ ਦੌੜ ਕੇ ਜਾਂਦਾ ਹੈ। ਪਰ ਜਦੋਂ ਰਿਦ ਅੰਤਰ, ਹਿਰਦੇ ਦੇ ਅੰਦਰ ਪ੍ਰਮਾਤਮਾ ਜੀ ਦਾ ਨਾਮ ਵਸ ਜਾਂਦਾ ਨਾ, ਡੋਲਣ ਤੇ ਅਬ ਚੂਕੇ, ਫਿਰ ਜਿਹੜਾ ਮਨ ਹੈ ਡੋਲਣ ਤੋਂ ਰਹਿ ਜਾਂਦਾ, ਹੁਣ ਨਹੀਂ ਡੋਲਦਾ ਹੈ। ਸਤਿਗੁਰੂ ਜੀ ਤਤੀਆਂ ਤਵੀਆਂ ਤੇ ਚੌਂਕੜਾ ਲਾਉਂਦੇ ਨੇ। ਦੇਗ ਦੇ ਅੰਦਰ ਆਲੂ ਦੇ ਵਾਂਗ ਸਰੀਰ ਨੂੰ ਉਬਾਲਿਆ ਜਾਂਦਾ ਹੈ, ਤਤਾ ਰੇਤਾ ਸੀਸ ਤੇ ਪਾਇਆ ਜਾਂਦਾ। ਕਿਤੇ ਤਨ ਡੋਲਿਆ, ਮਨ ਡੋਲਿਆ? ਨਹੀਂ ਡੋਲਦਾ। ਡੋਲਣ ਤੇ ਅਬ ਚੂਕੇ, ਹੁਣ ਡੋਲਣ ਤੋਂ ਰਹਿ ਗਏ ਆ। ਇਸੇ ਪ੍ਰਕਾਰ ਸਿੱਖੋ, ਜਿਨ੍ਹਾਂ ਦੇ ਬਸੇ ਰਿਦ ਅੰਤਰ, ਹਿਰਦੇ ਦੇ ਅੰਦਰ ਨਾਮ ਵਸ ਗਿਆ ਨਾ, ਸਰੀਰ ਦੇ ਉੱਪਰ ਕੈਸਾ ਕਸ਼ਟ ਆ ਜਾਵੇ, ਕਿਸੇ ਪ੍ਰਕਾਰ ਤਿੰਨਾਂ ਦੇ ਹਿਰਦੇ ਡੋਲਦੇ ਨਹੀਂ। ਖੋਪੜੀਆਂ ਰੰਬੀਆਂ ਨਾਲ ਲਾਹ ਦਿੱਤੀਆਂ ਜਾਣ, ਆਰਿਆਂ ਨਾਲ ਚੀਰਿਆ ਜਾਵੇ, ਤਸ਼ੱਦਦ ਤਰੱਦਦ ਕਰਕੇ ਸ਼ਹੀਦ ਕੀਤਾ ਜਾਵੇ, ਸੂਲੀਆਂ ਚਰਖੜੀਆਂ ਤੇ ਜਾੜਿਆ ਜਾਵੇ, ਫਿਰ ਹਿਰਦੇ ਨਹੀਂ ਡੋਲਦੇ। ਮਾਇਆ ਦਾ ਵਰਤਾਰਾ ਦੇਖ ਕੇ, ਚਮਤਕਾਰਾ ਦੇਖ ਕਰਕੇ, ਪਰਾਇਆ ਤੇ ਰੂਪ ਧਨ ਦੇਖ ਕਰਕੇ ਵੀ ਹਿਰਦੇ ਨਹੀਂ ਡੋਲਦੇ। ਜਦੋਂ ਹਿਰਦੇ ਦੇ ਅੰਦਰ ਪਰਮਾਤਮਾ ਜੀ ਦਾ ਨਾਮ ਵਸ ਜਾਂਦਾ ਹੈ। ਅਖੁੱਟ ਖਜ਼ਾਨਾ ਸਤਿਗੁਰ ਦੀਆ। ਸਾਡੇ ਗੁਰਦੇਵ ਪਿਤਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਨਾਸ਼ ਹੋਣ ਤੋਂ ਰਹਿਤ, ਅਖੁੱਟ ਹੋਣ ਤੋਂ ਰਹਿਤ, ਘਟ ਜਾਣ ਤੋਂ ਰਹਿਤ, ਮੁੱਕਣ ਤੋਂ ਰਹਿਤ ਸਾਨੂੰ ਖਜ਼ਾਨਾ ਬਖਸ਼ਿਸ਼ ਕਰ ਦੇਣਾ ਕੀਤਾ ਹੈ। ਹਮ ਧਨਵੰਤ ਭਾਗਠ ਸਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾ ਮੇਰਾ ਮਨ ਭਇਆ ਨਿਧਾਨਾ। ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਖਜ਼ਾਨਾ ਸਾਨੂੰ ਬਖਸ਼ਿਸ਼ ਕਰ ਦੇਣਾ ਕੀਤਾ ਹੈ। ਲਾਲ ਰਤਨ ਜਾ ਕਾ ਕਛੂ ਨਾ ਮੋਲ। ਲਾਲਾਂ ਦੇ ਨਾਲ, ਰਤਨਾਂ ਦੇ ਨਾਲ ਜਿਸ ਦੀ ਕੀਮਤ ਅਦਾ ਨਹੀਂ ਕੀਤੀ ਜਾ ਸਕਦੀ,
ਭਰੇ ਭੰਡਾਰ ਅਖੂਟ ਅਤੋਲ। ਹਿਰਦੇ ਦੇ ਅੰਦਰ ਐਸੇ ਨਾਮ ਦੇ ਅਖੁੱਟ ਜਿਹੜੇ ਭੰਡਾਰੇ ਨੇ ਉਹ ਭਰੇ ਪਏ ਨੇ। ਖਾਵਾਹੇ ਖਰਚਾਹੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਐਸਾ ਨਾਮ ਦਾ ਖਜ਼ਾਨਾ ਬਖਸ਼ਿਆ, ਆਪ ਖਰਚਦੇ ਸੰਗਤਾਂ ਦੇ ਅੰਦਰ ਵਰਤਾਉਂਦੇ ਆ। ਜਿਵੇਂ ਜਿਵੇਂ ਵਰਤਾਉਂਦੇ ਹਾਂ ਇਹ ਵੱਧਦਾ ਹੀ ਜਾਂਦਾ ਹੈ। ਇਹ ਨਾਮ ਦਾ ਖਜ਼ਾਨਾ ਕਦੇ ਘਟਦਾ ਨਹੀਂ। ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਐਸਾ ਅਖੁੱਟ ਭੰਡਾਰਾ ਨਾਮ ਦਾ ਹਿਰਦੇ ਦੇ ਅੰਦਰ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕਰਕੇ ਦੇ ਦੇਣਾ ਕੀਤਾ ਹੈ। ਟੋਟ ਨਹੀਂ ਰੇ ਮੂੰਹ ਕੇ, ਨਾ ਹੀ ਤਾਂ ਇਸ ਭੰਡਾਰੇ ਦੇ ਅੰਦਰ ਹੁਣ ਤੋਟ ਆਉਂਦੀ ਹੈ ਤੇ ਨਾ ਹੀ ਇਸ ਦੇ ਵਿੱਚੋਂ ਨਾਮ ਰੂਪੀ ਧਨ ਜਿਹੜਾ ਹੈ ਕਦੇ ਮੁੱਕਦਾ ਹੈ। ਇਹ ਤੇ ਦਿਨ ਪ੍ਰਤੀ ਦਿਨ ਵੱਧਦਾ ਹੀ ਜਾਂਦਾ ਹੈ। ਜਿਵੇਂ ਜਿਵੇਂ ਸੰਗਤ ਵਿੱਚ ਬੈਠ ਕਰਕੇ ਜਪਦੇ ਹਾਂ, ਉਪਦੇਸ਼ ਕਰਦੇ ਹਾਂ, ਸੰਗਤਾਂ ਨੂੰ ਸ਼ਰਵਣ ਕਰਾਉਂਦੇ ਹਾਂ ਤੇ ਜਪਾਵਣਾ ਕਰਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ, ਇਸ ਦੇ ਵਿੱਚ ਤੋਟ ਨਹੀਂ ਆਉਂਦੀ। ਜਿਵੇਂ ਜਿਵੇਂ ਜਪਦੇ ਤੇ ਜਪਾਉਂਦੇ ਹਾਂ ਤਿਵੇਂ ਇਹ ਭੰਡਾਰਾ ਹੋਰ ਵੱਧਦਾ ਹੀ ਜਾਂਦਾ ਹੈ। ਅਚਰਜ ਏਕ ਸੁਨਹੁ ਰੇ ਭਾਈ, ਹੇ ਭਾਈ, ਹੇ ਗੁਰਸਿੱਖੋ, ਇੱਕ ਅਚਰਜ ਬਾਤ, ਅਚਰਜ ਕੌਤਕ ਦਾ ਬਚਨ ਹੋਰ ਸਰਵਣ ਕਰੋ। ਗੁਰ ਐਸੀ ਬੂਝ ਬੁਝਾਈ, ਸਾਨੂੰ ਸਾਡੇ ਵੱਡੇ ਭਾਰੀ ਸਮਰੱਥ ਸਤਿਗੁਰੂ ਜੀ ਨੇ ਐਸੀ ਬੂਝ ਬੁਝਾ ਦਿੱਤੀ ਏ, ਐਸੀ ਸਮਝ ਬਖਸ਼ ਦਿੱਤੀ ਏ, ਐਸਾ ਗਿਆਨ ਦੇ ਦਿੱਤਾ ਹੈ, ਐਸਾ ਭੇਦ ਐਸਾ ਰਾਜ ਸਮਝਾ ਦਿੱਤਾ ਹੈ। ਲਾਹੇ ਪਰਦਾ ਠਾਕੁਰ ਜੋ ਭੇਟਿਓ, ਹਿਰਦੇ ਦੇ ਵਿੱਚੋਂ ਅਗਿਆਨ ਦਾ ਪਰਦਾ ਹੀ ਮੇਟ ਦਿੱਤਾ ਹੈ, ਲਾਹ ਦਿੱਤਾ ਹੈ। ਤੇ ਜਦੋਂ ਹਿਰਦੇ ਦੇ ਵਿੱਚੋਂ ਅਗਿਆਨਤਾ ਦਾ ਪਰਦਾ ਮਿਟਾ ਦਿੱਤਾ, ਇਸ ਨੂੰ ਅਗਿਆਨਤਾ ਦਾ ਪਰਦਾ, ਭਰਮ ਦਾ ਪਰਦਾ, ਮਾਇਆ ਦਾ ਪਰਦਾ, ਬੱਜਰ ਕਪਾਟ ਇਤਿਆਦਿਕ ਜਿਹੜੇ ਨਾਮ ਨੇ ਗੁਰਬਾਣੀ ਦੇ ਅੰਦਰ ਕਥਨ ਕਰਨਾ ਕੀਤੇ ਨੇ। ਤੇ ਜਿਸ ਵੇਲੇ ਸਤਿਗੁਰੂ ਜੀ ਨੇ ਅਗਿਆਨਤਾ ਦਾ ਇਸ ਹਿਰਦੇ ਦੇ ਅੰਦਰੋਂ ਪਰਦੇ ਨੂੰ ਲਾਹ ਦੇਣਾ ਕੀਤਾ ਹੈ, ਮੇਟ ਦੇਣਾ ਕੀਤਾ ਹੈ, ਤਉ ਬਿਸਰੀ ਤਾਤ ਪਰਾਈ, ਤਾਂ ਫਿਰ ਜਿਹੜੀ ਪਰਾਈ ਤਾਤ ਸੀ ਉਹ ਵਿਸਰ ਗਈ, ਜਿਹੜੀ ਪਰਾਈ ਈਰਖਾ ਸੀ ਉਹ ਵਿਸਰ ਗਈ। ਦੂਸਰੇ ਦੀ ਤਰੱਕੀ ਵੇਖ ਕਰਕੇ ਮਨ ਦੇ ਵਿੱਚ ਸਾੜਾ ਹੋਣਾ, ਮਨ ਦੇ ਵਿੱਚ ਈਰਖਾ ਆਉਣੀ, ਇਹ ਤਾਤ ਪਰਾਈ ਹੈ। ਹਜ਼ੂਰ ਦੇ ਬਚਨ ਨੇ ਨਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਜਦੋਂ ਤੋਂ ਅਸਾਂ ਨੇ ਸਾਧ ਸੰਗਤ ਪ੍ਰਾਪਤ ਕੀਤੀ ਏ, ਇਹ ਤਾਤ ਪਰਾਈ ਵਿਸਰ ਗਈ ਏ। ਹਜ਼ੂਰ ਫਰਮਾਵਣਾ ਕਰਦੇ ਨੇ, ਜਿਹੜਾ ਅਗਿਆਨਤਾ ਦਾ ਭਰਮ ਦਾ ਪਰਦਾ ਸੀ ਨਾ, ਭਰਮ ਕੇ ਪਰਦੇ ਸਤਿਗੁਰ ਖੋਲੇ। ਸਤਿਗੁਰੂ ਜੀ ਨੇ ਹਿਰਦੇ ਦੇ ਅੰਦਰੋਂ ਭਰਮ ਦੇ, ਜੋ ਮਾਇਆ ਦੇ ਭਰਮ ਕਰਕੇ ਅਗਿਆਨਤਾ ਦਾ ਅਵਰਨ ਸ਼ਕਤੀ ਦਾ ਪਰਦਾ ਪਿਆ ਸੀ, ਜਿਸ ਵੇਲੇ ਖੋਲ ਦੇਣਾ ਕੀਤਾ ਨਾ, ਤੇ ਫਿਰ ਹਿਰਦੇ ਦੇ ਵਿੱਚੋਂ ਪਰਾਈ ਤਾਤ, ਈਰਖਾ ਇਤਿਆਦਿਕ ਦੀ ਭਾਵਨਾ ਸਦੀਵ ਕਾਲ ਵਾਸਤੇ ਅਭਾਵ ਹੋ ਗਈ, ਮਿਟ ਗਈ। ਕਹਿਓ ਨਾ ਜਾਈ ਇਹੋ ਅਚੰਭਾ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਦੋਂ ਇਹ ਤਾਤ ਪਰਾਈ ਵਿਸਰ ਗਈ, ਹਿਰਦੇ ਚੋਂ ਪਰਦਾ ਲੱਥ ਗਿਆ, ਵਾਹਿਗੁਰੂ ਜੀ ਦੀ ਜੋਤ ਦਾ ਦੀਦਾਰ ਹਿਰਦੇ ਦੇ ਵਿੱਚ ਹੋ ਗਿਆ, ਉਹ ਆਸ਼ਚਰਜ ਨਜ਼ਾਰਾ ਕੈਸਾ ਹੈ, ਉਹ ਆਨੰਦ ਕੈਸਾ ਹੈ, ਵਰਣਨ ਕਰਨਾ ਕਰੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਹਨ, ਫਿਰ ਪੜ੍ਹ ਦਿਓ। ਕਹਿਓ ਨਾ ਜਾਈ ਇਹੋ ਅਚੰਭਾ, ਹੇ ਸਿੱਖੋ, ਇਹ ਅਚੰਭਿਤ ਬਾਤ ਹੈ, ਆਸ਼ਚਰਜ ਬਾਤ ਹੈ। ਇਸ ਕੌਤਕ ਨੂੰ, ਆਨੰਦ ਨੂੰ, ਨਜ਼ਾਰੇ ਨੂੰ, ਆਸ਼ਚਰਜ ਨੂੰ ਕਹਿ ਕਰਕੇ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜੋਤ ਰੂਪ ਹੋ ਕਰਕੇ ਹਿਰਦੇ ਦੇ ਵਿੱਚ ਵਸ ਰਿਹਾ ਹੈ। ਅਗਿਆਨਤਾ ਦਾ ਪਰਦਾ ਲੱਥਣੇ ਕਰਕੇ ਜਦੋਂ ਹਿਰਦੇ ਦੇ ਅੰਦਰ ਪ੍ਰਗਟ ਹੋ ਗਿਆ, ਉਸ ਦੀ ਪ੍ਰਾਪਤੀ ਦਾ ਸੁਖ ਕੈਸਾ, ਉਹ ਬੋਲ ਕੇ ਥੋੜਾ ਨਾ ਦੱਸਿਆ ਜਾ ਸਕਦਾ ਹੈ। ਕਬੀਰ ਚਰਨ ਕਮਲ ਕੀ ਮੌਜ ਕਉ, ਕਹਿ ਕੈਸੇ ਉਨਮਾਨ, ਕਹਿਬੇ ਕਉ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਇਸ ਆਸ਼ਚਰਜ ਸੁਖ ਨੂੰ, ਆਸ਼ਚਰਜ ਕੌਤਕ ਨੂੰ, ਆਤਮ ਸੁਖ ਨੂੰ, ਹਿਰਦੇ ਵਿੱਚ ਸਾਖਿਆਤਕਾਰਤਾ ਨੂੰ, ਪਰਮਾਤਮਾ ਜੀ ਦੀ ਹੋਂਦ ਨੂੰ ਪ੍ਰਗਟ ਹੋਣਾ ਜੇਕਰ ਬੋਲ ਕੇ ਦੱਸਣਾ ਕਰਾਂਗੇ ਤੇ ਉਹ ਦੱਸਿਆ ਨਹੀਂ ਜਾ ਸਕਦਾ। ਇਸ ਅਵਸਥਾ ਨੂੰ ਮਾਣਿਆ ਹੀ ਪਤਾ ਲੱਗਦਾ ਹੈ, ਇਹ ਸੁਖ ਕੈਸਾ ਹੈ, ਆਨੰਦ ਕੈਸਾ ਹੈ। ਇਹ ਸੁਖ ਆਨੰਦ ਮਿਲਾਪ ਦੀ ਅਵਸਥਾ ਕਹਿਣ ਵਿੱਚ ਨਹੀਂ ਆਉਂਦੀ ਹੈ। ਸੋ ਜਾਣੈ ਜਿਨ ਚਾਖਿਆ, ਉਹੀ ਇਸ ਆਨੰਦ ਨੂੰ ਜਾਣਦੇ ਨੇ ਜਿਨ੍ਹਾਂ ਜਨਾਂ ਨੇ ਇਸ ਸੁਖ ਨੂੰ ਚਾਖਿਆ, ਮੰਨਣਾ ਕੀਤਾ ਹੈ, ਚਖਿਆ ਹੈ, ਪ੍ਰਾਪਤ ਕੀਤਾ ਹੈ, ਧਾਰਨ ਕੀਤਾ ਹੈ, ਗ੍ਰਹਿਣ ਕੀਤਾ ਹੈ। ਜਿਨ੍ਹਾਂ ਨੇ ਇਹ ਸੁਖ ਮਾਣਿਆ ਹੈ ਨਾ, ਉਹੀ ਇਸ ਸੁਖ ਨੂੰ ਜਾਣਦੇ ਨੇ। ਤੇ ਮਹਾਰਾਜ ਫਿਰ ਤਾਤ ਪਰਾਈ ਵਿਸਰਨੇ ਦਾ ਭੇਦ ਕੀ ਹੈ? ਹਜ਼ੂਰ ਫਰਮਾਵਣਾ ਕਰਦੇ ਨੇ, ਜਦੋਂ ਅਗਿਆਨਤਾ ਦਾ ਪਰਦਾ ਹਿਰਦੇ ਦੇ ਵਿੱਚੋਂ ਪਰਮਾਤਮਾ ਜੀ ਦਾ
ਜੋ ਕਿ ਮਿਲਾਪ ਦੇ ਵਿੱਚ ਰੁਕਾਵਟ ਸੀ। ਗੁਰ ਪਰਮਾਤਮਾ ਜੀ ਨੇ ਲਾਹ ਦੇਣਾ ਕੀਤਾ, ਉਤਾਰ ਦੇਣਾ ਕੀਤਾ ਤੇ ਉਸ ਜੋਤ ਦਾ ਹਿਰਦੇ ਦੇ ਅੰਦਰ ਦੀਦਾਰ ਕੀਤਾ। ਜਦੋਂ ਜੋਤ ਦਾ ਹਿਰਦੇ ਦੇ ਅੰਦਰ ਦੀਦਾਰ ਕੀਤਾ, ਪ੍ਰਕਾਸ਼ ਐਸਾ ਹੋਇਆ ਆਤਮ ਸਰੂਪ ਦਾ, ਉਹੀਓ ਆਤਮ ਸਰੂਪ, ਉਹੀਓ ਜੋਤ ਹਰ ਕਿਸੇ ਦੇ ਵਿੱਚ ਨਜ਼ਰ ਆਉਂਦੀ ਏ। ਹੁਣ ਜਿਹੜੀ ਜੋਤ ਆਪਣੇ ਹਿਰਦੇ ਦੇ ਅੰਦਰ ਹੈ, ਉਹੋ ਹੀ ਜੋਤ ਹਰ ਕਿਸੇ ਦੇ ਹਿਰਦੇ ਦੇ ਅੰਦਰ ਇੱਕੋ ਹੀ ਜੋਤ ਵਰਤ ਰਹੀ ਏ। ਜਦੋਂ ਜੋਤ ਹੀ ਇੱਕ ਹੈ, ਦੋਂਦਵਾਦ ਹੀ ਹੈ ਨਹੀਂ, ਦਵੈਤਵਾਦ ਹੀ ਹੈ ਨਹੀਂ, ਦੂਜਾ ਭਾਵ ਹੀ ਹੈ ਨਹੀਂ, ਤੇ ਫਿਰ ਈਰਖਾ ਕਿਹਦੇ ਨਾਲ ਹੋਣੀ ਏ। ਇਸ ਕਰਕੇ ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਇੱਕ ਜੋਤ ਦਾ ਦੀਦਾਰ ਹੋਇਆ, ਤਾਤ ਪਰਾਈ ਵਿਸਰ ਗਈ। ਉਹ ਜੋਤ ਦਾ ਦੀਦਾਰ ਕਰਕੇ ਜੈਸਾ ਅਚਰਜ ਆਨੰਦ ਪ੍ਰਾਪਤ ਹੁੰਦਾ ਹੈ, ਉਹ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਉਹੀ ਉਹ ਜਾਣਦੇ ਨੇ। ਕਹਿ ਕਰਕੇ ਕਥਨ ਨਹੀਂ ਕੀਤਾ ਜਾ ਸਕਦਾ ਹੈ। ਕਹੂ ਨਾਨਕ ਸਚ ਭਏ ਬਿਗਾਸਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਸਿੱਖੋ ਸੱਚ ਸਰੂਪ ਪਰਮਾਤਮਾ ਜੀ ਨੂੰ ਹਿਰਦੇ ਦੇ ਅੰਦਰ ਪ੍ਰਾਪਤ ਕਰਕੇ ਬਿਗਾਸਾ ਉਤਸ਼ਾਹ ਦੇ ਸਹਿਤ ਹੋਏ ਹਾਂ। ਹਿਰਦਾ ਕਮਲ ਖਿੜ ਗਿਆ ਹੈ, ਆਨੰਦ ਦੇ ਸਹਿਤ ਹੋਏ ਹਾਂ। ਗੁਰ ਨਿਧਾਨ ਹਿਰਦੈ ਲੈ ਰਾਖਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਸਾਰੀਆਂ ਨਿਧੀਆਂ ਦਾ ਖਜ਼ਾਨਾ ਜਿਹੜਾ ਨਾਮ ਸੀ ਲੈ ਕਰਕੇ ਹਿਰਦੇ ਵਿੱਚ ਹੀ ਰੱਖ ਦਿੱਤਾ ਹੈ। ਲੈ ਮਨ ਨੂੰ ਲੈ ਕਰ ਦਿੱਤਾ, ਲੀਨ ਕਰ ਦਿੱਤਾ ਹੈ। ਜਿਸ ਖਜ਼ਾਨੇ ਨੂੰ ਹਿਰਦੇ ਵਿੱਚ ਰੱਖਿਆ, ਉਸ ਖਜ਼ਾਨੇ ਦੇ ਪਿਆਰ ਦੇ ਵਿੱਚ। ਨਿਧੀਆਂ ਦਾ ਖਜ਼ਾਨਾ ਕੀ ਹੈ ਜੀ? ਨਿਧੀਆਂ ਦਾ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ, ਤੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਾਮ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਹਿਰਦੇ ਦੇ ਅੰਦਰ ਹੀ ਰੱਖ ਦਿੱਤਾ, ਟਿਕਾ ਦਿੱਤਾ ਹੈ। ਇਸ ਪ੍ਰਕਾਰ ਹੁਣ ਜਿਹੜਾ ਮਨ ਹੈ, ਉਸ ਨਿਧੀਆਂ ਦੇ ਖਜ਼ਾਨੇ ਪ੍ਰਮਾਤਮਾ ਜੀ ਦੇ ਮਿਲਾਪ ਦੇ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ ਲੈ ਹੋ ਗਿਆ ਹੈ, ਲੀਨ ਹੋ ਗਿਆ ਹੈ। ਤਾਤ ਪਰਾਈ ਮਿਟ ਗਈ ਹੈ, ਸੰਸਾਰ ਦੇ ਪਦਾਰਥਾਂ ਦਾ ਮੋਹ ਅਭਾਵ ਹੋ ਗਿਆ ਹੈ, ਪਦਾਰਥਾਂ ਦੀ ਭੁੱਖ ਮਿਟ ਗਈ ਹੈ, ਪਰਲੋਕ ਦੇ ਪਦਾਰਥਾਂ ਦੀ ਤ੍ਰਿਸ਼ਨਾ ਮਿਟ ਗਈ ਹੈ। ਅੰਤਰ ਆਤਮੇ ਆਨੰਦ ਐਸਾ ਜਿਹੜਾ ਕਹਿਣ ਵਿੱਚ ਨਹੀਂ ਆਉਂਦਾ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ। ਇਸ ਪ੍ਰਕਾਰ ਸਰੂਪ ਰੂਪ ਨੂੰ ਪ੍ਰਾਪਤ ਕਰਕੇ ਸੱਚ ਦਾ ਤਖਤ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਤਖਤ ਜੋ ਅੰਤਸ਼ਕਰਨ ਤੇ ਹੈ, ਤਿਸ ਦੇ ਉੱਪਰ ਸ਼ੋਭਨੀਕ ਹੋਏ ਆ, ਪਰਮਾਤਮਾ ਜੀ ਦੇ ਨਾਲ ਇਕਮਿਕ ਹੋਏ ਆ। ਇਹ ਜਿਹੜਾ ਸੁੱਖ ਹੈ ਕਥਨ ਵਿੱਚ ਨਹੀਂ ਆਉਂਦਾ, ਕਹਿਣ ਵਿੱਚ ਨਹੀਂ ਆਉਂਦਾ। ਇਹ ਤੇ ਬ੍ਰਹਮ ਜੀ ਦੇ ਨਾਲ ਮਿਲਾਪ ਦੀ ਮਹਿਮਾ ਉਹੀ ਉਹ ਜਾਣਦੇ ਨੇ ਜਿਹੜੇ ਬ੍ਰਹਮ ਜੀ ਦੇ ਅੰਦਰ ਭੇਦ ਹੋਏ ਨੇ। ਇਹ ਕੋਈ ਸ਼ਬਦਾਂ ਦਾ ਵਿਸ਼ਾ ਨਹੀਂ, ਇਹ ਕੋਈ ਬੋਲਾਂ ਦਾ ਵਿਸ਼ਾ ਨਹੀਂ ਜੋ ਬੋਲ ਕਰਕੇ ਬਿਆਨ ਕੀਤਾ ਜਾ ਸਕੇ। ਇਹ ਤੇ ਮੰਨਣ ਦਾ ਵਿਸ਼ਾ ਹੈ, ਇਹ ਤੇ ਪ੍ਰਾਪਤੀ ਦਾ ਵਿਸ਼ਾ ਹੈ। ਪ੍ਰਾਪਤ ਕਰਕੇ ਹੀ ਉਸ ਮਾਣ ਨੂੰ, ਉਸ ਸੁੱਖ ਨੂੰ ਮਾਣਿਆ ਜਾ ਸਕਦਾ ਹੈ, ਪੁੰਚਿਆ ਜਾ ਸਕਦਾ ਹੈ, ਪ੍ਰਾਪਤ ਕੀਤਾ ਜਾ ਸਕਦਾ ਹੈ। ਤੇ ਫਿਰ ਉਸ ਆਤਮ ਸੁੱਖ ਨੂੰ ਮਾਣਦਿਆਂ ਹੋਇਆਂ ਉਸ ਦੀ ਵਡਿਆਈ ਦਾ ਪਤਾ ਲੱਗ ਸਕਦਾ ਹੈ। ਕਹਿਣ ਮਾਤਰ ਦੇ ਨਾਲ ਸੋਭਾ ਨਹੀਂ ਬਣ ਆਉਂਦੀ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਰਾਈ ਤਾਤ ਨੂੰ ਵਿਸਾਰਨੇ ਵਾਲਾ ਹਰੀ ਅਕਾਲ ਪੁਰਖ ਜੀ ਦਾ ਨਾਮ ਅਤੇ ਸਰੂਪ ਹਿਰਦੇ ਦੇ ਅੰਦਰ ਸਾਖਿਆਤ ਕਰਤਾ ਤੇ ਇਸ ਦੇ ਅਲੌਕਿਕ ਦ੍ਰਿਸ਼ ਨੂੰ ਆਪਣੇ ਪਾਵਨ ਗੁਰ ਸ਼ਬਦ ਦੁਆਰਾ ਦਰਸਾਵਣਾ ਕੀਤਾ ਹੈ। ਸਤਿਗੁਰੂ ਗਰੀਬ ਨਿਵਾਜ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੀਰ ਰਸੀ ਬਾਣੀ ਚੰਡੀ ਦੀ ਵਾਰ ਦਾ ਸੂਖਸ਼ਮ ਸਰੂਪ ਦੇ ਅੰਦਰ ਸੰਗਤਾਂ ਦੇ ਸਮਕਸ਼ ਪ੍ਰਗਟ ਕਰਨਾ, ਬ੍ਰਹਮ ਗਿਆਨ ਦੀ ਜੋਤ ਦਾ ਹਿਰਦੇ ਦੇ ਅੰਦਰ ਪ੍ਰਾਪਤ ਹੋਣਾ ਤੇ ਵਾਹਿਗੁਰੂ ਜੀ ਦੀ ਭੇਦਤਾ ਦਾ ਆਨੰਦ ਜੋ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਅੰਮ੍ਰਿਤ ਬਾਣੀ ਦੇ ਅੰਦਰ ਬਖਸ਼ਿਸ਼ ਕਰਨਾ ਕੀਤਾ ਹੈ। ਹੇ ਕਲਗੀਧਰ ਦਸ਼ਮੇਸ਼ ਪਿਤਾ ਸੱਚੇ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਅਗਾਧ ਬੋਧ ਮਹਿਮਾ ਅਗਾਧ ਬੋਧ ਹੈ। ਆਪ ਜੀ ਦੀ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਗਰੀਬ ਨਿਵਾਜ ਕਿਰਪਾਲਤਾ ਕਰਕੇ ਖਿਮਾ ਬਖਸ਼ੋ। ਗੁਰ ਗੋਦ ਦੇ ਅੰਦਰ ਸਜੀ ਹੋਈ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਤਿਗੁਰੂ ਜੀ ਦੇ ਗੁਣਾਂ ਦੀ ਮਹਿਮਾ, ਵਡਿਆਈ ਦੀ ਮਹਿਮਾ, ਵੀਰ ਰਸ ਦੀ ਮਹਿਮਾ, ਸ਼ਸਤਰ ਧਾਰਨ ਦੀ ਮਹਿਮਾ, ਸ਼ਸਤਰਾਂ ਦੀ ਮਹਿਮਾ, ਸ਼ਸਤਰਾਂ ਦਾ ਸਰੂਪ, ਗੁਰਬਾਣੀ ਦਾ ਸਰੂਪ, ਬ੍ਰਹਮ ਦੀ ਭੇਦਤਾ ਦਾ ਆਨੰਦ, ਸਤਿਗੁਰੂ ਜੀ ਦੇ ਪਾਵਨ ਉਪਦੇਸ਼, ਮੁਕਤੀ ਦਾਤਾ ਜਾਣ ਕਰਕੇ ਹਿਰਦੇ ਵਿੱਚ ਵਸਾ ਲੈਣੇ, ਜਿਸ ਦੇ ਨਾਲ ਸਾਡਾ ਸਭਨਾਂ ਦਾ ਭਲਾ ਹੋਵੇ। ਗਰੀਬ ਨਿਵਾਜ ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਯਾਤਰਾ ਸਫਲ ਕਰਨ ਜੀ। ਗੁਰ ਉਪਦੇਸ਼ ਦੀਆਂ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਹਿਓ ਨਾ ਜਾਈ ਇਹੋ ਅਚੰਭਉ, ਸੋ ਜਾਣੈ ਜਿਨ ਚਾਖਿਆ। ਕਹੋ ਨਾਨਕ ਸਚ ਭਏ ਬਿਗਾਸਾ, ਗੁਰ ਨਿਧਾਨ ਹਿਰਦੈ ਲੈ ਰਾਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੀ ਅਚੁਤ ਹੀ ਪਾਰ ਬ੍ਰਹਮ ਅਬਿਨਾਸੀ ਅਗਨਾਸ। हे पूरन हे सर्ब मैं दुख भंजन गुण तास।